ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਰਾਜੇ ਆਪਾਂ ਇੱਥੇ ਤਿਆਰੀ ਕਰ ਰਹੇ ਹਾਂ ਕੰਪਿਊਟਰ ਦੀ ਬਹੁਤ ਵਧੀਆ ਢੰਗ ਦੇ ਨਾਲ ਪੁਰਾਣੇ ਪੇਪਰਾਂ ਦਾ ਐਨਾਲਿਸਿਸ ਕਰਨ ਜਾ ਰਹੇ ਹਾਂ। ਅੱਜ ਦਾ ਜਿਹੜਾ ਪੇਪਰ ਐਨਾਲਿਸਿਸ ਕਰਨਾ ਰਾਜੇ ਆਪਾਂ ਸਬ ਇੰਸਪੈਕਟਰ ਦਾ ਜਿਹੜਾ TCS ਨੇ ਪੇਪਰ ਲਿਆ ਸੀਗਾ ਉਹਦੀ ਸ਼ਿਫਟ 2 ਕਰਨ ਜਾ ਰਹੇ ਹਾਂ ਆਪਾਂ। ਠੀਕ ਹੈ। ਇਹ ਕਈ ਬੱਚਿਆਂ ਦੇ ਮੈਸੇਜ ਆਏ ਕਿ ਸਰ ਜੀ 16 17 ਅਗਸਤ ਦੀ ਸ਼ਿਫਟ ਦਾ ਵੀ ਐਨਾਲਿਸਿਸ ਕਰਾ ਦਿਓ, ਤਾਂ ਡੋਂਟ ਵਰੀ ਰਾਜੇ, ਕੱਲੀ ਕੱਲੀ ਸ਼ਿਫਟ ਦਾ ਆਪਾਂ ਐਨਾਲਿਸਿਸ ਕਰਾਂਗੇ, ਸਾਰਾ ਕੁਝ ਹੀ ਕਵਰ ਕਰਾਂਗੇ, ਚਿੰਤਾ ਨਹੀਂ ਕਰਨੀ। ਤਾਂ ਧਿਆਨ ਦੇ ਨਾਲ ਤੁਸੀਂ ਵੀਡੀਓ ਦੇਖਦੇ ਰਹਿਣਾ ਹੈ। ਕੰਮ ਬਸ ਤੁਹਾਡਾ ਕੀ ਹੈ, ਤੁਸੀਂ ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਬੱਚੇ ਨਵੇਂ ਨੇ, ਕਿਉਂਕਿ ਇੱਥੇ ਆਪਾਂ ਪੰਜਾਬ ਜੀਕੇ ਵੀ ਕਰਵਾ ਰਹੇ ਹਾਂ ਫ੍ਰੀ ਆਫ ਕਾਸਟ, ਬਹੁਤ ਵਧੀਆ ਢੰਗ ਦੇ ਨਾਲ ਕਰਵਾ ਰਹੇ ਹਾਂ। ਬੁੱਕਸ ਦੇ ਵਿੱਚੋਂ ਵੀ ਇੰਨੀ ਡਿਟੇਲ ਤੁਹਾਨੂੰ ਨਹੀਂ ਮਿਲੂਗੀ। ਕਰੰਟ ਅਫੇਅਰ ਵੀ ਆਪਾਂ ਕਰਵਾ ਰਹੇ ਹਾਂ, ਦੁਬਾਰਾ ਰਿਜ਼ਿਊਮ ਕਰਨ ਜਾ ਰਹੇ ਹਾਂ 1 ਜੁਲਾਈ ਤੋਂ। ਇਸ ਤੋਂ ਇਲਾਵਾ ਕੰਪਿਊਟਰ ਦਾ ਆਪਾਂ ਪਹਿਲਾਂ ਕਰਾ ਹੀ ਚੁੱਕੇ ਹਾਂ, ਤਾਂ ਕੰਪਿਊਟਰ ਦਾ ਕੰਪਲੀਟ ਥਿਊਰੀ ਪਲੱਸ MCQ ਆਪਾਂ ਕਰਵਾਇਆ ਹੋਇਆ YouTube ਦੇ ਉੱਪਰ, ਤੁਸੀਂ ਦੇਖ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਰਾਜੇ, TCS ਦਾ ਪਾਰਟ ਨੰਬਰ 2 ਕਰਨ ਜਾ ਰਹੇ ਹਾਂ। TCS ਜਿਹੜਾ ਐਗਜ਼ਾਮ ਲੈਂਦੀ ਹੈ ਰਾਜੇ ਥੋੜਾ ਜਿਹਾ ਡਿਫਿਕਲਟ ਐਗਜ਼ਾਮ ਹੁੰਦਾ ਔਰ ਸਟੇਟਮੈਂਟ ਬੇਸ ਹੁੰਦਾ ਹੈ। ਇਹਦੇ ਵਾਸਤੇ ਤੁਹਾਨੂੰ ਥਿਊਰੀ ਪੜ੍ਹਨੀ ਬਹੁਤ ਜ਼ਰੂਰੀ ਹੈ। ਜਿਵੇਂ ਤੇ ਤੁਸੀਂ ਸਬ ਇੰਸਪੈਕਟਰ ਦਾ ਪੇਪਰ ਦੇਣਾ ਹੈ, PSPCL ਦਾ ਦੇਣਾ ਹੈ, ਹੈਡ ਕਾਂਸਟੇਬਲ ਦੇਣਾ, ਇੰਟੈਲੀਜੈਂਸ ਦੇਣਾ ਹੈ। ਇਸ ਤੋਂ ਇਲਾਵਾ ਜੇ PSSS ਬੋਰਡ ਦੇ ਪੇਪਰ ਦੇਣੇ ਰਾਜੇ, ਉਹਦੇ ਵਾਸਤੇ ਇੰਨੀ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਬਟ ਇਹ ਨਹੀਂ ਹੈਗਾ ਕਿ ਤੁਹਾਡੇ ਕੰਮ ਨਹੀਂ ਆਊਗਾ, ਕਿਉਂਕਿ ਹਰ ਇੱਕ ਚੀਜ਼ ਕਿਤੇ ਨਾ ਕਿਤੇ ਸੁਣੀ ਜਿਹੜੀ ਹੁੰਦੀ ਆਪਾਂ ਕੰਮ ਆ ਜਾਂਦੀ ਹੁੰਦੀ ਹੈ। ਕਿਉਂਕਿ ਉਹਦੇ ਵਿੱਚ PSSS ਬੋਰਡ ਦੇ ਵਿੱਚ ਸਿੰਪਲ ਇੱਕ ਵਨ ਲਾਈਨਰ ਕੁਐਸਚਨ ਆਉਂਦੇ ਆ, ਇਹਦੇ ਵਿੱਚ ਜਿਵੇਂ ਸਟੇਟਮੈਂਟ ਬੇਸ ਆ ਜਾਂਦੇ ਆ, ਪਰ ਇਹਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਵਨ ਲਾਈਨਰ ਵੀ ਕੁਐਸਚਨ। ਠੀਕ ਹੈ। ਹੁਣ ਅਗਰ ਆਪਾਂ ਗੱਲ ਕਰੀਏ ਰਾਜੇ, ਇੱਕ ਨਾ ਸਪੈਸ਼ਲ ਕੁਝ ਟੌਪਿਕ ਹੈਗੇ ਆ, ਲਾਈਕ ਜਿਵੇਂ VoIP ਕਮਿਊਨੀਕੇਸ਼ਨ ਜਿਹੜਾ ਕਿ ਸਬ ਇੰਸਪੈਕਟਰ ਵਾਸਤੇ ਹੈ, ਸੋਸ਼ਲ ਮੀਡੀਆ ਹੋ ਗਿਆ, ਇਨਕ੍ਰਿਪਸ਼ਨ ਡਿਕ੍ਰਿਪਸ਼ਨ ਹੋ ਗਿਆ। ਠੀਕ ਹੈ ਜੀ, ਕੁਝ ਹੋਰ ਇਦਾਂ ਦੇ ਟੌਪਿਕ ਹੈਗੇ ਆ ਜਿਹੜੇ ਸਿਰਫ ਸਬ ਇੰਸਪੈਕਟਰ ਵਾਸਤੇ ਪੜ੍ਹਨੇ ਆ, ਪਰ ਇਹਦੀ ਥਿਊਰੀ ਪੜ੍ਹਨੀ ਬਹੁਤ ਜ਼ਰੂਰੀ ਹੈ। ਚਾਹੇ ਕੁਐਸਚਨ ਤੁਸੀਂ ਕਰ ਰਹੇ ਹੋ, ਬਟ ਡਾਇਰੈਕਟ ਕੁਐਸਚਨ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਲੱਗੂਗਾ ਜੇ ਤੁਸੀਂ ਥਿਊਰੀ ਨਹੀਂ ਪੜ੍ਹੀ ਹੋਈ। ਤਾਂ ਕਿਰਪਾ ਕਰਕੇ ਰਿਕੁਐਸਟ ਇਹੀ ਹੈ ਵੀ ਪਹਿਲਾਂ ਥਿਊਰੀ ਕੰਪਲੀਟ ਕਰ ਲਓ ਜੇ ਤੁਸੀਂ ਸਬ ਇੰਸਪੈਕਟਰ ਲੱਗਣਾ ਹੈ। ਹੁਣ ਇੱਥੇ ਕੁਐਸਚਨ ਜਿਹੜਾ ਪੁੱਛ ਰਿਹਾ, ਹੁਣ ਕਈ ਬੱਚੇ ਕਹਿੰਦੇ ਸਰ ਜੀ ਇੰਗਲਿਸ਼ ਦੇ ਵਿੱਚ ਕੁਐਸਚਨ ਕਿਉਂ ਨਹੀਂ ਲੈ ਕੇ ਆ ਰਹੇ ਰਾਜੇ, ਇੰਨਾ ਟਾਈਮ ਨਹੀਂ ਹੁੰਦਾ। ਜਿਵੇਂ ਮੇਰੇ ਕੋਲੇ PDF ਫਾਈਲ ਮਿਲੀ ਹੈ, ਉਹਦੇ ਵਿੱਚ ਮਿਕਸ ਆ, ਕੁਝ ਇੰਗਲਿਸ਼ ਚ ਕੁਐਸਚਨ ਹੈ, ਕੁਝ ਪੰਜਾਬੀ ਦੇ ਵਿੱਚ ਹੈ, ਇਹਨੂੰ ਕਨਵਰਟ ਕਰਨ ਤੇ ਬਹੁਤ ਟਾਈਮ ਲੱਗੂਗਾ। ਤਾਂ ਇਸ ਕਰਕੇ ਟਾਈਮ ਆਲਰੇਡੀ ਬਹੁਤ ਘੱਟ ਹੁੰਦਾ ਤੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਾਂ ਵੀਡੀਓ ਪਾਉਣੇ ਆ। ਤਾਂ ਤੁਸੀਂ ਸੁਣ ਲਿਆ ਕਰੋ, ਮੈਂ ਜੋ ਬੋਲਦਾ ਤੁਹਾਨੂੰ ਸਮਝ ਆ ਜੂਗੀ। ਇੰਨੇ ਵੀ ਆਪਾਂ ਉਹ ਹੈ ਨਹੀਂ ਕਿ ਪੰਜਾਬ ਦੇ ਵਿੱਚ ਜੰਮੇ ਆ, ਪੰਜਾਬੀ ਆਪਾਂ ਨੂੰ ਆਉਣੀ ਚਾਹੀਦੀ ਹੈ। ਕਹਿੰਦਾ ਕੀ ਹੈ ਰਾਜੇ, ਦੋ ਤਰ੍ਹਾਂ ਦੀ ਇਨਕ੍ਰਿਪਸ਼ਨ ਹੁੰਦੀ ਹੈ, ਇੱਕ ਹੁੰਦੀ ਹੈ ਸਿਮੈਟ੍ਰਿਕ ਤੇ ਇੱਕ ਹੁੰਦੀ ਹੈ ਐਸਿਮੈਟ੍ਰਿਕ। ਜਿਹੜੀ ਐਸਿਮੈਟ੍ਰਿਕ ਹੁੰਦੀ ਹੈ ਰਾਜੇ ਉਹਨੂੰ ਕਹਿ ਦਿੰਦੇ ਆ ਪਬਲਿਕ ਕੀ ਇਨਕ੍ਰਿਪਸ਼ਨ ਕਹਿ ਦਿੰਦੇ ਆ। ਇਹ ਕੁਐਸਚਨ ਕੀ ਕਹਿ ਰਿਹਾ ਇੰਗਲਿਸ਼ ਦੇ ਵਿੱਚ, ਇਹ ਕਹਿ ਰਿਹਾ ਵੀ ਜਿਹੜੀ ਪਬਲਿਕ ਕੀ ਇਨਕ੍ਰਿਪਸ਼ਨ ਸਿਸਟਮ ਹੈ ਉਹਦੇ ਵਿੱਚ ਫੋਲੋਇੰਗ ਜਿਹੜੇ ਆਪਾਂ ਲਿਖੇ ਹੋਏ ਆ ਇਹ ਕਵਰ ਕਰਦੀ ਹੈ ਜਾਂ ਨਹੀਂ ਕਵਰ ਕਰਦੀ। ਸਭ ਤੋਂ ਪਹਿਲਾਂ ਲਿਖਿਆ ਹੋਇਆ ਰਾਜੇ ਪਲੇਨ ਟੈਕਸਟ ਲਿਖਿਆ ਹੋਇਆ ਹੈ। ਕੀ ਲਿਖਿਆ ਹੋਇਆ ਹੈ? ਪਲੇਨ ਟੈਕਸਟ। ਪਲੇਨ ਟੈਕਸਟ ਦਾ ਮਤਲਬ ਕੀ ਹੁੰਦਾ? ਸਿੰਪਲ ਪਲੇਨ ਟੈਕਸਟ ਹੋਊਗਾ। ਠੀਕ ਹੈ, ਮਤਲਬ ਕਿ ਆਪਾਂ ਜਿਵੇਂ ਨਾਰਮਲ ਟੈਕਸਟ ਲਿਖਿਆ ਹੋਇਆ ਹੈ। ਹੁਣ ਹੁੰਦਾ ਕੀ ਹੈ ਇਨਕ੍ਰਿਪਸ਼ਨ ਦਾ ਮਤਲਬ ਕੀ ਹੁੰਦਾ ਰਾਜੇ, ਜੇ ਤੁਸੀਂ ਧਿਆਨ ਦੇ ਨਾਲ ਦੇਖੋਗੇ WhatsApp ਤੇ ਵੀ ਲਿਖਿਆ ਹੁੰਦਾ 1 to 1 ਇਨਕ੍ਰਿਪਸ਼ਨ। ਉਹਦਾ ਮਤਲਬ ਕੀ ਹੈ ਕਿ ਜੇ ਆਪਾਂ WhatsApp ਤੇ ਕਿਸੇ ਨਾਲ ਗੱਲ ਕਰਦੇ ਆ ਰਾਜੇ, ਆਪਣੀ ਜਿਹੜੀ ਗੱਲਬਾਤ ਹੈਗੀ ਆ ਉਹ WhatsApp ਕੰਪਨੀ ਨੂੰ ਨਹੀਂ ਸਮਝ ਆਉਂਦੀਗੀ, WhatsApp ਕੰਪਨੀ ਵੀ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ। ਤਾਂ ਜਿਵੇਂ ਮੰਨ ਲਓ ਮੈਂ ਇੱਥੇ ਹੈਲੋ ਲਿਖਿਆ, ਜਿਹੜਾ ਹੈਲੋ ਹੈ ਰਾਜੇ ਇਹ ਕੀ ਇੱਕ ਪਲੇਨ ਟੈਕਸਟ ਹੈ। ਹੈਲੋ ਨੂੰ ਮੰਨ ਲਓ WhatsApp ਕੀ ਕਰਦਾ, ਕਿਸੇ ਨਾ ਕਿਸੇ ਕੋਡ ਦੀ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ, ਜਿਵੇਂ ਐ ਮੰਨ ਲਓ ਹੈਸ਼ ਕਰਤਾ, ਨਾਟ ਇਕੁਅਲ ਟੂ ਕਰਤਾ, ਟੂ ਕਰਤਾ। ਹੁਣ ਆਹ ਚੀਜ਼ ਆਪਾਂ ਨੂੰ ਸਮਝ ਨਹੀਂ ਆ ਰਹੀ। ਜਦੋਂ ਆਪਣੇ ਮੋਬਾਈਲ ਤੋਂ ਮੈਸੇਜ ਆਊਗਾ ਹੈਲੋ, ਇੱਕ ਪਲੇਨ ਟੈਕਸਟ ਹੈ, ਇਹਦੇ ਵਿੱਚ ਕੀ ਹੋਗੀ? ਇਨਕ੍ਰਿਪਸ਼ਨ ਹੋਗੀ। ਜਿਵੇਂ ਆਪਾਂ ਰੀਜ਼ਨਿੰਗ ਚ ਕਰਦੇ ਆ ਨਾ ਕੋਡਿੰਗ ਡੀਕੋਡਿੰਗ, ਤਾਂ ਕੋਡਿੰਗ ਹੋਗੀ, ਇਨਕ੍ਰਿਪਸ਼ਨ ਹੋਗੀ। ਜਦੋਂ ਮੇਰੇ ਕੋਲੇ ਰਿਸੀਵਰ ਕੋਲੇ ਜਾਊਗਾ ਤਾਂ ਦੁਬਾਰਾ ਕੀ ਹੋ ਜਾਊਗੀ? ਡਿਕ੍ਰਿਪਸ਼ਨ ਹੋ ਜਾਊਗੀ, ਜਿਹਨੂੰ ਆਪਾਂ ਕਹਿ ਦਾਂਗੇ ਡੀਕੋਡਿੰਗ। ਤਾਂ ਦੁਬਾਰਾ ਉਹਨੂੰ ਕੀ ਮੈਸੇਜ ਮਿਲ ਜੂਗਾ? ਹੈਲੋ ਮੈਸੇਜ ਮਿਲ ਜੂਗਾ। ਤਾਂ ਕਹਿਣ ਦਾ ਮਤਲਬ ਆਹ ਹੁੰਦੀ ਹੈ ਜੀ ਇਨਕ੍ਰਿਪਸ਼ਨ। ਇਹਦੇ ਵਿੱਚ ਪਲੇਨ ਟੈਕਸਟ ਤਾਂ ਹੁੰਦਾ ਹੀ ਹੁੰਦਾ ਰਾਜੇ, ਬਿਲਕੁਲ ਠੀਕ ਹੈ। ਇਹਦੇ ਵਿੱਚ ਦੋ ਪ੍ਰਾਈਵੇਟ ਤੇ ਪਬਲਿਕ ਕੀ ਯੂਜ਼ ਕੀਤੀਆਂ ਜਾਂਦੀਆਂ ਰਾਜੇ। ਪਬਲਿਕ ਤੇ ਪ੍ਰਾਈਵੇਟ ਕੀ ਹੁੰਦੀ ਹੈ, ਇਹਨੂੰ ਅਗਰ ਡਿਟੇਲ ਚ ਸਮਝਣਾ ਤਾਂ ਇਹਦੇ ਵਾਸਤੇ ਥਿਊਰੀ ਦੇਖਣੀ ਪਊਗੀ। ਦੋ ਕੀਜ਼ ਯੂਜ਼ ਹੁੰਦੀਆਂ ਰਾਜੇ, ਮੈਥਡ ਹੈ ਇਨਕ੍ਰਿਪਸ਼ਨ ਕਰਨ ਦਾ। ਤਾਂ ਇਹਦੇ ਵਿੱਚ ਇੱਕ ਇਨਕ੍ਰਿਪਸ਼ਨ ਤੇ ਡਿਕ੍ਰਿਪਸ਼ਨ ਦੋਨੇ ਐਲਗੋਰਿਥਮ ਯੂਜ਼ ਹੁੰਦੇ ਆ ਰਾਜੇ। ਕਹਿਣ ਦਾ ਮਤਲਬ ਇਹ ਤਿੰਨੇ ਚੀਜ਼ਾਂ ਕੀ ਹੈਗੀਆਂ ਨੇ? ਇਨਕਲੂਡਿਡ ਨੇ ਕਿਹਦੇ ਵਿੱਚ? ਪਬਲਿਕ ਕੀ ਇਨਕ੍ਰਿਪਸ਼ਨ ਦੇ ਵਿੱਚ। ਬਾਕੀ ਡਿਟੇਲ ਦੇ ਵਿੱਚ ਤੁਸੀਂ 1 ਘੰਟੇ ਦੀ ਵੀਡੀਓ ਪਈ ਆ, ਜਾ ਕੇ ਦੇਖ ਸਕਦੇ ਹੋ। ਤਾਂ ਆਈ ਹੋਪ ਤੁਹਾਨੂੰ ਥੋੜਾ ਜਿਹਾ ਸਮਝ ਆ ਗਿਆ ਹੋਊਗਾ। ਤਾਂ ਆਪਾਂ ਪੜ੍ਹ ਲੈਂਦੇ ਰਾਜੇ। ਜੇ ਮੈਂ ਗੱਲ ਕਰਾਂ ਰਾਜੇ, ਪਬਲਿਕ ਕੀ ਕ੍ਰਿਪਟੋਗ੍ਰਾਫੀ ਕਹਿ ਦਿੰਦੇ ਆ, ਕਈ ਵਾਰੀ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਕਹਿ ਦਿੰਦੇ ਆ, ਮੈਥਡ ਨੂੰ ਕ੍ਰਿਪਟੋਗ੍ਰਾਫੀ ਬੋਲਦੇ ਆ ਆਪਾਂ। ਜਾਂ ਦੂਜਾ ਨਾਮ ਕੀ ਇਹਦਾ? ਐਸਿਮੈਟ੍ਰਿਕ। ਸਿਮੈਟ੍ਰਿਕ ਤੇ ਐਸਿਮੈਟ੍ਰਿਕ ਦੋ ਹੁੰਦੀਆਂ ਨੇ। ਸਿਮੈਟ੍ਰਿਕ ਦੇ ਵਿੱਚ ਸਿਰਫ ਇੱਕ ਕੀ ਯੂਜ਼ ਹੁੰਦੀ ਹੈ, ਐਸਿਮੈਟ੍ਰਿਕ ਦੇ ਵਿੱਚ ਦੋ ਕੀ ਯੂਜ਼ ਹੁੰਦੀਆਂ। ਕਹਿੰਦਾ ਜੀ ਪਬਲਿਕ ਕੀ ਕ੍ਰਿਪਟੋਗ੍ਰਾਫੀ ਜਾਂ ਫਿਰ ਐਸਿਮੈਟ੍ਰਿਕ ਕ੍ਰਿਪਟੋਗ੍ਰਾਫੀ ਕੀ ਹੈ ਜੀ? ਕਹਿੰਦਾ ਇੱਕ ਕ੍ਰਿਪਟੋਗ੍ਰਾਫਿਕ ਸਿਸਟਮ ਹੈ ਦੈਟ ਯੂਜ਼ ਪੇਅਰ ਆਫ ਕੀ। ਕਿਹੜੀਆਂ ਕਿਹੜੀਆਂ ਕੀ ਯੂਜ਼ ਹੁੰਦੀਆਂ ਰਾਜੇ? ਇੱਕ ਪਬਲਿਕ ਕੀ ਯੂਜ਼ ਕਰਦਾ, ਇੱਕ ਕਰਦਾ ਜੀ ਪ੍ਰਾਈਵੇਟ ਕੀ। ਠੀਕ ਹੈ, ਇੱਕ ਮੈਥਡ ਹੁੰਦਾ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਕਰਨ ਦਾ। ਕਹਿੰਦਾ ਜੀ ਈਚ ਪੇਅਰ ਕੰਸਿਸਟ ਆਫ ਅ ਪਬਲਿਕ ਕੀ ਐਂਡ ਅ ਪ੍ਰਾਈਵੇਟ ਕੀ। ਦੋਵਾਂ ਬੰਦਿਆਂ ਕੋਲ ਇੱਕ ਪਬਲਿਕ ਹੋਊਗੀ, ਇੱਕ ਪ੍ਰਾਈਵੇਟ ਕੀ ਹੋਊਗੀ।
ਕਹਿੰਦਾ ਸੱਚ ਏ ਪੇਅਰ ਡਿਪੈਂਡ ਔਨ ਦਾ ਕ੍ਰਿਪਟੋਗ੍ਰਾਫੀ ਐਲਗੋਰਿਥਮ। ਤਾਂ ਇਹ ਡਿਪੈਂਡ ਕਰਦਾ ਵੀ ਉਹਦੇ ਕੋਲੇ ਪਬਲਿਕ ਹੋਊਗੀ ਜਾਂ ਪ੍ਰਾਈਵੇਟ ਹੋਊਗੀ, ਡਿਪੈਂਡ ਕਰਦਾ ਵੀ ਆਪਾਂ ਕਿਸ ਤਰ੍ਹਾਂ ਦਾ ਐਲਗੋਰਿਥਮ ਯੂਜ਼ ਕਰ ਰਹੇ ਹਾਂ। ਤਾਂ ਆਈ ਹੋਪ ਤੁਹਾਨੂੰ ਥੋੜਾ ਜਿਹਾ ਸਮਝ ਲੱਗ ਗਿਆ ਹੋਊਗਾ। ਤੁਹਾਨੂੰ ਮੈਂ ਇੱਕ ਫੋਟੋ ਦਿਖਾ ਦਿੰਦਾ। ਮੰਨ ਲਓ ਆ ਬੰਦਾ ਸੈਂਡਰ ਹੈ, ਆ ਬੰਦਾ ਰਿਸੀਵਰ ਹੈ। ਇਹਨੇ ਇੱਕ ਸੈਂਡਰ ਨੇ ਕੀ ਕੀਤਾ, ਇੱਕ ਪਲੇਨ ਟੈਕਸਟ, ਮਤਲਬ ਜਿਵੇਂ ਮੈਂ ਤੁਹਾਨੂੰ ਕਿਹਾ ਜਿਵੇਂ ਹੈਲੋ, ਤਾਂ ਹੈਲੋ ਇੱਕ ਪਲੇਨ ਟੈਕਸਟ ਹੈ, ਠੀਕ ਹੈ। ਪਲੇਨ ਟੈਕਸਟ ਨੇ ਲਿਖਿਆ, ਇੱਥੇ ਕੀ ਹੋ ਜਾਊਗਾ, ਇਨਕ੍ਰਿਪਸ਼ਨ ਦਾ ਐਲਗੋਰਿਥਮ ਯੂਜ਼ ਕੀਤਾ ਜਾਊਗਾ। ਤਾਂ ਕਿਹੜੀ ਕੀ ਯੂਜ਼ ਕੀਤੀ ਜਾਊਗੀ, ਪਬਲਿਕ ਕੀ ਯੂਜ਼ ਕੀਤੀ ਜਾਊਗੀ। ਤਾਂ ਪਬਲਿਕ ਕੀ, ਸਪੋਜ਼ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਦਿੰਦਾ, ਮੰਨ ਲਓ ਮੇਰੇ ਕੋਲੇ 4 ਪਬਲਿਕ ਕੀ ਨੇ ABCD, ਤਾਂ ਮੰਨ ਲਓ 4 ਨੇ ਪਬਲਿਕ ਕੀ ਸੈਂਡਰ ਕੋਲੇ। ਤਾਂ ਇਹਨੇ ਮੰਨ ਲਓ ਇਹਨਾਂ ਵਿੱਚੋਂ ਕੋਈ ਵੀ ਐਲਗੋਰਿਥਮ ਨੇ ਇੱਕ ਸਿਲੈਕਟ ਕਰ ਲਈ, ਮੰਨ ਲਓ B ਸਿਲੈਕਟ ਕਰ ਲਈ। ਜਿਹੜੀ B ਕੀ ਹੋਊਗੀ ਮੇਰੇ ਵਾਸਤੇ ਪਬਲਿਕ ਹੈ, ਲੇਕਿਨ ਜਦੋਂ ਮੈਂ ਸੈਂਡਰ ਨੂੰ ਭੇਜੂੰਗਾ ਤਾਂ ਉਹਨੇ ਇਹਦੇ ਨਾਲ ਕੀ ਕਰਨਾ ਹੈ, ਡਿਕ੍ਰਿਪਸ਼ਨ ਕਰਨੀ ਹੈ। ਤਾਂ ਉਹਦੇ ਵਾਸਤੇ ਕੀ ਬਣ ਜੂਗੀ, B ਕੀ ਬਣ ਜੂਗੀ, ਇੱਕ ਪ੍ਰਾਈਵੇਟ ਕੀ ਬਣ ਜੂਗੀ। ਕੀ ਬਣ ਜੂਗੀ, ਪ੍ਰਾਈਵੇਟ ਕੀ ਬਣ ਜੂਗੀ। ਤਾਂ ਇੱਥੇ ਆ ਕੇ ਉਹ ਕੀ ਕਰੂਗਾ, ਡਿਕ੍ਰਿਪਸ਼ਨ ਐਲਗੋਰਿਥਮ ਖੋਲ ਦੂਗਾ ਤੇ ਉਹਨੂੰ ਕੀ ਮਿਲ ਜੂਗਾ, ਪਲੇਨ ਟੈਕਸਟ ਮਿਲ ਜੂਗਾ ਹੈਲੋ। ਅਦਰਵਾਈਜ਼ ਕੀ ਮਿਲੂਗਾ, ਸਾਈਫਰ ਟੈਕਸਟ। ਸਾਈਫਰ ਟੈਕਸਟ ਕਿਹੜਾ, ਜਿਹਦੇ ਵਿੱਚ ਕੋਡਿੰਗ ਹੋ ਰੱਖੀ ਹੈ, ਲਾਈਕ ਜਿਵੇਂ ਇਸ ਤਰ੍ਹਾਂ ਕੋਈ ਕੁਝ ਕੋਡਿੰਗ ਕੀਤੀ ਜਾਂਦੀ ਹੈ ਤਾਂ ਜੋ ਆਪਣਾ ਜਿਹੜਾ ਮੈਸੇਜ ਹੈਗਾ ਰਸਤੇ ਦੇ ਵਿੱਚ ਕੋਈ ਦੇਖ ਨਾ ਸਕੇ। ਤਾਂ ਇਹਦੇ ਵਿੱਚ ਪੇਅਰ ਆਫ ਕੀ ਯੂਜ਼ ਹੁੰਦੀਆਂ ਰਾਜੇ, ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ ਇਹ ਟੌਪਿਕ, ਸਪੈਸ਼ਲੀ ਫॉर ਸਬ ਇੰਸਪੈਕਟਰ। ਤਾਂ ਆ ਸਾਰਾ ਕੁਝ ਤੁਹਾਨੂੰ ਮੈਂ ਦੱਸਤਾ। ਇੱਧਰ ਇਨਕ੍ਰਿਪਸ਼ਨ ਹੋਊਗੀ, ਉਧਰ ਕੀ ਹੋਊਗੀ, ਡਿਕ੍ਰਿਪਸ਼ਨ ਹੋਊਗੀ। ਤਾਂ ਇਸ ਕੁਐਸਚਨ ਦਾ ਆਨਸਰ ਇਹੀ ਬਣਦਾ ਹੈ। ਉਹਨੇ ਪੁੱਛਿਆ ਕੀ ਸੀਗਾ ਵੀ ਹੇਠ ਲਿਖਿਆਂ ਵਿੱਚੋਂ ਕਿਹੜੇ ਕਿਹੜੇ ਇਨਕਲੂਡਡ ਨੇ। ਪਲੇਨ ਟੈਕਸਟ ਵੀ ਹੁੰਦਾ ਹੈ, ਪਬਲਿਕ ਪ੍ਰਾਈਵੇਟ ਕੀ ਵੀ ਹੁੰਦੀਆਂ ਨੇ, ਡਿਕ੍ਰਿਪਸ਼ਨ ਐਲਗੋਰਿਥਮ ਵੀ ਹੁੰਦਾ ਹੈ, ਇਨਕ੍ਰਿਪਸ਼ਨ ਐਲਗੋਰਿਥਮ ਵੀ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਸਾਰਾ ਕੁਝ ਇਨਕਲੂਡਡ ਹੈ। ਤਾਂ ਰਾਈਟ ਆਨਸਰ ਕੀ ਬਣ ਗਿਆ, ਸੈਕੰਡ ਵਨ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਬਹੁਤ ਸੌਖਾ ਕੁਐਸਚਨ ਹੈ। ਕਹਿੰਦਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ। ਠੀਕ ਹੈ, ਇੰਗਲਿਸ਼ ਦੇ ਵਿੱਚ ਸੁਣ ਲਿਓ ਭਾਈ, ਮੇਰੀ ਅੰਗਰੇਜ਼ੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ, ਅਸੀਂ ਤਾਂ ਪ੍ਰਾਈਵੇਟ ਪਬਲਿਕ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹੋਏ ਆ। ਠੀਕ ਹੈ, ਤਾਂ ਕਹਿੰਦਾ ਵੀ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ, ਕਿਹੜੀ ਸਟੇਟਮੈਂਟ ਟਰੂ ਹੈ ਰਾਜੇ। ਤਾਂ ਪਹਿਲੀ ਗੱਲ ਧਿਆਨ ਦੇਣਾ ਸਮਝੋ, ਕੋਈ ਵੀ ਨੈਟਵਰਕ ਦਾ ਮਤਲਬ ਕੀ ਹੁੰਦਾ, ਗਰੁੱਪ ਆਫ ਕੰਪਿਊਟਰ ਅਗਰ ਆਪਸ ਵਿੱਚ ਅਟੈਚ ਨਹੀਂ ਰਾਜੇ, ਉਹਨੂੰ ਨੈਟਵਰਕ ਕਹਿ ਦਿੰਦੇ ਆਪਾਂ। ਕਹਿੰਦਾ ਕੋਈ ਵੀ ਨੈਟਵਰਕ ਨਿੱਜੀ ਜਾਂ ਜਨਤਕ, ਕਹਿਣ ਦਾ ਮਤਲਬ ਪਬਲਿਕ ਨੈਟਵਰਕ ਜਾਂ ਪ੍ਰਾਈਵੇਟ ਨੈਟਵਰਕ। ਪ੍ਰਾਈਵੇਟ ਨੈਟਵਰਕ ਕਿਹੜਾ ਹੁੰਦਾ, ਜਿਵੇਂ ਤੁਹਾਡਾ ਮੋਬਾਈਲ ਹੈ, ਤੁਹਾਡੇ ਮੋਬਾਈਲ ਤੇ ਇੰਟਰਨੈਟ ਚੱਲ ਰਿਹਾ, ਉਹ ਇੱਕ ਪ੍ਰਾਈਵੇਟ ਹੈ, ਸਿਰਫ ਤੁਸੀਂ ਹੀ ਉਹਨੂੰ ਯੂਜ਼ ਕਰ ਰਹੇ ਹੋ। ਪਬਲਿਕ ਹੋ ਗਿਆ ਜਿੱਥੇ ਆਪਾਂ ਜਿਵੇਂ ਇੰਟਰਨੈਟ ਕੈਫੇ ਦੇ ਵਿੱਚ ਚਲੇ ਜਾਂਦੇ ਆ, ਤਾਂ ਉਹ ਪਬਲਿਕ ਨੈਟਵਰਕ ਹੋ ਜਾਊਗਾ। ਤਾਂ ਕਹਿੰਦਾ ਕੋਈ ਵੀ ਪ੍ਰਾਈਵੇਟ ਦਾ ਪਬਲਿਕ ਨੈਟਵਰਕ ਹੈਗਾ, ਉਹ TCP IP ਪ੍ਰੋਟੋਕਾਲ ਚਲਾਉਂਦਾ ਹੈ। ਤਾਂ ਰਾਜੇ ਹੁਣ TCP IP ਤੁਹਾਨੂੰ ਜੇ ਨਹੀਂ ਪਤਾ ਤਾਂ ਇਹਦੇ ਤੇ ਵੀ ਇੱਕ ਵੀਡੀਓ ਪਈ ਹੈ ਰਾਜੇ। TCP ਹੁੰਦਾ ਹੈ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ, ਮਤਲਬ ਸੈਂਡਰ ਨੇ ਰਿਸੀਵਰ ਨਾਲ ਗੱਲ ਕਰਨੀ ਹੈ ਤਾਂ ਰਸਤੇ ਦੇ ਵਿੱਚ ਜਿਹੜਾ ਡਾਟਾ ਜਾਊਗਾ ਰਾਜੇ, ਜਿਹੜਾ ਮੂਵ ਕਰੂਗਾ ਪੈਕੇਟ ਦੀ ਫਾਰਮ ਦੇ ਵਿੱਚੋਂ, ਕੌਣ ਮੂਵ ਕਰਾਊਗਾ, TCP ਮੂਵ ਕਰਾਊਗਾ। IP ਹੁੰਦਾ ਰਾਜੇ ਇੰਟਰਨੈਟ ਪ੍ਰੋਟੋਕਾਲ। ਕਹਿਣ ਦਾ ਮਤਲਬ ਜਿਵੇਂ ਹਰੇਕ ਬੰਦੇ ਕੋਲੇ ਆਪਣਾ ਆਪਣਾ ਯੂਨੀਕ ਮੋਬਾਈਲ ਨੰਬਰ ਹੈ। ਹੁਣ ਜਿਵੇਂ ਮੰਨ ਲਓ ਮੇਰਾ ਮੋਬਾਈਲ ਨੰਬਰ ਹੈਗਾ 8427752303। ਇਹ ਤੁਹਾਨੂੰ ਪਤਾ ਵੀ ਬਲਜਿੰਦਰ ਸਰ ਦਾ ਫੋਨ ਨੰਬਰ ਹੈ, ਤਾਂ ਆਪਾਂ ਫੋਨ ਨੰਬਰ ਤੋਂ ਬੰਦੇ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ। ਪਰ ਹੁਣ ਨੈਟਵਰਕ ਦੇ ਵਿੱਚ ਇੰਨੇ ਸਾਰੇ ਕੰਪਿਊਟਰ ਹੋਣਗੇ, ਮੰਨ ਲਓ ਮਿਲੀਅਨ ਕੰਪਿਊਟਰ ਅਟੈਚ ਨੇ ਨੈਟਵਰਕ ਦੇ ਵਿੱਚ, ਤਾਂ ਉੱਥੇ ਕਿਵੇਂ ਪਤਾ ਲੱਗੂਗਾ, ਉਹਦੇ IP ਐਡਰੈਸ ਤੋਂ ਪਤਾ ਲੱਗੂਗਾ। ਤਾਂ ਕਹਿਣ ਦਾ ਮਤਲਬ TCP ਤੇ IP ਮਿਲ ਕੇ ਕੀ ਚਲਾਉਂਦੇ ਆ, ਜਿੰਨੀ ਵੀ ਟਰਾਂਸਮਿਸ਼ਨ ਹੁੰਦੀ ਹੈ ਨੈਟਵਰਕ ਦੇ ਵਿੱਚ ਉਹ ਚਲਾਉਂਦੇ ਆ। ਤਾਂ ਕਹਿੰਦਾ ਕੀ ਹੈ, ਕਹਿੰਦਾ ਕੋਈ ਵੀ ਪ੍ਰਾਈਵੇਟ ਜਾਂ ਪਬਲਿਕ ਨੈਟਵਰਕ ਜਿਹੜਾ ਹੈਗਾ ਉਹ VoIP ਚਲਾ ਸਕਦਾ ਹੈ। ਹੁਣ ਤੁਹਾਨੂੰ VoIP ਪਤਾ ਹੋਣਾ ਚਾਹੀਦਾ ਰਾਜੇ, VoIP ਕੀ ਹੁੰਦਾ ਹੈ। ਹੁਣ ਦੇਖੋ ਹੁੰਦਾ ਕੀ ਸੀਗਾ, ਅਗਰ ਮੈਂ ਸਿੰਪਲ ਲੈਂਡਲਾਈਨ ਫੋਨ ਦੀ ਗੱਲ ਕਰਾਂ, ਲੈਂਡਲਾਈਨ ਫੋਨ ਦੇਖੀਏ ਨਾ ਸਾਰਿਆਂ ਨੇ, ਜਿਹੜੇ ਡਾਇਲ ਵਾਲੇ ਫੋਨ ਹੁੰਦੇ ਸੀਗੇ। ਲੈਂਡਲਾਈਨ ਫੋਨ ਦੇ ਵਿੱਚ ਕੀ ਹੈ ਰਾਜੇ, ਮੰਨ ਲਓ ਸੈਂਡਰ ਰਿਸੀਵਰ ਨਾਲ ਗੱਲ ਕਰ ਰਿਹਾ, ਉੱਥੇ ਸਿਰਫ ਡਾਟਾ ਐਕਸਚੇਂਜ ਕਰ ਰਹੇ ਆਪਾਂ, ਉੱਥੇ ਸਿਰਫ TCP IP ਦੀ ਕੀ ਜ਼ਰੂਰਤ ਪਊਗੀ, TCP ਦੀ ਜ਼ਰੂਰਤ ਪਊਗੀ। ਬਟ ਹੁਣ ਜਿਵੇਂ ਤੁਸੀਂ ਵੀਡੀਓ ਕਾਲ ਕਰਦੇ ਹੋ WhatsApp ਦੇ ਉੱਪਰ, Facebook ਦੇ ਉੱਪਰ ਕੋਈ ਵੀਡੀਓ ਕਾਲ ਕਰਦੇ ਹੋ, ਵੌਇਸ ਕਾਲ ਕਰਦੇ ਹੋ ਰਾਜੇ, ਉਹ ਚੱਲਦੀ ਹੈ VoIP ਦੇ ਨਾਲ। ਕਹਿਣ ਦਾ ਮਤਲਬ ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ। ਤਾਂ ਕਹਿਣ ਦਾ ਮਤਲਬ ਪੁਰਾਣਾ ਟੈਲੀਫੋਨ ਸਿਸਟਮ ਨੂੰ ਆਪਾਂ ਐਕਸਟੈਂਡ ਕਰ ਲਿਆ, ਕਿਹਦੀ ਫਾਰਮ ਦੇ ਵਿੱਚ, ਡਿਜੀਟਲ ਦੀ ਫਾਰਮ ਦੇ ਵਿੱਚ, ਤੇ ਉਹ ਕੀ ਬਣਾ ਲਿਆ ਆਪਾਂ, VoIP ਬਣਾ ਲਿਆ। ਤਾਂ ਓਬਵੀਅਸ ਰਾਜੇ ਇਹ ਬਿਲਕੁਲ ਠੀਕ ਹੈ ਕਿ ਜਿਹੜਾ VoIP ਹੈਗਾ ਰਾਜੇ, ਉਹ TCP IP ਨੂੰ ਹੀ ਯੂਜ਼ ਕਰਕੇ ਕੀ ਕਰਦਾ ਹੈ, ਆਪਾਂ ਨੂੰ ਕਾਲਿੰਗ ਕਰਵਾਉਂਦਾ ਹੈ, ਆਪਾਂ ਨੂੰ ਅਟੈਚ ਕਰਦਾ ਪੀਪਲ ਨਾਲ, ਆਪਾਂ ਗਰੁੱਪ ਕਾਲਿੰਗ ਕਰ ਸਕਦੇ ਹਾਂ। ਠੀਕ ਹੈ, ਆਪਾਂ ਵੌਇਸ ਕਾਲਿੰਗ ਕਰ ਸਕਦੇ ਹਾਂ, ਆਪਾਂ ਚੈਟਿੰਗ ਕਰ ਸਕਦੇ ਹਾਂ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਠੀਕ ਹੈ। ਦੂਜਾ ਕਹਿੰਦਾ ਜਿਹੜਾ UDP ਹੈਗਾ, ਹੁਣ UDP ਕੀ ਚੀਜ਼ ਹੈ, TCP ਤੇ UDP ਦੋਨੇ ਇੱਕੋ ਹੀ ਕੰਮ ਕਰਦੇ ਆ। UDP ਹੁੰਦਾ ਰਾਜੇ ਯੂਜ਼ਰ ਡਾਟਾਗ੍ਰਾਮ ਪ੍ਰੋਟੋਕਾਲ, ਯੂਜ਼ਰ ਡਾਟਾਗ੍ਰਾਮ ਪ੍ਰੋਟੋਕਾਲ ਦੀ ਫੁੱਲ ਫਾਰਮ ਵੀ ਪੁੱਛੀ ਜਾਂਦੀ ਹੁੰਦੀ ਹੈ। ਉੱਪਰ ਹੈਗਾ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ। ਦੋਨੇ ਕੰਮ ਕੀ ਕਰਦੇ ਰਾਜੇ, ਡਾਟਾ ਸੈਂਡ ਕਰਨ ਦਾ ਕੰਮ ਕਰਦੇ ਆ, ਸੈਂਡਰ ਟੂ ਰਿਸੀਵਰ। ਪਰ ਫਰਕ ਕੀ ਹੈ ਦੋਵਾਂ ਦੇ ਵਿਚਕਾਰ, ਫਰਕ ਤੁਹਾਨੂੰ ਮੈਂ ਦੱਸ ਦਿੰਦਾ, ਪਹਿਲਾਂ ਫਰਕ ਸਮਝਾ ਦਵਾਂ, ਤੁਹਾਨੂੰ ਸਮਝ ਆ ਜੂਗੀ। ਹੁਣ ਜਿਹੜਾ TCP ਹੁੰਦਾ ਰਾਜੇ, ਇਹਨੂੰ ਕਹਿ ਦਿੰਦੇ ਆ ਕਨੈਕਸ਼ਨ ਓਰੀਐਂਟਡ ਕਹਿ ਦਿੰਦੇ ਆ। ਕਨੈਕਸ਼ਨ ਓਰੀਐਂਟਡ ਤਾਂ ਕਹਿੰਦੇ ਆ ਕਿ ਜਦੋਂ ਵੀ ਇਹਨੇ ਡਾਟਾ ਸੈਂਡ ਕਰਨਾ, ਪਹਿਲਾਂ ਇੱਕ ਕਨੈਕਸ਼ਨ ਕ੍ਰੀਏਟ ਕਰੂਗਾ। ਹੁਣ ਮੰਨ ਲਓ ਇੱਕ ਟੀਚਰ ਇੱਕ ਸਟੂਡੈਂਟ ਹੈ, ਹੁਣ
ਸਟੂਡੈਂਟ ਨੇ ਟੀਚਰ ਨਾਲ ਗੱਲ ਕਰਨੀ ਆ, ਪਹਿਲਾਂ ਟੀਚਰ ਨੂੰ ਮੈਸੇਜ ਕਰੂਗਾ, ਸਰ ਜੀ ਪਲੀਜ਼ ਮੈਂ ਤੁਹਾਨੂੰ ਕਾਲ ਕਰ ਲਾਂ, ਤੁਸੀਂ ਫ੍ਰੀ ਹੋ? ਟੀਚਰ ਨੇ ਰਿਸਪੌਂਡ ਬੈਕ ਕੀਤਾ, ਹਾਂ ਬੇਟਾ ਮੈਂ ਫ੍ਰੀ ਹਾਂ, ਤੁਸੀਂ ਮੈਨੂੰ ਕਾਲ ਕਰ ਲਓ। ਕਹਿਣ ਦਾ ਮਤਲਬ ਦੋਵਾਂ ਦੇ ਵਿਚਕਾਰ ਕੀ ਹੋ ਗਿਆ, ਕਨੈਕਸ਼ਨ ਬਿਲਡ ਅਪ ਹੋ ਗਿਆ। ਇਸ ਤੋਂ ਬਾਅਦ ਕੀ ਕਰਨਗੇ, ਉਹ ਕਮਿਊਨੀਕੇਟ ਕਰਨਗੇ। ਤਾਂ ਇਹ ਟੀਸੀਪੀ ਕੰਮ ਕਰਦਾ ਹੈ। ਟੀਸੀਪੀ ਪਹਿਲਾਂ ਰਿਕੁਐਸਟ ਭੇਜਦਾ ਹੈ, ਪਰ ਉੱਥੋਂ ਕੀ ਆਉਂਦੀ, ਆਪਾਂ ਨੂੰ ਰਿਵਰਟ ਬੈਕ ਇੱਕ ਅਕਨੋਲਜਮੈਂਟ ਆਉਂਦੀ ਆ, ਹਾਂ ਭਾਈ ਤੁਸੀਂ ਮੇਰੇ ਨਾਲ ਕੀ ਕਰ ਸਕਦੇ ਹੋ, ਕਮਿਊਨੀਕੇਟ ਕਰ ਸਕਦੇ ਹੋ। ਪਰ ਯੂਡੀਪੀ ਕੀ ਹੈ, ਇੱਕ ਮੈਨਰਲੈਸ ਹੈ। ਵੈਸੇ ਇਹਨੂੰ ਕਹਿੰਦੇ ਆ ਕਨੈਕਸ਼ਨਲੈਸ। ਮੈਨਰਲੈਸ ਮੈਂ ਤਾਂ ਬੋਲਿਆ, ਤੁਹਾਨੂੰ ਯਾਦ ਕਰਨਾ ਸੌਖਾ ਹੈ। ਕਨੈਕਸ਼ਨਲੈਸ ਇਹ ਕਹਿੰਦਾ ਭਾਈ ਮੈਨੂੰ ਨਹੀਂ ਪਤਾ, ਟੀਚਰ ਭਾਵੇਂ ਫ੍ਰੀ ਹੈ ਭਾਵੇਂ ਜਿਵੇਂ ਮਰਜ਼ੀ ਹੈ, ਜਿਵੇਂ ਮੈਨੂੰ ਕਾਲ ਆਉਂਦੀ ਹੈ। ਹੁਣ ਮੈਨੂੰ ਇੱਕ ਸਵੇਰੇ 5 ਵਜੇ ਵੀ ਕਾਲ ਆ ਜਾਂਦੀ, ਕਈ ਵਾਰੀ ਮੈਨੂੰ ਰਾਤ ਨੂੰ 11 ਵਜੇ ਵੀ ਕਾਲ ਆ ਰਹੀ ਹੁੰਦੀ ਹੈ, ਉਹ ਇੱਕ ਮੈਨਰਲੈਸ ਹੈ। ਮੈਨਰਲੈਸ ਕਿਉਂ ਹੈ, ਕਿਉਂਕਿ ਬੱਚਿਆਂ ਨੂੰ ਪਤਾ ਮੈਂ ਬਿਜ਼ੀ ਹੁੰਨਾ, ਬਟ ਉਹ ਕਦੇ ਵੀ ਨਹੀਂ ਸੋਚਦੇ। ਉਹ ਸਵੇਰੇ 5, 5:30, 6 ਵਜੇ ਵੀ ਕਾਲ ਆ ਰਹੀ ਹੁੰਦੀ ਹੈ, ਰਾਤ ਦੇ 11 ਵਜੇ ਵੀ ਆ ਰਹੀ ਹੁੰਦੀ ਹੈ। ਕਹਿਣ ਦਾ ਮਤਲਬ ਯੂਡੀਪੀ ਇੱਕ ਮੈਨਰਲੈਸ ਹੈ, ਕਨੈਕਸ਼ਨਲੈਸ ਹੈ। ਇਹਨੇ ਡਾਇਰੈਕਟ ਡਾਟਾ ਸੈਂਡ ਕਰਨਾ ਸ਼ੁਰੂ ਕਰ ਦਿੰਦਾ, ਇਹ ਨਹੀਂ ਪੁੱਛਦਾ ਭਾਈ ਤੁਸੀਂ ਫ੍ਰੀ ਹੋ ਜਾਂ ਨਹੀਂ ਫ੍ਰੀ, ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ। ਠੀਕ ਹੈ, ਤਾਂ ਗੱਲ ਸਮਝ ਆ ਗਈ। ਇਹ ਕਨੈਕਸ਼ਨ ਰੈਂਟਡ ਹੁੰਦਾ, ਇਹ ਕਨੈਕਸ਼ਨ ਲੈਸ ਹੁੰਦਾ। ਹੁਣ ਕਹਿੰਦਾ ਕੀ ਹੈ, ਸੈਕੰਡ ਸਟੇਟਮੈਂਟ ਤਾਂ ਹੀ ਸਮਝ ਆਊਗੀ ਆਪਾਂ ਨੂੰ। ਕਹਿੰਦਾ ਯੂਡੀਪੀ ਕਿਸੇ ਵੀ ਨੈਟਵਰਕ ਕਿਸਮ ਤੇ VoIP ਚਲਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਤਾਂ ਬਿਲਕੁਲ ਠੀਕ ਹੈ ਰਾਜੇ, ਯੂਡੀਪੀ ਨੂੰ ਕੋਈ ਮਤਲਬ ਨਹੀਂ ਹੈਗਾ, ਉਹਨੇ ਤਾਂ ਡਾਟਾ ਸੈਂਡ ਕਰਨਾ ਹੈ। ਤਾਂ ਯੂਡੀਪੀ ਕਿਸੇ ਵੀ ਨੈਟਵਰਕ ਦੇ ਉੱਪਰ ਚੱਲ ਜਾਂਦਾ ਹੈ, ਇਹਨੂੰ ਨਹੀਂ ਮਤਲਬ ਹੈਗਾ, ਇਹਨੇ ਡਾਇਰੈਕਟ ਡਾਟਾ ਸੈਂਡ ਕਰਨਾ ਸ਼ੁਰੂ ਕਰ ਦੇਣਾ। ਤਾਂ ਕਹਿਣ ਦਾ ਮਤਲਬ ਫਸਟ ਐਂਡ ਸੈਕੰਡ ਕੀ ਹੋ ਗਈਆਂ, ਟਰੂ ਹੋ ਗਈਆਂ। ਹੁਣ VoIP ਰਾਜੇ 1 ਘੰਟੇ ਦੀ ਵੀਡੀਓ ਪਈ ਹੈ, ਸ਼ਾਇਦ 45 ਮਿੰਟ ਦੀ ਹੈਗੀ ਹੈ। ਤੁਹਾਨੂੰ ਮੈਂ ਥੋੜਾ ਜਿਹਾ ਸਮਝਾ ਦਿੰਦਾ। VoIP ਹੈ ਕੀ ਹੈ, ਬੇਸਿਕਲੀ ਜਿਵੇਂ ਪੁਰਾਣਾ ਆਪਣੇ ਕੋਲੇ ਟੈਲੀਫੋਨ ਸਿਸਟਮ ਹੁੰਦਾ ਸੀਗਾ ਰਾਜੇ, ਉਹ ਐਨਾਲੌਗ ਸਿਸਟਮ ਹੁੰਦਾ ਸੀਗਾ, ਕਿਉਂਕਿ ਆਪਾਂ ਆਪਣੀ ਜਿਹੜੀ ਵੌਇਸ ਹੁੰਦੀ ਹੈ ਰਾਜੇ, ਉਹ ਸਾਈਨ ਵੇਵ ਦੇ ਵਿੱਚ ਹੁੰਦੀ ਹੈ, ਕੰਟੀਨਿਊਸ ਫਾਰਮ ਦੇ ਵਿੱਚ ਕੰਮ ਕਰਦੀ ਹੈ। ਤੇ ਜਿਹੜਾ ਡਿਜੀਟਲ ਹੁੰਦਾ ਰਾਜੇ, ਉਹ 0 ਤੇ 1 ਦੇ ਵਿੱਚ ਕੰਮ ਕਰਦਾ ਹੈ। ਤਾਂ ਦੋਵਾਂ ਦਾ ਕੰਬੀਨੇਸ਼ਨ ਹੈ ਰਾਜੇ VoIP। ਪੁਰਾਣਾ ਟੈਲੀਫੋਨ ਸਿਸਟਮ ਨੂੰ ਤੇ ਡਿਜੀਟਲ ਸਿਗਨਲ ਨੂੰ ਮੈਂ ਯੂਜ਼ ਕਰਕੇ ਇੱਕ ਨਵਾਂ IP ਪੈਕਟ ਬਣਾਤਾ, ਤਾਂ ਉਹਨੂੰ ਮੈਂ ਕਹਿਤਾ VoIP, ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ। ਤਾਂ ਇੰਟਰਨੈਟ ਦੀ ਵਰਤੋਂ ਕਰਕੇ ਮੈਂ ਕੀ ਕਰਦਾ, ਇੱਕ ਕਾਲਿੰਗ ਕਰਵਾਉਣਾ ਹੈ। ਠੀਕ ਹੈ, ਤਾਂ ਕਹਿੰਦਾ ਮੈਥਡ ਆਫ ਕਨਵਰਟਿੰਗ ਦਾ ਐਨਾਲੌਗ ਆਡੀਓ ਸਿਗਨਲ ਟੂ ਦਾ ਡਿਜੀਟਲ ਡਾਟਾ ਪੈਕਟਸ that can transmit over the internet via internet protocol, ਜਿਹਨੂੰ ਆਪਾਂ IP ਪ੍ਰੋਟੋਕਾਲ ਕਹਿੰਦੇ ਆ, ਉਹਨੂੰ ਕੀ ਕਹਿ ਦਿੰਦੇ ਆ ਆਪਾਂ, VoIP ਕਹਿ ਦਿੰਦੇ ਆ। ਬਾਕੀ ਡਿਟੇਲ ਚ ਤੁਸੀਂ ਪਲੀਜ਼ ਵੀਡੀਓ ਦੇਖ ਲਿਓ। ਓਕੇ ਹੈ ਜੀ, ਕਿਉਂਕਿ ਮੈਂ ਇੱਥੇ ਪੜਾਉਣ ਲੱਗ ਗਿਆ ਰਾਜੇ, ਬਹੁਤ ਲੰਬੀ ਹੋ ਜੂਗੀ ਨਾ ਵੀਡੀਓ, ਫਿਰ ਬੱਚਿਆਂ ਦਾ ਇੰਟਰਸਟ ਲੂਜ਼ ਹੋ ਜਾਂਦਾ ਹੈ। ਨੈਕਸਟ ਗੱਲ ਕਰਦੇ ਆ ਜੀ, ਆ ਤੁਸੀਂ ਹੁਣ ਕੁਐਸਚਨ ਦਾ ਆਨਸਰ ਆਪਣੇ ਆਪ ਕਰ ਸਕਦੇ ਹੋ ਬਿਨਾਂ ਪੜ੍ਹੇ। ਕਹਿੰਦਾ ਇੱਕ ਕ੍ਰਿਪਟੋ ਸਿਸਟਮ ਜਿੱਥੇ ਕਿ ਇਨਕ੍ਰਿਪਸ਼ਨ ਅਤੇ ਡੀਕ੍ਰਿਪਸ਼ਨ ਲਈ ਡੈਸ਼ ਵੱਖ-ਵੱਖ ਕੁੰਜੀਆਂ। ਕਹਿਣ ਦਾ ਮਤਲਬ ਕਹਿੰਦਾ ਇੱਕ ਇਦਾਂ ਦਾ ਕ੍ਰਿਪਟੋ ਸਿਸਟਮ ਹੈ ਜਿੱਥੇ ਇਨਕ੍ਰਿਪਸ਼ਨ ਤੇ ਡਿਕ੍ਰਿਪਸ਼ਨ ਵਾਸਤੇ ਆਪਾਂ ਕਿੰਨੀਆਂ ਕੀਜ਼ ਯੂਜ਼ ਕਰਦੇ ਆ। ਤਾਂ ਮੇਰੇ ਮੂੰਹ ਚ ਨਿਕਲ ਹੀ ਗਿਆ ਆਨਸਰ, 2 ਕਰਦੇ ਆ ਰਾਜੇ। ਕਿਹੜੀਆਂ? ਤੁਹਾਨੂੰ ਮੈਂ ਦੱਸਿਆ ਸੀ, ਇੱਕ ਤਾਂ ਪਬਲਿਕ ਹੁੰਦੀ ਹੈ, ਇੱਕ ਕੀ ਹੁੰਦੀ ਹੈ, ਪ੍ਰਾਈਵੇਟ। ਤਾਂ ਤੁਹਾਨੂੰ ਮੈਂ ਪੜ੍ਹਾ ਚੁੱਕਿਆ, 2 ਕੀਜ਼ ਯੂਜ਼ ਹੁੰਦੀਆਂ ਰਾਜੇ। ਤਾਂ ਇਹਨੂੰ ਕਹਿ ਦਿੰਦੇ ਆ ਜੀ ਸਿਮੈਟ੍ਰਿਕ ਔਰ ਐਸਿਮੈਟ੍ਰਿਕ। ਤਾਂ ਆਪਾਂ ਜਿਹੜਾ ਜਿੱਥੇ 2 ਯੂਜ਼ ਹੁੰਦੀਆਂ ਰਾਜੇ, ਉਹ ਐਸਿਮੈਟ੍ਰਿਕ ਹੁੰਦਾ। ਜਿਵੇਂ ਸੈਂਡਰ ਹੈ, ਪਲੇਨ ਟੈਕਸਟ ਹੈ, ਉੱਥੇ ਪਬਲਿਕ ਕੀ ਯੂਜ਼ ਜਾਂ ਪ੍ਰਾਈਵੇਟ ਕੀ ਯੂਜ਼ ਕਰਦੇ ਆਪਾਂ ਸਾਈਫਰ ਟੈਕਸਟ ਵਾਸਤੇ, ਤੇ ਸੈਂਟਰ ਸਾਈਡ ਕੀ ਕਰਦੇ ਆ, ਰਿਸੀਵਰ ਸਾਈਡ ਕੀ ਕਰਦੇ ਆ, ਪ੍ਰਾਈਵੇਟ ਕੀ ਯੂਜ਼ ਕਰਦੇ ਆ। ਤਾਂ ਕਹਿਣ ਦਾ ਮਤਲਬ ਕਿੰਨੀਆਂ ਕੀ ਯੂਜ਼ ਕਰਦੇ ਆ, 3 1 4 2। ਤਾਂ ਤੁਹਾਨੂੰ ਪਤਾ 2 ਹੀ ਕੀ ਯੂਜ਼ ਹੁੰਦੀਆਂ, ਮੈਕਸਿਮਮ 2 ਕੀ ਹੁੰਦੀਆਂ, ਇਸ ਤੋਂ ਵੱਧ ਹੁੰਦੀਆਂ ਹੀ ਨਹੀਂ ਗੀਆਂ। ਤਾਂ ਐਸਿਮੈਟ੍ਰਿਕ ਦੇ ਵਿੱਚ 2 ਹੁੰਦੀਆਂ, ਸਿਮੈਟ੍ਰਿਕ ਦੇ ਵਿੱਚ 1 ਹੁੰਦੀ ਹੈ। ਠੀਕ ਹੈ, ਪ੍ਰਾਈਵੇਟ ਕੀ ਹੁੰਦੀ ਉਹ ਚ ਇਕੱਲੀ। ਕਲੀਅਰ ਹੈ ਜੀ, ਇਹਨੂੰ ਬਾਕੀ ਡਿਟੇਲ ਚ ਪੜ੍ਹ ਲਿਓ ਪਲੀਜ਼, ਮੈਂ ਵਾਰ-ਵਾਰ ਕਹਿ ਰਿਹਾ, ਬਹੁਤ ਇੰਪੋਰਟੈਂਟ ਹੈ ਸਬ ਇੰਸਪੈਕਟਰ ਵਾਸਤੇ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਜੀ ਮੈਗਨੈਟਿਕ ਡਿਸਕਾਂ ਦੇ ਵਿੱਚ, ਮੈਗਨੈਟਿਕ ਡਿਸਕ ਸਮਝਦੇ ਹੋ ਨਾ, ਜਿਹਨੂੰ ਆਪਾਂ ਹਾਰਡ ਡਿਸਕ ਕਹਿ ਦਿੰਦੇ ਆ। ਹਾਰਡ ਡਿਸਕ ਹੋ ਗਈ, ਫਲੋਪੀ ਡਿਸਕ ਡਰਾਈਵ ਹੋ ਗਈ, ਹਾਰਡ ਡਿਸਕ ਡਰਾਈਵ ਹੋ ਗਈ, ਸਾਰੀਆਂ ਕੀ ਹੁੰਦੀਆਂ, ਮੈਗਨੈਟਿਕ ਮੀਡੀਅਮ ਹੁੰਦਾ। ਇੱਕ ਹੁੰਦਾ ਆਪਟੀਕਲ ਜਿਹਦੇ ਵਿੱਚ ਲੇਜ਼ਰ ਬੀਮ ਯੂਜ਼ ਹੁੰਦੀ ਹੈ, ਲਾਈਟ ਸੋਰਸ, ਜਿਵੇਂ CD DVD ਹੋ ਗਈ ਤੁਹਾਡੀ। ਠੀਕ ਹੈ ਜੀ, ਇਹ ਚੀਜ਼ਾਂ ਮੈਂ ਕਰਵਾਈਆਂ ਹੋਈਆਂ, ਤਾਂ ਡਿਟੇਲ ਚ ਪੜ੍ਹ ਲਿਓ। ਹੁਣ ਕਹਿੰਦਾ ਕੀ ਹੈ, ਕਹਿੰਦਾ ਜੀ ਮੈਗਨੈਟਿਕ ਡਿਸਕਾਂ ਦੇ ਵਿੱਚ ਕਹਿੰਦਾ ਰੀਡ ਰਾਈਟ ਹੈਡ ਜਿਹੜਾ ਹੁੰਦਾ, ਉਹ ਕਹਿੰਦਾ ਜਿੱਥੇ ਡਾਟਾ ਪਿਆ ਹੁੰਦਾ ਉਸ ਟਰੈਕ ਤੇ ਜਾਣ ਵਾਸਤੇ ਜਿਹੜਾ ਸਮਾਂ ਲੱਗਦਾ, ਉਸ ਸਮੇਂ ਨੂੰ ਕਹਿੰਦੇ ਕੀ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਚਾਹੇ ਉਹ PTE+ ਬੋਰਡ ਵਾਸਤੇ ਚਲੇ ਜਾਓ, ਚਾਹੇ ਚਲੇ ਜਾਓ ਤੁਸੀਂ ਸਬ ਇੰਸਪੈਕਟਰ ਵਾਸਤੇ। 2 ਚੀਜ਼ਾਂ ਹੁੰਦੀਆਂ ਰਾਜੇ, ਇੱਕ ਤਾਂ ਹੁੰਦਾ ਸੀਕ ਟਾਈਮ, ਇੱਕ ਹੁੰਦਾ ਲੈਟੈਂਸੀ ਟਾਈਮ। ਇੱਕ ਕੀ ਹੁੰਦਾ, ਲੈਟੈਂਸੀ ਟਾਈਮ। ਹੁਣ ਦੋਵੇਂ ਟਾਈਮ ਦੇ ਵਿੱਚ ਫਰਕ ਸਮਝਣਾ ਰਾਜੇ, ਦੋਨੇ ਕੁਐਸਚਨ ਵਾਰ-ਵਾਰ ਆਉਂਦੇ ਆ। ਠੀਕ ਹੈ, ਆ ਕਦੇ ਵੀ ਨਹੀਂ ਪੁੱਛਦੇਗੇ, ਆ 2 ਟਾਈਮ ਪੁੱਛਦੇ ਆ। ਹੁਣ ਕੁਐਸਚਨ ਤੁਹਾਨੂੰ ਮੈਂ ਸਮਝਾ ਦਿੰਦਾ। ਪਹਿਲਾਂ ਕੁਐਸਚਨ ਕਹਿੰਦਾ ਕੀ ਹੈ, ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਹੈ। ਜਿਹੜੀ ਹਾਰਡ ਡਿਸਕ ਹੁੰਦੀ ਰਾਜੇ, ਉਹਦੇ ਵਿੱਚ ਪਲੇਟਰ ਹੁੰਦੇ ਆ। ਪਲੇਟਰ ਦਾ ਮਤਲਬ ਕੀ ਹੁੰਦਾ, ਇੱਕ ਸਰਕੂਲਰ ਮੇਰੇ ਕੋਲੇ ਕੀ ਹੁੰਦਾ, ਪਲੇਟਰ ਹੁੰਦਾ ਹੈ। ਤਾਂ ਹਾਰਡ ਡਿਸਕ ਦੇ ਵਿੱਚ ਜਿਹੜਾ ਪਲੇਟਰ ਹੁੰਦਾ ਰਾਜੇ, ਉਹ ਟਰੈਕ ਤੇ ਸੈਕਟਰ ਦੀ ਫਾਰਮ ਦੇ ਵਿੱਚ ਹੁੰਦਾ, ਜਿਹੜੇ ਆ ਟਰੈਕ ਹੁੰਦੇ ਆ। ਹੁਣ ਹਰੇਕ ਟਰੈਕ ਦੇ ਵਿੱਚ ਅਲੱਗ-ਅਲੱਗ ਡਾਟਾ ਪਿਆ ਹੁੰਦਾ ਰਾਜੇ। ਮੰਨ ਲਓ ਜਿਵੇਂ ਮੈਂ ਆ ਮੰਨ ਲਵਾਂ, ਇਹ ਟਰੈਕ 1 ਹੈ, ਆ ਟਰੈਕ 2 ਹੈ, ਆ ਟਰੈਕ 3 ਹੈ, ਆ ਟਰੈਕ 4 ਹੈ। ਇਹ ਅਲੱਗ-ਅਲੱਗ ਟਰੈਕ ਦੇ ਵਿੱਚ ਕੀ ਹੁੰਦਾ, ਡਾਟਾ ਪਿਆ ਹੁੰਦਾ। ਇੱਕ ਹੁੰਦਾ ਰਾਜੇ ਰੀਡ ਰਾਈਟ ਹੈਡ ਦਾ ਕੰਮ ਕੀ ਹੁੰਦਾ ਰਾਜੇ, ਹੈਡ ਦਾ ਕੰਮ ਹੁੰਦਾ ਵੀ ਜਿਹੜਾ ਟਰੈਕ ਦੇ ਥੱਲੇ ਆ ਜਾਊਗਾ, ਉਹ ਡਾਟਾ ਕੀ ਕਰੂਗਾ, ਇਹ ਰੀਡ ਰਾਈਟ ਕਰੂਗਾ, ਹਨਾ। ਰੀਡ ਵੀ ਕਰੂਗਾ, ਰਾਈਟ ਵੀ ਕਰੂਗਾ, ਹਨਾ। ਆਪਾਂ CD ਨੂੰ ਰੀਡ ਵੀ ਕਰ ਸਕਦੇ ਹਾਂ, ਰਾਈਟ ਵੀ ਕਰ ਸਕਦੇ ਹਾਂ। ਤਾਂ ਕਹਿੰਦਾ ਵੀ ਜੇ ਮੰਨ ਲਓ ਹੁਣ ਜਿਹੜਾ ਰੀਡ ਰਾਈਟ ਹੈਡ ਮੇਰਾ ਇੱਥੇ ਖੜਾ ਹੈ, ਟਰੈਕ ਨੰਬਰ ਮੰਨ ਲਓ ਇਹ ਟਰੈਕ ਨੰਬਰ 4 ਤੇ ਖੜਾ ਹੈ,
ਜਿਹੜਾ ਡਾਟਾ ਮੇਰਾ ਪਿਆ ਰਾਜੇ ਇੱਥੇ ਪਿਆ 1 ਨੰਬਰ ਤੇ, ਇਹਨੂੰ 4 ਨੰਬਰ ਤੋਂ ਘੁੰਮ ਕੇ ਇੱਕ ਨੰਬਰ ਤੇ ਆਉਣ ਤੇ ਜਿੰਨਾ ਟਾਈਮ ਲੱਗੂਗਾ ਰਾਜੇ ਨੂੰ ਆਪਾਂ ਕੀ ਕਹਿ ਦਾਂਗੇ ਸੀਕ ਟਾਈਮ ਕਹਿ ਦਾਂਗੇ, ਕਿਉਂਕਿ ਡਾਟਾ ਕਿੱਥੇ ਪਿਆ ਰਾਜੇ ਮੇਰਾ ਇੱਥੇ ਪਿਆ। ਤਾਂ ਟਰੈਕ ਤੋਂ ਘੁੰਮ ਕੇ ਉਹ ਕਿਸ ਮਤਲਬ 4 ਨੰਬਰ ਟਰੈਕ ਤੋਂ ਘੁੰਮ ਕੇ 1 ਨੰਬਰ ਟਰੈਕ ਤੇ ਆਉਣ ਤੇ ਜਿੰਨਾ ਟਾਈਮ ਲੱਗ ਰਿਹਾ ਉਹਨੂੰ ਕਹਿ ਦਾਂਗੇ ਸੀਕ ਟਾਈਮ। ਬਟ ਫਰਦਰ ਜਿਹੜਾ ਇਹ ਟਰੈਕ ਹੁੰਦੇ ਆ ਰਾਜੇ ਇਹ ਸੈਕਟਰ ਦੇ ਵਿੱਚ ਡਿਵਾਈਡ ਹੁੰਦੇ ਆ, ਜਿਵੇਂ ਮੰਨ ਲਓ 4 ਸੈਕਟਰ 5 ਸੈਕਟਰ 6 ਸੈਕਟਰ, ਜਿਹੜਾ ਹੁਣ ਆ ਇੱਕ ਪੋਰਸ਼ਨ ਬਣ ਗਿਆ ਇਹ ਅਲੱਗ ਸੈਕਟਰ ਹੈ, ਇਹ ਅਲੱਗ ਸੈਕਟਰ ਹੈ, ਇਹ ਅਲੱਗ ਸੈਕਟਰ ਹੈ, ਇਹ ਅਲੱਗ ਸੈਕਟਰ ਹੈ। ਹੁਣ ਸੈਕਟਰ ਕਾਹਦੇ ਵਾਸਤੇ ਡਿਵਾਈਡ ਕੀਤੇ ਜਾਂਦੇ ਰਾਜੇ, ਸੈਕਟਰ ਤਾਂ ਡਿਵਾਈਡ ਕੀਤੇ ਜਾਂਦੇ ਆ ਵੀ ਡਾਟਾ ਲੱਭਣਾ ਸੌਖਾ ਹੋ ਜੇ। ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ, ਇਹ ਡਾਇਗਰਾਮ ਥੋੜੀ ਜਿਹੀ ਹੌਚ ਪੌਚ ਹੋ ਗਈ ਹੈ, ਅੱਗੇ ਥੋੜੀ ਜਿਹੀ ਸਾਫ਼ ਡਾਇਗਰਾਮ ਦਿਖਾਉਣਾ ਤੁਹਾਨੂੰ ਮੈਂ। ਪਹਿਲਾਂ ਤੁਹਾਨੂੰ ਮੈਂ ਪੜ੍ਹਾ ਦੇਵਾਂ ਸੀਕ ਟਾਈਮ ਹੁੰਦਾ ਕੀ ਹੈ, ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਡਾਇਗਰਾਮ ਦੇ ਵਿੱਚ ਹੋਰ ਜ਼ਿਆਦਾ ਡਿਟੇਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਬਾਰੀ ਕਾਫੀ ਸਾਰਾ ਇੰਪੋਰਟੈਂਟ ਟੌਪਿਕ ਹੈ ਇਹ। ਹੁਣ ਸੀਕ ਟਾਈਮ ਹੁੰਦਾ ਕੀ ਹੈ, ਕਹਿੰਦਾ ਜੀ ਸੀਕ ਟਾਈਮ ਦਾ ਟਾਈਮ ਟੇਕਨ ਫॉर a disk drive to the locate the area on the disk which the data is to be read or is stored। ਕਹਿਣ ਦਾ ਮਤਲਬ ਉਹ ਟਰੈਕ ਲੱਭਣਾ ਜਿਹਦੇ ਉੱਤੇ ਆਪਣਾ ਕੀ ਹੁੰਦਾ ਡਾਟਾ ਸਟੋਰ ਕੀਤਾ ਹੋਇਆ, ਉਹਨੂੰ ਆਪਾਂ ਕਹਿ ਦਾਂਗੇ ਜੀ ਸੀਕ ਟਾਈਮ। ਹੁਣ ਲੱਭਦਾ ਕਿਵੇਂ ਆ ਰਾਜੇ, ਉਹ ਤੁਹਾਨੂੰ ਮੈਂ ਅੱਗੇ ਜਾ ਕੇ ਡਾਇਗਰਾਮ 'ਚ ਸਮਝਾਉਣਾ ਹੈ, ਠੀਕ ਹੈ। ਹੁਣ ਹੁੰਦਾ ਕੀ ਹੈ ਰਾਜੇ, ਜਿਵੇਂ ਮੰਨ ਲਓ ਆਹ ਟਰੈਕ ਨੰਬਰ ਮੈਂ ਜੇ ਮੰਨ ਲਓ ਇੱਥੋਂ ਸ਼ੁਰੂ ਕਰ ਦੇਣਾ, ਟਰੈਕ ਨੰਬਰ 1 ਹੈ, ਆ 2 ਆ, ਆ 3 ਹੈ, ਆ 4 ਆ, 5 ਹੈ। ਕਰੰਟਲੀ ਆਪਾਂ ਇੱਥੇ ਖੜੇ ਆ, ਠੀਕ ਹੈ। ਤਾਂ ਆ ਰੀਡ ਰਾਈਟ ਹੈਡ ਮੇਰਾ ਘੁੰਮ ਰਿਹਾ ਹੈ ਤੇ ਡਾਟਾ ਮੇਰਾ ਸਪੋਜ਼ ਇੱਥੇ ਪਿਆ 3 ਨੰਬਰ ਦੇ ਵਿੱਚ ਪਿਆ, ਠੀਕ ਹੈ, 3 ਨੰਬਰ ਦੇ ਵਿੱਚ ਪਿਆ। ਉਹ ਘੁੰਮ ਕੇ ਜਿਹੜਾ ਇੱਥੋਂ ਤੱਕ ਆਉਣ ਤੱਕ ਟਾਈਮ ਲੱਗ ਰਿਹਾ ਰਾਜੂ ਨੂੰ ਆਪਾਂ ਕੀ ਕਹਿ ਦਾਂਗੇ ਸੀਕ ਟਾਈਮ ਕਹਿ ਦਾਂਗੇ। ਗੱਲ ਸਮਝ ਆ ਗਈ, ਇਹਨੂੰ ਆਪਾਂ ਕੀ ਕਹਿ ਦਾਂਗੇ ਸੀਕ ਟਾਈਮ ਕਹਿ ਦਾਂਗੇ। ਬਟ ਹੁਣ ਕੰਮ ਨੂੰ ਹੋਰ ਸੌਖਾ ਕਰਨ ਵਾਸਤੇ ਹਾਰਡ ਡਿਸਕ ਨੇ ਕੀ ਕੀਤਾ, ਇਹਨੂੰ ਜਿਵੇਂ ਸੈਕਟਰ ਵਾਈਜ਼ ਡਿਵਾਈਡ ਕਰ ਲਿਆ। ਜਿਵੇਂ ਮੰਨ ਲਓ ਆ ਜਿਹੜਾ ਪੋਰਸ਼ਨ ਹੈਗਾ, ਜਿਵੇਂ ਮੰਨ ਲਓ ਮੈਂ ਜਿੱਥੇ ਮੈਂ ਆ ਕਰ ਰਿਹਾ ਇਹ ਸੈਕਟਰ 1 ਹੈ, ਆ ਸੈਕਟਰ 2 ਹੈ, ਆ ਸੈਕਟਰ 3 ਹੈ, ਆ ਸੈਕਟਰ ਕੀ ਹੈ 4 ਹੈ। ਹੁਣ ਡਾਟਾ ਸਾਰੇ ਪਾਸੇ ਘੁੰਮ ਕੇ ਲੱਭਣ ਨਾਲੋਂ ਕੀ ਕਰਦਾ, ਉਹ ਕਹਿੰਦਾ ਸੈਕਟਰ ਵਾਈਜ਼ ਆਪਾਂ ਲੱਭ ਸਕਦੇ ਹਾਂ। ਹੁਣ ਮੰਨ ਲਓ ਆ ਸੈਕਟਰ ਵਾਈਜ਼ ਕੀ ਹੈ, ਮੰਨ ਲਓ ਇੱਥੋਂ ਸਟਾਰਟ ਹੋ ਕੇ ਡਾਟਾ ਇੱਥੇ ਹੈ, ਤਾਂ ਆ 1 ਨੰਬਰ ਟਰੈਕ ਹੋ ਗਿਆ, ਇਹ 2 ਨੰਬਰ ਹੋ ਗਿਆ, ਇਹ 3 ਨੰਬਰ ਹੋ ਗਿਆ, 4 ਨੰਬਰ ਹੋ ਗਿਆ। ਉਹਨੇ ਇੰਨੇ ਪੋਰਸ਼ਨ 'ਚ ਪਹਿਲਾਂ ਚੈੱਕ ਕਰ ਲੈਣਾ। ਜਿਹੜਾ ਸੈਕਟਰ ਵਾਈਜ਼ ਚੈੱਕ ਕਰੂਗਾ ਰਾਜੂ ਨੂੰ ਆਪਾਂ ਕੀ ਕਹਿ ਦਾਂਗੇ ਲੇਟੈਂਸੀ ਟਾਈਮ ਕਹਿ ਦਾਂਗੇ। ਬਾਕੀ ਇਹ ਕਿਸੇ ਹੋਰ ਡਿਟੇਲ 'ਚ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਅਲੱਗ ਤੋਂ ਇੱਕ ਵੀਡੀਓ ਬਣਾ ਦੂੰਗਾ 10-15 ਮਿੰਟ ਦੀ, ਜੇ ਕਹੋਗੇ ਕਮੈਂਟ ਕਰ ਦਿਓ, ਮੈਂ ਅਲੱਗ ਤੋਂ ਵੀਡੀਓ ਬਣਾ ਦੂੰਗਾ। ਵੈਸੇ ਤੁਹਾਨੂੰ ਸਮਝ ਆ ਗਿਆ ਹੋਊਗਾ। ਬਾਕੀ ਜਿਹੜੀ ਆਹ ਡਾਇਗਰਾਮ ਜਿਹੜੀ ਅੱਗੇ ਆ ਰਹੀ ਹੈ ਤੁਹਾਨੂੰ ਸਾਰਾ ਤੁਹਾਡੇ ਜਿਹੜੇ ਹੈਗੇ ਆ ਡਾਊਟ ਕਲੀਅਰ ਕਰ ਦੂਗੀ। ਜਿਵੇਂ ਆ ਆਪਣੇ ਕੀ ਹੁੰਦੇ ਜੀ ਟਰੈਕ, ਜਿਵੇਂ ਮੰਨ ਲਓ ਆ ਤੇ ਇੱਥੋਂ ਲੈ ਕੇ ਆ ਸਾਰੇ ਟਰੈਕ ਹੋਣਗੇ। ਸਪੋਜ਼ ਇੱਥੇ ਟਰੈਕ 1 ਹੈ, 2 ਹੈ, 3 ਹੈ। ਜਿਹੜਾ ਆਹ ਗੈਪ ਹੈ ਰਾਜੀ ਨੂੰ ਆਪਾਂ ਕੀ ਕਹਿ ਦਾਂਗੇ ਸੀਕ ਟਾਈਮ ਕਹਿ ਦਾਂਗੇ। ਜਿਹੜੇ ਸੈਕਟਰ ਹੁੰਦੇ ਰਾਜੇ ਉਹ ਇਸ ਤਰ੍ਹਾਂ ਡਿਵਾਈਡ ਹੁੰਦੇ ਆ ਨਾ, ਤਾਂ ਜਿਹੜਾ ਆਹ ਗੈਪ ਹੋਊਗਾ ਰਾਜੂ ਨੂੰ ਆਪਾਂ ਕੀ ਕਹਿ ਦਾਂਗੇ ਲੇਟੈਂਸੀ ਟਾਈਮ ਕਹਿ ਦਾਂਗੇ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਹੁਣ ਕਹਿੰਦਾ ਕੀ ਸੀਗਾ ਰਾਜੇ, ਉਹਨੇ ਆਹੀ ਕਿਹਾ, ਕਹਿੰਦਾ ਮੈਗਨੈਟਿਕ ਡਿਸਕ ਦੇ ਵਿੱਚ ਜਿਹੜਾ ਰੀਡ ਰਾਈਟ ਹੈਡ ਹੈਗਾ ਉਹ ਉਸ ਟਰੈਕ ਤੇ ਜਾਣ ਵਾਸਤੇ ਜਿੰਨਾ ਸਮਾਂ ਲੈ ਰਿਹਾ ਜਿੱਥੇ ਡਾਟਾ ਪਿਆ ਹੈ ਉਹਨੂੰ ਆਪਾਂ ਕੀ ਕਵਾਂਗੇ ਸੀਕ ਟਾਈਮ ਕਵਾਂਗੇ। ਜੇ ਸੈਕਟਰ ਦੀ ਗੱਲ ਕਰੂਗਾ ਫਿਰ ਕੀ ਆਨਸਰ ਆ ਜਾਊਗਾ ਲੇਟੈਂਸੀ ਟਾਈਮ ਆ ਜਾਊਗਾ। ਬਾਕੀ ਕੋਈ ਗੱਲ ਨਹੀਂ, ਲੇਟੈਂਸੀ ਟਾਈਮ ਵਾਲਾ ਵੀ ਇੱਕ ਕੁਐਸਚਨ ਆਊਗਾ, ਉਹ ਅਗਲੀ ਵੀਡੀਓ 'ਚ ਪਾਵਾਂਗੇ ਆਪਾਂ। ਤਾਂ ਮੈਂ ਇਕੱਠੇ ਨਹੀਂ ਪਾਏ, ਤੁਸੀਂ ਇੱਥੇ ਕਨਫਿਊਜ਼ ਨਾ ਹੋ ਜਾਓ। ਤਾਂ ਸੀਕ ਟਾਈਮ ਸਮਝ ਆ ਗਿਆ, ਲੇਟੈਂਸੀ ਟਾਈਮ ਵੀ ਸਮਝ ਆ ਗਿਆ ਹੋਊਗਾ। ਜੇ ਨਹੀਂ ਸਮਝ ਆਇਆ ਰਾਜੇ ਪਲੀਜ਼ ਮੈਨੂੰ ਕਮੈਂਟ ਕਰ ਦਿਓ, ਮੈਂ ਅਲੱਗ ਤੋਂ ਇੱਕ ਵੀਡੀਓ ਛੋਟੀ ਜਿਹੀ ਬਣਾ ਦੂੰਗਾ 5-7 ਮਿੰਟ ਦੀ। ਅਗਲਾ ਕੁਐਸਚਨ ਬਹੁਤ ਸੌਖਾ, ਕਹਿੰਦਾ ਜੀ ਕੰਪਿਊਟਰ ਹਾਰਡਵੇਅਰ ਜਾਂ ਸੌਫਟਵੇਅਰ ਤੋਂ ਕਹਿੰਦਾ ਤਰੁੱਟੀਆਂ ਹੁੰਦੀਆਂ ਰਾਜੇ ਐਰਰ। ਕਹਿੰਦਾ ਜੀ ਕੰਪਿਊਟਰ ਸੌਫਟਵੇਅਰ ਦੀ ਗੱਲ ਕਰ ਲਈਏ ਜਾਂ ਹਾਰਡਵੇਅਰ ਦੀ ਗੱਲ ਕਰ ਲਈਏ, ਉਹਦੇ ਉੱਪਰੋਂ ਕਹਿੰਦਾ ਐਰਰ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ ਰਾਜੇ। ਕੰਪਿਊਟਰ ਦੇ ਵਿੱਚ ਜਿਹੜੀ ਐਰਰ ਹੁੰਦੀ ਉਹਨੂੰ ਕੀ ਕਹਿੰਦੇ ਆਪਾਂ ਬੱਗ ਕਹਿੰਦੇ ਆ। ਇਹ ਯਾਦ ਰੱਖਣਾ, ਵੀ ਕੁਐਸਚਨ ਬਹੁਤ ਵਾਰੀ ਪੁੱਛਦੇ ਹੁੰਦੇ ਆ ਕਿ ਇਨ ਦਾ ਕੰਪਿਊਟਰ ਸੌਫਟਵੇਅਰ ਐਰਰ ਨੂੰ ਆਪਾਂ ਕੀ ਕਹਿੰਦੇ ਰਾਜੇ ਬੱਗ ਕਹਿੰਦੇ ਆ। ਜੇ ਹਾਰਡਵੇਅਰ 'ਚ ਕੋਈ ਐਰਰ ਆ ਰਹੀ ਉਹਨੂੰ ਆਪਾਂ ਬੱਗ ਕਵਾਂਗੇ। ਤੇ ਡੀਬਗ ਦਾ ਮਤਲਬ ਹੁੰਦਾ ਰਾਜੇ ਐਰਰ ਨੂੰ ਹਟਾਉਣਾ। ਪਹਿਲਾਂ ਤਾਂ ਐਰਰ ਆਪਾਂ ਨੂੰ ਮਿਲ ਗਈ, ਉਸ ਐਰਰ ਨੂੰ ਹਟਾਉਣਾ ਵੀ ਆਪਾਂ, ਤਾਂ ਉਹਨੂੰ ਆਪਾਂ ਕਿਵੇਂ ਹਟਾ ਸਕਦੇ ਹਾਂ ਰਾਜੇ ਡੀਬਗ ਕਰਕੇ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡੀਬਗ ਕਰਨਾ, ਜਾਂ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿ ਦਾਂਗੇ ਡੀਬਗਿੰਗ। ਕੀ ਕਹਿ ਦਾਂਗੇ ਇਸ ਪ੍ਰੋਸੈਸ ਨੂੰ ਡੀਬਗਿੰਗ ਕਹਿ ਦਾਂਗੇ। ਤਾਂ ਕਹਿੰਦਾ ਜੀ ਕੰਪਿਊਟਰ ਹਾਰਡਵੇਅਰ ਤੇ ਸੌਫਟਵੇਅਰ ਦੇ ਵਿੱਚੋਂ ਐਰਰ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਰਾਜੇ ਆਪਾਂ ਡੀਬਗਿੰਗ ਕਹਿੰਦੇ ਆ। ਤਾਂ ਯਾਦ ਰੱਖ ਲਿਓ, ਇੱਕ ਕੁਐਸਚਨ ਪੁੱਛਿਆ ਜਾਂਦਾ ਐਰਰ ਨੂੰ ਕੀ ਕਹਿੰਦੇ ਆਪਾਂ ਬੱਗ ਕਹਿੰਦੇ ਆ। ਇਹ ਤੁਹਾਨੂੰ ਆਉਂਦਾ ਹੀ ਹੋਊਗਾ ਵੈਸੇ, ਜੇ ਨਹੀਂ ਆਉਂਦਾ ਤਾਂ ਪਲੀਜ਼ ਨੋਟ ਕਰ ਲਿਓ। ਨੈਕਸਟ ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਨਹੀਂ ਹੈਗਾ। ਤਾਂ ਮੈਂ ਦੋ ਕਰਾਏ ਹੋਏ ਰਾਜੇ, ਇੱਕ ਤਾਂ ਸਿਸਟਮ ਸੌਫਟਵੇਅਰ ਹੁੰਦਾ, ਇੱਕ ਹੁੰਦਾ ਜੀ ਐਪ, ਜਿਹਨੂੰ ਆਪਾਂ ਕਹਿੰਦੇ ਆ ਐਪਲੀਕੇਸ਼ਨ ਸੌਫਟਵੇਅਰ। ਹੁਣ MS ਵਰਡ ਕੀ ਹੈ ਰਾਜੇ, ਇੱਕ ਐਪ ਹੈ, ਐਪਲੀਕੇਸ਼ਨ ਸੌਫਟਵੇਅਰ ਹੈ। MS ਐਕਸੈਸ ਕੀ ਹੈ, ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। MS ਐਕਸਲ ਕੀ ਹੈ, ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਬਟ ਜਿਹੜਾ ਵਿੰਡੋ ਹੈਗਾ ਰਾਜੇ ਕੀ ਹੁੰਦਾ, ਆਪਰੇਟਿੰਗ ਸਿਸਟਮ ਹੁੰਦਾ ਜਿਹੜਾ ਕਿ ਕਿਹਦੇ ਅੰਡਰ ਆਉਂਦਾ, ਸਿਸਟਮ ਸੌਫਟਵੇਅਰ ਦੇ ਅੰਡਰ ਆਉਂਦਾ। ਤਾਂ ਰਾਈਟ ਆਂਸਰ ਕੀ ਬਣ ਜਾਊਗਾ MS ਵਿੰਡੋ। ਵਿੰਡੋ ਕਿਵੇਂ, ਜਿਵੇਂ ਲਾਈਕ ਤੁਹਾਡੀ ਵਿਸਟਾ ਹੋ ਗਈ, 10 ਹੋ ਗਈ, 11 ਹੋ ਗਈ, ਜਾਂ ਤੁਸੀਂ ਕਹਿ ਸਕਦੇ ਹੋ ਲਾਈਨਕਸ ਹੋ ਗਿਆ, ਯੂਨਿਕਸ ਹੋ ਗਿਆ, ਐਂਡਰੋਇਡ ਹੋ ਗਿਆ, iOS ਹੋ ਗਿਆ, ਸਾਰੇ ਕੀ ਹੁੰਦੇ ਤੁਹਾਡੇ ਆਪਰੇਟਿੰਗ ਸਿਸਟਮ ਹੁੰਦੇ ਆ, ਠੀਕ ਹੈ ਜੀ। ਤਾਂ ਉਹਨੇ ਆਪਰੇਟਿੰਗ ਸਿਸਟਮ ਪੁੱਛਿਆ, ਤਾਂ ਆਪਰੇਟਿੰਗ ਸਿਸਟਮ ਕੀ ਆਂਸਰ ਆ ਜਾਊਗਾ MS ਵਿੰਡੋ ਆ ਜਾਊਗਾ। MS ਦਾ ਮਤਲਬ ਕੀ ਹੈ ਮਾਈਕਰੋਸੌਫਟ ਕੰਪਨੀ, ਕਿਉਂਕਿ ਮਾਈਕਰੋਸੌਫਟ ਬਣਾਉਂਦੀ ਹੈ ਰਾਜੇ ਸਾਰੇ ਸੌਫਟਵੇਅਰ ਇਹ।
ਤੁਸੀਂ यूज करते ही होंगे सारे जाने। MS का मतलब होंगे माइक्रोसॉफ्ट। अगली गल करते हैं जी, बहुत सौखा है, कहता जी वट इज द फुल फॉर्म ऑफ OCR। OCR की होंगे राजे, एक तरह का स्कैनर होंगे, ਤੁਹਾਨੂੰ ਮੈਂ ਸਕੈਨਰ ਵੀ ਪੜਾਇਆ ਹੋਇਆ, ਠੀਕ ਹੈ। ਤਾਂ OCR ਸਕੈਨਰ ਦੀ ਫੁੱਲ ਫਾਰਮ ਪੁੱਛ ਰਿਹਾ ਰਾਜੇ। OCR ਦੀ ਹੁੰਦੀ ਹੈ ਜੀ ਆਪਟੀਕਲ, ਕਿਉਂਕਿ ਇਹਦੇ ਵਿੱਚ ਲਾਈਟ ਸੋਰਸ ਯੂਜ਼ ਕੀਤਾ ਜਾਂਦਾ ਹੈ। ਲਾਈਟ ਸੋਰਸ ਦਾ ਮਤਲਬ ਲੇਜ਼ਰ ਬੀਮ ਵਗੈਰਾ ਯੂਜ਼ ਕੀਤੀ ਜਾਂਦੀ ਹੈ। ਇਹਨੂੰ ਕਹਿੰਦੇ ਆ ਜੀ ਆਪਟੀਕਲ ਕਰੈਕਟਰ ਰੈਕੋਗਨੀਸ਼ਨ, ਠੀਕ ਹੈ। ਇਹ ਬੇਸਿਕਲੀ ਜਿਵੇਂ ਹੁਣ ਸਕੈਨਰ ਇੱਕ ਤਾਂ ਹੁੰਦਾ ਇਮੇਜ ਸਕੈਨਰ ਹੁੰਦਾ, ਉਹ ਸਕੈਨਰ ਹੁੰਦਾ ਫਲੈਟ ਬੈੱਡ, ਉਹਦੇ ਵਿੱਚ ਕੀ ਆਪਾਂ ਪੂਰੀ ਬੁੱਕ ਰੱਖ ਦਈਏ, ਪੂਰੀ ਬੁੱਕ ਸਕੈਨ ਕਰੂਗਾ। ਬਟ ਮੈਂ ਇੱਕ ਪਾਰਟਿਕੂਲਰ ਲਾਈਨ ਸਕੈਨ ਕਰਨੀ ਹੈ, ਇੱਕ ਪੋਰਸ਼ਨ, ਇੱਕ ਪੈਰਾਗ੍ਰਾਫ ਸਕੈਨ ਕਰਨਾ, ਤਾਂ ਉਹਦੇ ਵਾਸਤੇ ਆਹ ਸਕੈਨਰ ਵਰਤਿਆ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ OCR, ऑप्टिकल करैक्टर रैकोगनीशन, ठीक है, ये नोट कर लियो। नैक्सट मूव करते ਆਪਾਂ। ਆਹ क्वेश्चन भी बहुत ਵਧੀਆ और सौखा क्वेश्चन है, कहता जी ऑनलाइन साइबर सुरक्षा, ਜਿਹਨੂੰ ਆਪਾਂ ਕਹਿ ਦਿੰਦੇ ਆ ऑनलाइन साइबर सिक्योरिटी, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੇ ਖਤਰੇ ਦੀ ਉਦਾਹਰਨ ਹੈ। ਮਤਲਬ ਕਿ ਹੇਠ ਲਿਖਿਆਂ ਵਿੱਚੋਂ ਜਿਹੜੇ ਆ ਲਿਖੇ ਗਏ ਆ, ਇਹਨਾਂ ਵਿੱਚੋਂ ਕਿਹੜਾ ਸਾਈਬਰ ਥ੍ਰੀਟ ਹੈਗਾ ਜਾਂ ਨਹੀਂ ਹੈਗਾ, ਜਾਂ ਸਾਈਬਰ ਦਾ ਖਤਰਾ ਹੈਗਾ ਜਾਂ ਨਹੀਂ ਹੈਗਾ। ਤਾਂ ਤੁਹਾਨੂੰ ਪਤਾ ਜਿਹੜਾ ਕੰਪਿਊਟਰ ਵਾਇਰਸ ਹੁੰਦਾ ਰਾਜੇ, ਇੱਕ ਤਰ੍ਹਾਂ ਦਾ ਕੀ ਹੁੰਦਾ, ਇੱਕ ਮੈਲਕੀਅਸ ਸੌਫਟਵੇਅਰ ਹੁੰਦਾ ਜਿਹੜਾ ਕਿ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤਾਂ ਕਹਿਣ ਦਾ ਮਤਲਬ ਕੰਪਿਊਟਰ ਵਾਇਰਸ ਵੀ ਕੀ ਇੱਕ ਤਰ੍ਹਾਂ ਦਾ ਖਤਰਾ ਆਪਣੇ ਵਾਸਤੇ ਸਾਈਬਰ ਸਿਕਿਉਰਿਟੀ ਦੇ ਵਿੱਚ। ਸਪਾਈਵੇਅਰ ਥ੍ਰੈਟ ਹੋ ਗਏ, ਫਿਸ਼ਿੰਗ ਹੋ ਗਈ, ਹੈਕਰ ਹੋ ਗਏ, ਪ੍ਰਾਈਡੇਟਰ ਹੋ ਗਏ, ਇਹ ਸਾਰੇ ਕੀ ਹੁੰਦੇ ਰਾਜੇ, ਇੱਕ ਤਰ੍ਹਾਂ ਦੇ ਖਤਰਾ ਹੁੰਦਾ ਹੈ। ਹੁਣ ਤੁਹਾਨੂੰ ਮੈਂ ਕੱਲੇ ਕੱਲੇ ਪੜਾਉਣਾ ਰਾਜੇ, ਇਹ ਸਾਰੇ ਕੀ ਹੁੰਦੇ ਆਪਣੇ ਵਾਸਤੇ ਥ੍ਰੀਟ ਹੁੰਦੇ ਨੇ ਸਾਈਬਰ ਸਿਕਿਉਰਿਟੀ ਦੇ ਵਿੱਚ। ਮੈਂ ਸਾਈਬਰ ਲਾਅ ਵਾਲੀ ਵੀਡੀਓ ਪੜਾਈ ਹੋਈ ਹੈ, ਸਾਈਬਰ ਲਾਅ ਦੇ ਵਿੱਚ ਮੈਂ ਦੱਸਿਆ ਵੀ ਹੋਇਆ, ਠੀਕ ਹੈ। ਮਾਲਵੇਅਰ ਇੱਕ ਕਰਾਇਆ ਮੈਂ, ਮਾਲਵੇਅਰ ਮਤਲਬ ਕਿ ਮੈਲਕੀਅਸ ਸੌਫਟਵੇਅਰ ਹੁੰਦੇ ਆ ਜਿਹੜੇ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦੇ ਆ। ਹੁਣ ਜੇ ਮੈਂ ਗੱਲ ਕਰਾਂ ਰਾਜੇ ਕੰਪਿਊਟਰ ਵਾਇਰਸ ਦੀ, ਕੰਪਿਊਟਰ ਵਾਇਰਸ ਕੀ ਹੁੰਦਾ, ਇੱਕ ਕੋਡ ਹੁੰਦਾ ਜਿਹੜਾ ਕਿ ਆਪਣੇ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਲਿਖਿਆ ਜਾਂਦਾ, ਜਿਹੜਾ ਕਿ ਸੈਲਫ ਰੈਪਲੀਕੇਟ ਕਰਦਾ ਰਹਿੰਦਾ, ਆਪਣੇ ਆਪ ਆਪਣੀ ਕਾਪੀਆਂ ਜਨਰੇਟ ਕਰਦਾ ਹੈ ਜਦੋਂ ਆਪਾਂ ਇਹਦੇ ਉੱਪਰ ਕਲਿੱਕ ਕਰਦੇ ਹਾਂ। ਤਾਂ ਕੰਪਿਊਟਰ ਵਾਇਰਸ ਦੇ ਬਾਰੇ ਆਪਾਂ ਪੜ੍ਹ ਲੈਂਦੇ ਰਾਜੇ ਥੋੜਾ ਜਿਹਾ। ਕਹਿੰਦਾ ਕੰਪਿਊਟਰ ਵਾਇਰਸ ਇਜ਼ ਅ ਟਾਈਪ ਆਫ ਮੈਲਕੀਅਸ ਸੌਫਟਵੇਅਰ, ਔਰ ਮਾਲਵੇਅਰ ਨੂੰ, ਮਾਲਵੇਅਰ ਦੀ ਫੁੱਲ ਫਾਰਮ ਵੀ ਮੈਲਕੀਅਸ ਸੌਫਟਵੇਅਰ ਹੁੰਦੀ ਹੈ। ਕਹਿੰਦਾ that spread between the computer and cause damage to the data and software, ਠੀਕ ਹੈ। ਡਾਟਾ ਤੇ ਸੌਫਟਵੇਅਰ ਨੂੰ ਨੁਕਸਾਨ ਪਹੁੰਚਾਉਂਦਾ ਰਾਜੇ। ਤੇ ਇਹਦੀ ਫੁੱਲ ਫਾਰਮ ਯਾਦ ਰੱਖਣੀ, ਇਹਦੀ ਫੁੱਲ ਫਾਰਮ ਬਹੁਤ ਪੁੱਛਦੇ ਆ, ਵਾਈਟਲ ਇਨਫੋਰਮੇਸ਼ਨ ਰਿਸੋਰਸ ਹੈ ਬੇਟਾ ਇੱਥੇ, ਠੀਕ ਹੈ। ਰਿਕੋਰਸ ਨਹੀਂ ਹੈਗਾ, ਰਿਸੋਰਸ ਅੰਡਰ ਸੀਜ਼, ਠੀਕ ਹੈ, ਇਹਦੀ ਫੁੱਲ ਫਾਰਮ ਹੈ, ਠੀਕ ਹੈ, ਯਾਦ ਰੱਖ ਲਿਓ। ਹੁਣ ਕੰਪਿਊਟਰ ਵਾਇਰਸ ਤਾਂ ਥ੍ਰੀਟ ਹੋ ਗਿਆ, ਪਹਿਲੀ ਆਪਸ਼ਨ ਬਿਲਕੁਲ ਠੀਕ ਹੈ। ਹੁਣ ਸਪਾਈਵੇਅਰ, ਸਪਾਈਵੇਅਰ ਮੈਂ ਬਹੁਤ ਵਾਰੀ ਕਰਾਇਆ ਰਾਜੇ। ਸਪਾਈ ਦਾ ਮਤਲਬ ਕੀ ਹੁੰਦਾ, ਜਸੂਸੀ ਕਰਨਾ। ਹੁਣ ਸਪਾਈਵੇਅਰ ਇੱਕ ਸੌਫਟਵੇਅਰ ਹੈ ਜਿਹੜਾ ਆਪਣੀ ਤੇ ਨਿਗਾਹ ਰੱਖਦਾ ਵੀ ਆਪਾਂ ਕਿਹੜੀ ਕਿਹੜੀ ਵੈਬਸਾਈਟ ਤੇ ਵਿਜ਼ਿਟ ਕਰਦੇ ਆ, ਕਿੱਥੇ ਕਿੱਥੇ ਆਪਾਂ ਆਨਲਾਈਨ ਟ੍ਰਾਂਜੈਕਸ਼ਨਸ ਕਰਦੇ ਆ। ਇਹ ਆਪਣੀ ਇਨਫੋਰਮੇਸ਼ਨ ਕਲੈਕਟ ਕਰਕੇ ਥਰਡ ਪਾਰਟੀ ਨੂੰ ਭੇਜਦਾ, ਥਰਡ ਪਾਰਟੀ ਕਿਹਨੂੰ, ਹੈਕਰ ਨੂੰ ਭੇਜਦਾ ਹੈ। ਇਹਨੂੰ ਕਹਿ ਦਿੰਦੇ ਆ ਸਪਾਈਵੇਅਰ, ਠੀਕ ਹੈ ਜੀ। ਅੱਗੇ ਆਪਾਂ ਗੱਲ ਕਰਦੇ ਆ, ਫਿਸ਼ਿੰਗ ਦੀ ਗੱਲ ਕਰਦੇ ਆ। ਫਿਸ਼ਿੰਗ ਵੀ ਮੈਂ ਬਹੁਤ ਡਿਟੇਲ ਚ ਕਰਾਇਆ ਹੋਇਆ ਰਾਜੇ। ਫਿਸ਼ਿੰਗ ਕਿੱਥੋਂ ਬਣਿਆ ਰਾਜੇ, ਫਿਸ਼ਿੰਗ ਤੋਂ ਬਣਿਆ। ਇਹ ਫਿਸ਼ਿੰਗ ਹੈ, ਇਹ ਫਿਸ਼ਿੰਗ ਤੋਂ ਬਣਿਆ। ਫਿਸ਼ਿੰਗ ਦਾ ਮਤਲਬ ਕੀ ਹੁੰਦਾ, ਮੱਛੀਆਂ ਫੜਨਾ। ਆਪਾਂ ਮੱਛੀ ਨੂੰ ਕਿਵੇਂ ਫੜਦੇ ਆ, ਆਪਾਂ ਸਮੁੰਦਰ ਕਿਨਾਰੇ ਜਾਲ ਪਾ ਕੇ ਬੈਠ ਜਾਂਦੇ ਆ, ਤੇ ਉਹ ਜਿਹੜੀ ਕੁੰਡੀ ਹੁੰਦੀ ਉਹਦੇ ਵਿੱਚ ਕੀ ਮਾਸ ਦਾ ਟੁਕੜਾ ਫਸਾ ਦਿੰਦੇ ਆ ਵੀ ਮੱਛੀ ਆਊਗੀ ਉਹ ਮੇਰੇ ਜਾਲ 'ਚ ਫਸ ਜੂਗੀ। ਫਿਸ਼ਿੰਗ ਦੇ ਵਿੱਚ ਵੀ ਇਹੀ ਚੀਜ਼ਾਂ ਹੁੰਦੀਆਂ। ਫਿਸ਼ਿੰਗ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਇੱਕ ਇਦਾਂ ਦਾ ਮੈਸੇਜ ਭੇਜਿਆ ਜਾਂਦਾ ਹੈ ਜਿਹੜਾ ਆਪਾਂ ਨੂੰ ਐਂ ਲੱਗਦਾ ਕਿ ਆਪਣੇ ਕਿਸੇ ਨੋਨ ਬੰਦੇ ਤੋਂ ਆਇਆ ਜਾਂ ਕਿਸੇ ਅਥੈਂਟੀਕੇਟ ਪਰਸਨ ਤੋਂ ਆਇਆ, ਬਟ ਐਕਚੁਅਲ ਵਿੱਚ ਆਇਆ ਕਿਸੇ ਕਿੱਥੋਂ ਹੁੰਦਾ, ਉਹ ਥਰਡ ਪਾਰਟੀ ਤੋਂ ਆਇਆ ਹੁੰਦਾ, ਜਿਹੜੇ ਕਿ ਹੈਕਰ ਹੋ ਸਕਦੇ ਆ, ਪ੍ਰਾਈਡੇਟਰ ਹੋ ਸਕਦੇ ਆ। ਤਾਂ ਆਪਾਂ ਨੂੰ ਫਸਾਇਆ ਜਾਂਦਾ ਜਾਲ ਦੇ ਵਿੱਚ, ਉਹਨੂੰ ਕਹਿ ਦਿੰਦੇ ਆ ਫਿਸ਼ਿੰਗ ਕਹਿ ਦਿੰਦੇ ਆ। ਤਾਂ ਕਹਿੰਦਾ ਜੀ ਫਿਸ਼ਿੰਗ ਇਜ਼ ਦ ਟਾਈਪ ਆਫ ਦਾ ਸਾਈਬਰ ਸਿਕਿਉਰਿਟੀ ਅਟੈਕ ਡਿਊਰਿੰਗ ਵਿਚ ਦਾ ਮੈਲਿਕਿयस ਐਕਟਰਸ ਸੈਂਡ ਮੈਸੇਜ ਪ੍ਰਟੈਂਡਿੰਗ ਟੂ ਬੀ ਅ ਟਰਸਟਡ ਪਰਸਨ ਔਰ ਐਂਟੀਟੀ। ਕਹਿਣ ਦਾ ਮਤਲਬ ਨਕਲੀ ਲੋਕ ਕੀ ਕਰਦੇ, ਆਪਣੀ ਕਿਸੇ ਦੀ ਆਇਡੈਂਟੀਟੀ ਚੁਰਾ ਕੇ ਆਪਣੇ ਦੋਸਤ ਦੀ ਜਾਂ ਕਿਸੇ ਆਪਣੇ ਰਿਸ਼ਤੇਦਾਰ ਦੀ ਆਪਾਂ ਨੂੰ ਮੈਸੇਜ ਕਰਨਗੇ। ਆਪਾਂ ਨੂੰ ਐਂ ਲੱਗੂਗਾ ਕਿ ਮੇਰੇ ਦੋਸਤ ਦਾ ਮੈਸੇਜ ਆਇਆ ਹੈ, ਜਦ ਕਿ ਮੈਸੇਜ ਕਿੱਥੋਂ ਆਊਗਾ, ਇੱਕ ਇਲੀਗਲ ਪਰਸਨ ਤੋਂ ਆਊਗਾ ਜਿਹੜਾ ਆਪਣੀ ਕੋਈ ਸੈਂਸਿਟਿਵ ਇਨਫੋਰਮੇਸ਼ਨ ਕੀ ਕਰਨਾ ਚਾਹੁੰਦਾ, ਚੋਰੀ ਕਰਨਾ ਚਾਹੁੰਦਾ। ਉਹ ਆਪਾਂ ਨੂੰ ਕੋਈ ਲਿੰਕ ਭੇਜੂਗਾ, ਆਪਾਂ ਉੱਤੇ ਕਲਿੱਕ ਕਰਾਂਗੇ ਤਾਂ ਆਪਣੀ ਇਨਫੋਰਮੇਸ਼ਨ ਕੀ ਹੋ ਜਾਊਗੀ, ਚੋਰੀ ਹੋ ਜਾਊਗੀ। ਇਹਨੂੰ ਆਪਾਂ ਕੀ ਕਹਿ ਦਿੰਦੇ ਆ, ਫਿਸ਼ਿੰਗ ਕਹਿ ਦਿੰਦੇ ਆ। ਹੁਣ ਨੈਕਸਟ ਹੈਕਰ, ਤੁਹਾਨੂੰ ਹੈਕਰ ਪਤਾ ਹੀ ਹੈ ਰਾਜੇ। ਹੈਕਰ ਕੌਣ ਹੁੰਦੇ ਆ, ਜਿਹੜੇ ਕਿ ਜਿਨ੍ਹਾਂ ਦੀ ਮਨਸ਼ਾ ਹੁੰਦੀ ਆ ਆਪਣੇ ਪੈਸੇ ਚੋਰੀ ਕਰਨਾ, ਆਪਣੀ ਇਨਫੋਰਮੇਸ਼ਨ ਚੋਰੀ ਕਰਨਾ, ਆਪਣੇ ਕੰਪਿਊਟਰ ਨੂੰ ਹੈਕ ਕਰਨਾ। ਥੋੜਾ ਜਿਹਾ ਪ੍ਰਾਈਡੇਟਰ ਵਾਸਤੇ ਦੱਸ ਦਿੰਦਾ ਰਾਜੇ। ਪ੍ਰਾਈਡੇਟਰ ਕੌਣ ਹੁੰਦੇ ਆ, ਪ੍ਰਾਈਡੇਟਰ ਹੁੰਦੇ ਆ ਰਾਜੇ ਜਿਹੜੇ ਇੰਟਰਨੈਟ ਤੇ ਬੈਠ ਕੇ ਚਿਲਡਰਨ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਕੀ ਕਰਦੇ ਆ, ਸੈਕਸੁਅਲ ਜਿਹੜੀਆਂ ਪੋਰਨ ਵੈਬਸਾਈਟਸ ਹੁੰਦੀਆਂ ਨੇ ਉਹਦੇ ਲਿੰਕ ਭੇਜਦੇ ਆ ਉਹਨਾਂ ਨੂੰ, ਜਾਂ ਕਿਸੇ ਵਾਇਲੈਂਟ ਪਰਪਸ ਵਾਸਤੇ ਜਾਂ ਫਿਰ ਕਿਸੇ ਮਤਲਬ ਕਿ ਐਡ ਪਰਪਸ ਵਾਸਤੇ। ਤਾਂ ਇਹ ਪ੍ਰਾਈਡੇਟਰ ਹੁੰਦੇ ਆ। ਤਾਂ ਕਹਿਣ ਦਾ ਮਤਲਬ ਇਹ ਸਾਰੇ ਜਿਹੜੇ ਫੈਕਟਰ ਹੈਗੇ ਰਾਜੇ, ਸਾਰੇ ਕਿਹਦੇ ਅੰਡਰ ਆਉਂਦੇ ਆ, ਸਾਈਬਰ ਸਿਕਿਉਰਿਟੀ ਦੇ ਅੰਡਰ ਆਉਂਦੇ ਆ। ਸਾਰੇ ਸਾਈਬਰ ਸਿਕਿਉਰਿਟੀ ਵਾਸਤੇ ਕੀ ਆ, ਖਤਰਾ ਹੈ। ਤਾਂ ਇੱਥੇ 1 2 3 ਐਂਡ 4 ਕੀ ਹੋ ਜਾਊਗਾ, ਮੇਰਾ ਰਾਈਟ ਆਂਸਰ ਹੋ ਜਾਊਗਾ। ਨੈਕਸਟ ਮੂਵ ਕਰਦੇ ਆ ਆਪਾਂ। ਨੈਕਸਟ ਆ ਗਿਆ ਜੀ, ਕਹਿੰਦਾ ਡੈਸ਼ ਦਾ ਵੈਬ ਬਰਾਊਜ਼ਰ ਵਿੱਚ ਰੀਲੋਡ ਬਟਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਰਾਜੇ ਵੈਬ ਬਰਾਊਜ਼ਰ ਕੀ ਹੁੰਦਾ ਹੈ, ਵੈਬ ਬਰਾਊਜ਼ਰ, ਵੈਬ ਦਾ ਮਤਲਬ ਹੁੰਦਾ ਰਾਜੇ ਇੰਟਰਨੈਟ, ਬਰਾਊਜ਼ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਯੂਜ਼ ਕਰਨਾ।
ਜਿਵੇਂ ਤੁਸੀਂ ਗੂਗਲ ਕ੍ਰੋਮ ਯੂਜ਼ ਕਰਦੇ ਹੋ, ਮੋਜ਼ੀਲਾ ਫਾਇਰਫੌਕਸ ਯੂਜ਼ ਕਰਦੇ ਹੋ, ਮਿਨੀ ਯੂਐਸਸੀ ਬਰਾਊਜ਼ਰ ਯੂਜ਼ ਕਰਦੇ ਹੋ, ਸਫਾਰੀ ਯੂਜ਼ ਕਰਦੇ ਹੋ, ਇਹ ਸਾਰੇ ਕੀ ਹੁੰਦੇ ਵੈਬ ਬਰਾਊਜ਼ਰ ਹੁੰਦੇ ਆ। ਉੱਤੇ ਇੱਕ ਬਟਨ ਲੱਗਾ ਹੁੰਦਾ ਰਾਜੇ ਰੀਫਰੈਸ਼ ਦਾ ਬਟਨ ਐਂ ਵਾਲਾ, ਇਹ ਰੀਫਰੈਸ਼ ਬਟਨ ਹੁੰਦਾ ਰਾਜੇ। ਕਈ ਵਾਰ ਇਹਨੂੰ ਆਪਾਂ ਰੀਲੋਡ ਬਟਨ ਦੇ ਤੌਰ ਤੇ ਜਾਣਦੇ ਆ, ਇਹਨੂੰ ਕਹਿੰਦੇ ਰੀਲੋਡ ਬਟਨ ਆ, ਲੇਕਿਨ ਕੰਮ ਕੀ ਕਰਦਾ ਰਾਜੇ ਰੀਫਰੈਸ਼ ਦਾ ਕੰਮ ਕਰਦਾ ਹੈ। ਠੀਕ ਹੈ, ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਰਾਜੇ, ਆ ਤੁਸੀਂ ਦੇਖਿਆ ਵੀ ਹੋਊਗਾ ਜਿੰਨੇ ਵੀ ਤੁਹਾਡੇ ਕੋਲੇ ਵੈਬ ਬਰਾਊਜ਼ਰ ਹੋਣਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਰਾਜੇ। ਇਹਦਾ ਨਾਮ ਹੈਗਾ ਰੀਲੋਡ ਬਟਨ। ਜੇ ਬਟਨ ਦਾ ਨਾਮ ਪੁੱਛੂਗਾ ਤਾਂ ਆਂਸਰ ਆ ਜਾਊਗਾ ਰੀਲੋਡ ਬਟਨ। ਜੇ ਕੰਮ ਪੁੱਛੂਗਾ ਰਾਜੇ ਕੰਮ ਕੀ ਕਰਦਾ ਹੈ, ਰੀਫਰੈਸ਼ ਦਾ ਕੰਮ ਕਰਦਾ ਹੈ। ਜਿਵੇਂ ਆਪਾਂ ਵਾਰ-ਵਾਰ ਰੀਫਰੈਸ਼ ਕਰਨਾ ਹੋਵੇ ਪੇਜ, ਜਿਹਦੀ ਸ਼ਾਰਟਕਟ ਕੀ ਹੁੰਦੀ ਹੈ F5। ਠੀਕ ਹੈ, ਰੀਫਰੈਸ਼ ਕਰਨ ਦੇ ਕੰਮ ਆਉਂਦਾ ਇਹ। ਤਾਂ ਇੱਥੇ ਰਾਈਟ ਆਂਸਰ ਕੀ ਬਣ ਜਾਊਗਾ, ਰੀਫਰੈਸ਼ ਬਣ ਜਾਊਗਾ। ਅਗਲਾ ਕੁਐਸਚਨ ਬਹੁਤ ਸੌਖਾ ਰਾਜੇ, ਕਹਿੰਦਾ ਜੀ ਵਿਚ ਸ਼ਾਰਟਕਟ ਇਜ਼ ਯੂਜ਼ਡ ਟੂ ਸੈਂਟਰ ਅਲਾਈਨ ਦਾ ਸਿਲੈਕਟਡ ਟੈਕਸਟ। ਤਾਂ ਰਾਜੇ ਵਰਡ ਦੇ ਵਿੱਚ, ਐਕਸਲ ਦੇ ਵਿੱਚ ਸਾਰੇ ਥਾਂ ਤੇ ਮੈਂ ਕਰਾਇਆ ਹੋਇਆ। ਅਲਾਈਨਮੈਂਟ ਕੀ ਹੁੰਦੀ ਹੈ ਰਾਜੇ, ਅਲਾਈਨਮੈਂਟ ਹੁੰਦੀ ਹੈ ਜਿਵੇਂ ਮੰਨ ਲਓ ਬਾਈ ਡਿਫਾਲਟ ਲੈਫਟ ਹੁੰਦੀ ਹੈ, ਤਾਂ ਲੈਫਟ ਅਲਾਈਨਮੈਂਟ ਵੀ ਹੁੰਦੀ ਹੈ, ਸੈਂਟਰ ਵੀ ਹੁੰਦੀ ਹੈ, ਠੀਕ ਹੈ, ਰਾਈਟ ਵੀ ਹੁੰਦੀ ਹੈ, ਜਸਟੀਫਾਈ ਵੀ ਹੁੰਦੀ ਹੈ। ਜਸਟੀਫਾਈ ਹੁੰਦੀ ਹੈ ਰਾਜੇ ਜਿਵੇਂ ਮੰਨ ਲਓ ਕਿਸੇ ਮੈਗਜ਼ੀਨ ਦੇ ਵਿੱਚ, ਕਿਸੇ ਰਿਸਰਚ ਪੇਪਰ ਦੇ ਵਿੱਚ, ਕਿਸੇ ਨਿਊਜ਼ਪੇਪਰ ਦੇ ਵਿੱਚ ਕੋਈ ਚੀਜ਼ ਆਪਾਂ ਛਾਪਦੇ ਹਾਂ। ਤਾਂ ਰਾਜੇ ਜੇ ਲੈਫਟ ਦੀ ਗੱਲ ਕਰੀਏ ਤਾਂ ਕੰਟਰੋਲ ਪਲੱਸ ਐਲ ਅਗਰ ਮੈਂ ਯੂਜ਼ ਕਰ ਰਿਹਾ ਤਾਂ ਲੈਫਟ ਅਲਾਈਨਮੈਂਟ ਵਾਸਤੇ ਹੈ। ਰਾਈਟ ਕਰ ਰਿਹਾ ਰਾਜੇ ਕੰਟਰੋਲ ਪਲੱਸ ਆਰ ਹੈ, ਠੀਕ ਹੈ, ਰਾਈਟ ਅਲਾਈਨਮੈਂਟ ਵਾਸਤੇ। ਕੰਟਰੋਲ ਪਲੱਸ ਜੇ ਕਰ ਰਿਹਾ ਰਾਜੇ ਜਸਟੀਫਾਈ ਵਾਸਤੇ ਆ। ਹੁਣ ਸੈਂਟਰ ਵਾਸਤੇ ਕੰਟਰੋਲ ਸੀ ਨਹੀਂ ਆ ਸਕਦਾ, ਕਿਉਂਕਿ ਕੰਟਰੋਲ ਪਲੱਸ ਸੀ ਕਾਦੇ ਵਾਸਤੇ ਹੁੰਦਾ ਰਾਜੇ, ਕਾਪੀ ਵਾਸਤੇ ਹੁੰਦਾ। ਹੁਣ ਕੰਟਰੋਲ ਪਲੱਸ ਡੀ ਵੀ ਨਹੀਂ ਆ ਸਕਦਾ ਰਾਜੇ। ਕੰਟਰੋਲ ਪਲੱਸ ਡੀ ਕਾਦੇ ਵਾਸਤੇ ਹੁੰਦਾ, ਫਾਉਂਟ ਡਾਇਲੌਗ ਬਾਕਸ ਖੋਲਣ ਵਾਸਤੇ। ਕਾਦੇ ਵਾਸਤੇ ਹੁੰਦਾ, ਫਾਉਂਟ ਡਾਇਲੌਗ ਬਾਕਸ ਨੂੰ ਓਪਨ ਕਰਨ ਵਾਸਤੇ। ਬਚਿਆ ਕਿਹੜਾ ਹੁਣ, ਬਚ ਗਿਆ ਜੀ ਕੰਟਰੋਲ ਪਲੱਸ ਈ। ਤਾਂ ਕੰਟਰੋਲ ਪਲੱਸ ਈ ਪੁੱਛਿਆ ਜਾਂਦਾ ਹੁੰਦਾ ਰਾਜੇ, ਬੱਚੇ ਨੂੰ ਭੁਲੇਖਾ ਇੱਥੇ ਹੀ ਪੈਂਦਾ। ਤਾਂ ਕੰਟਰੋਲ ਸੀ ਕਾਪੀ ਵਾਸਤੇ, ਕੰਟਰੋਲ ਡੀ ਕਾਦੇ ਵਾਸਤੇ, ਫਾਉਂਟ ਡਾਇਲੌਗ ਬਾਕਸ ਖੋਲਣ ਵਾਸਤੇ, ਕੰਟਰੋਲ ਕੇ ਕਾਦੇ ਵਾਸਤੇ, ਹਾਈਪਰਲਿੰਕ ਇਨਸਰਟ ਕਰਨ ਵਾਸਤੇ। ਤਾਂ ਸਾਰਾ ਕੁਝ ਯਾਦ ਰੱਖਣਾ ਰਾਜੇ, ਤੁਹਾਨੂੰ ਕੁਝ ਵੀ ਪੁੱਛਿਆ ਜਾ ਸਕਦਾ ਹੈ। ਬੋਲਡ ਕਰਨ ਵਾਸਤੇ ਕੰਟਰੋਲ ਬੀ ਹੁੰਦਾ ਹੈ, ਟੈਲਿਕ ਕਰਨ ਵਾਸਤੇ ਕੰਟਰੋਲ ਆਈ ਹੁੰਦਾ ਹੈ, ਅੰਡਰਲਾਈਨ ਕਰਨ ਵਾਸਤੇ ਕੰਟਰੋਲ ਯੂ ਹੁੰਦਾ ਹੈ। ਤਾਂ ਕੱਲੀ ਕੱਲੀ ਚੀਜ਼, ਕੱਲੀ ਕੱਲੀ ਗੱਲ ਜਿਵੇਂ ਕਹਿੰਦਾ ਪਰੋਈ ਪਈ ਹੈ ਸਿੱਧੂ ਮੂਸੇਵਾਲੇ, ਜਿਵੇਂ ਗਾਣਾ ਮੇਰੇ ਦਿਮਾਗ 'ਚ ਲਾਈਨ ਵੱਜ ਗਈ। ਤਾਂ ਕੱਲੀ ਕੱਲੀ ਚੀਜ਼ ਕਰਾਈ ਹੋਈ ਆ ਭਾਈ ਪੋਜ਼ਿਟਿਵ ਬਾਈ ਪੰਜਾਬ ਤੇ, ਕੱਲੀ ਕੱਲੀ ਸ਼ਾਰਟਕਟ ਪਰੋਈ ਪਈ ਹੈ। ਤੇ ਜਾ ਕੇ ਦੇਖੋ, ਦੇਖਣਾ ਕੰਮ ਤੁਹਾਡਾ, ਕਰਾਉਣਾ ਦਾ ਕੰਮ ਮੇਰਾ, ਮੈਂ ਕਰਾ ਚੁੱਕਿਆ। ਠੀਕ ਹੈ, ਕੰਟਰੋਲ ਈ ਆਂਸਰ ਆਊਗਾ। ਇਹ ਮੈਂ ਬਹੁਤ ਵਾਰੀ ਕੁਐਸਚਨ ਕਰਾਇਆ ਤੇ ਬਹੁਤ ਵਾਰੀ ਆਉਂਦਾ, 101% ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਕੁਐਸਚਨ ਕਰਦੇ ਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ ਦਾ VoIP ਕਮਿਊਨੀਕੇਸ਼ਨ। ਤਾਂ ਰਾਜੇ VoIP ਦੇ ਬਾਰੇ ਬਹੁਤ ਕੁਐਸਚਨ ਆਉਂਦੇ ਆ। ਕਹਿੰਦਾ ਜੀ ਇਟ ਯੂਜ਼ ਡੈਡੀਕੇਟਿਡ ਪਾਥ। ਨਹੀਂ, ਡੈਡੀਕੇਟਿਡ ਪਾਥ ਕੀ ਹੁੰਦਾ ਰਾਜੇ, ਮੰਨ ਲਓ ਤੁਹਾਡੇ ਘਰ ਦੇ ਵਿੱਚ ਦੋ ਕੰਪਿਊਟਰ ਪਏ ਆ, ਜਾਂ ਕੰਪਿਊਟਰ ਜਾਂ ਮੋਬਾਈਲ ਪਿਆ। ਮੰਨ ਲਓ ਤੁਹਾਡਾ ਮੋਬਾਈਲ ਆ, ਇੱਕ ਕੰਪਿਊਟਰ ਆ, ਮੋਬਾਈਲ ਹੈ। ਕੰਪਿਊਟਰ ਨੂੰ ਅਗਰ ਮੈਂ ਮੋਬਾਈਲ ਦੇ ਨਾਲ ਜੋੜ ਰਿਹਾ ਵਾਇਆ ਵਾਇਰ ਦੀ ਗੱਲ ਕਰ ਰਿਹਾ ਰਾਜੇ, ਮੈਂ ਕੋਈ ਵਾਇਰ ਦੇ ਥਰੂ ਜੋੜ ਰਿਹਾ, ਉਹਨੂੰ ਆਪਾਂ ਕਹਾਂਗੇ ਡੈਡੀਕੇਟਿਡ ਪਾਥ। ਕਿ ਪੱਕਾ ਸ਼ੋਰ ਹੈ ਜੀ ਆਪਣਾ ਕੰਪਿਊਟਰ ਤੇ ਜਿਹੜਾ ਮੋਬਾਈਲ ਆ ਜੁੜੇ ਹੋਏ ਆ, ਕਿਉਂਕਿ ਆਪਾਂ ਇੱਕ ਫਿਜ਼ੀਕਲ ਵਾਇਰ ਪਾਈ ਹੋਈ ਹੈ, ਇਹਨੂੰ ਕਹਿੰਦੇ ਨੇ ਡੈਡੀਕੇਟਿਡ ਪਾਥ। ਬਟ ਹੁਣ ਤੁਸੀਂ, ਆ ਤੁਹਾਡਾ ਮੋਬਾਈਲ ਹੈ, ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ, ਆ ਤੁਹਾਡੇ ਫਰੈਂਡ ਦਾ ਮੋਬਾਈਲ ਹੈ, ਉਹ ਕੈਨੇਡਾ ਬੈਠਾ ਹੈ, ਤੁਸੀਂ ਕੀ ਕਰ ਰਹੇ ਹੋ, ਵੀਡੀਓ ਕਾਲ ਕਰ ਰਹੇ ਹੋ। ਤਾਂ ਤੁਹਾਡੇ ਵਿਚਕਾਰ ਕੋਈ ਵਾਇਰ ਹੈਗੀ ਜਾਂ ਨਹੀਂ ਹੈਗੀ। ਤਾਂ VoIP ਕਮਿਊਨੀਕੇਸ਼ਨ ਦੇ ਵਿੱਚ ਭਾਈ ਇਹ ਵਾਇਰਲੈਸ ਦੇ ਉੱਪਰ ਕੰਮ ਕਰਦਾ, ਵਾਈਫਾਈ ਤੇ ਕੰਮ ਕਰਦਾ, ਵਾਇਰਲੈਸ ਟੈਕਨੋਲੋਜੀ ਤੇ ਕੰਮ ਕਰਦਾ। ਤਾਂ ਕਦੇ ਵੀ ਇਹਦੇ ਵਿੱਚ ਡੈਡੀਕੇਟਿਡ ਪਾਥ ਨਹੀਂ ਹੁੰਦਾ। ਇਹ ਹਮੇਸ਼ਾ ਆਨਲਾਈਨ ਥਰੂ www ਵਰਲਡ ਵਾਈਡ ਵੈਬ ਦੇ ਸੈਟੇਲਾਈਟ ਦੇ ਥਰੂ ਕੀ ਕਰ ਭੇਜਦਾ, ਡਾਟਾ ਪੈਕੇਟ ਭੇਜਦਾ। ਤਾਂ ਕਦੇ ਵੀ ਡੈਡੀਕੇਟਿਡ ਪਾਥ ਨਹੀਂ ਹੁੰਦਾ। ਤਾਂ ਪਹਿਲੀ ਸਟੇਟਮੈਂਟ ਕੀ ਹੋਗੀ, ਰੋਂਗ ਹੋਗੀ, ਉਹਨੇ ਟਰੂ ਪੁੱਛਿਆ। ਸੈਕੰਡ ਕਹਿੰਦਾ ਜੀ ਇਟ ਯੂਜ਼ ਪੈਕੇਟ ਸਵਿਚਿੰਗ। ਬਿਲਕੁਲ ਠੀਕ ਹੈ ਜੀ, ਇਹ ਪੈਕੇਟ ਸਵਿਚਿੰਗ ਯੂਜ਼ ਕਰਦਾ। ਹੁਣ ਤੁਸੀਂ ਪੁੱਛੋਗੇ ਸਰ ਜੀ ਪੈਕੇਟ ਸਵਿਚਿੰਗ ਕੀ ਹੁੰਦੀ ਹੈ, ਮੈਸੇਜ ਸਵਿਚਿੰਗ ਕੀ ਹੁੰਦੀ ਹੈ। ਤਾਂ ਇਹ ਵੀ ਮੈਂ ਤੁਹਾਨੂੰ ਪੜ੍ਹਾ ਦੂੰਗਾ ਕਿਸੇ ਦਿਨ, ਕਿਸੇ ਨਾ ਕਿਸੇ ਵੀਡੀਓ ਦੇ ਵਿੱਚ। ਵੈਸੇ ਮੈਂ ਪੜ੍ਹਾਇਆ ਵੀ ਹੋਇਆ, ਬਾਕੀ ਥੋੜਾ ਤੁਹਾਨੂੰ ਮੈਂ ਦੱਸ ਦਿੰਦਾ ਪੈਕੇਟ ਸਵਿਚਿੰਗ ਕੀ ਹੁੰਦੀ ਹੈ। ਮੰਨ ਲਓ ਆ ਸੈਂਡਰ ਦਾ ਮੋਬਾਈਲ ਹੈ ਜਾਂ ਕੰਪਿਊਟਰ ਹੈ, ਰਿਸੀਵਰ ਦਾ ਕੰਪਿਊਟਰ ਹੈ। ਹੁਣ ਆਪਣਾ ਜਿਹੜਾ ਡਾਟਾ, ਮੰਨ ਲਓ ਇੱਥੇ ਮੈਂ ਇੱਕ ਮੈਸੇਜ ਲਿਖਿਆ, ਮੰਨ ਲਓ ਹੈਲੋ ਡੀਅਰ, ਠੀਕ ਹੈ, ਇਹ ਮੈਸੇਜ ਲਿਖਤਾ, ਬਸ ਵੈਸੇ ਹੀ ਲਿਖਿਆ ਤੁਹਾਡੀ ਐਗਜ਼ਾਮਪਲ ਸਮਝਾਉਣ ਵਾਸਤੇ। ਇਹ ਟੋਟਲ ਮੇਰਾ ਮੈਸੇਜ ਸੀਗਾ। ਕੰਪਿਊਟਰ ਕੀ ਕਰਦਾ, ਇਸ ਨੂੰ ਛੋਟੇ ਛੋਟੇ ਪਾਰਟ ਦੇ ਵਿੱਚ ਡਿਵਾਈਡ ਕਰ ਲੈਂਦਾ। ਇਹਨੂੰ ਕਹਿ ਦਿੰਦੇ ਪੈਕੇਟ 1, ਇਹਨੂੰ ਕਹਿ ਦਿੰਦੇ ਪੈਕੇਟ 2। ਮਤਲਬ ਕਿ ਮੇਰਾ ਜਿਹੜਾ ਮੈਸੇਜ ਸੀਗਾ ਮੈਂ ਦੋ ਪੈਕੇਟ ਦੇ ਵਿੱਚ ਕੀ ਕਰ ਲਿਆ, ਡਿਵਾਈਡ ਕਰ ਲਿਆ। ਹੁਣ ਤੁਹਾਨੂੰ ਪਤਾ ਵੀ ਸੈਂਡਰ ਟੂ ਰਿਸੀਵਰ ਡਾਟਾ ਜਾਣ ਦੇ ਮਲਟੀਪਲ ਪਾਥ ਹੋ ਸਕਦੇ ਆ। ਮੈਂ OSI ਮਾਡਲ ਦੇ ਵਿੱਚ ਕਰਵਾਇਆ ਹੋਇਆ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਮਲਟੀਪਲ ਪਾਥ ਹੋ ਸਕਦੇ ਆ। ਮੰਨ ਲਓ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਹੈ, ਹੋ ਸਕਦਾ ਰਾਜਪੁਰ ਦੇ ਵਿੱਚ ਹੋ ਕੇ ਜਾਓ, ਹੋ ਸਕਦਾ ਕੋਈ ਹੋਰ ਰਸਤਾ ਹੋਵੇ, ਹੋ ਸਕਦਾ ਕੋਈ ਹੋਰ ਰਸਤਾ ਹੋਵੇ। ਆਪਾਂ ਜਿਹੜਾ ਛੋਟਾ ਰਸਤਾ ਹੁੰਦਾ ਹਮੇਸ਼ਾ ਕੀ ਕਰਦੇ ਆ, ਉਹਨੂੰ ਅਪਣਾਉਣੇ ਆ। ਜਾਂ ਜਿੱਥੇ ਟਾਈਮ ਘੱਟ ਲੱਗਦਾ ਹੈ, ਠੀਕ ਆ, ਆਪਾਂ ਜਿੱਥੇ ਟ੍ਰੈਫਿਕ ਘੱਟ ਮਿਲਦਾ, ਆਪਾਂ ਉਸ ਰਸਤੇ ਨੂੰ ਕੀ ਕਰ ਲੈਂਦੇ ਆ, ਸਿਲੈਕਟ ਕਰ ਲੈਂਦੇ ਆ। ਡਾਟਾ ਵੀ ਇਵੇਂ ਹੀ ਕਰਦਾ ਰਾਜੀ। ਹੁਣ ਸੈਂਡਰ ਤੋਂ ਰਿਸੀਵਰ ਤੱਕ ਜਾਣ ਵਾਸਤੇ ਮਲਟੀਪਲ ਰਸਤੇ ਆ, ਦੇਖੋ ਮਲਟੀਪਲ ਰਸਤੇ ਆ। ਹੁਣ ਮੰਨ ਲਓ ਜਿਹੜਾ ਹੈਲੋ ਸੀਗਾ, ਪੈਕੇਟ 1 ਸੀਗਾ, ਉਹਨੇ ਕੀ ਕੀਤਾ, ਇਹ ਰਸਤਾ ਚੁਣਿਆ। ਪੈਕੇਟ 1 ਕੀ ਕਰਦਾ, ਸਿੱਧਾ ਇਹ ਰਸਤਾ ਚੁਣਿਆ ਤੇ ਡਾਇਰੈਕਟ ਕਿੱਥੇ ਪਹੁੰਚ ਗਿਆ, ਰਿਸੀਵਰ ਕੋਲੇ ਪਹੁੰਚ ਗਿਆ। ਜਿਹੜਾ ਪੈਕੇਟ 2 ਸੀਗਾ ਡੀਅਰ ਵਾਲਾ, ਉਹਨੇ ਕਿਹੜਾ ਰਸਤਾ ਚੁਣਿਆ, ਉਹਨੇ ਆਹ ਰਸਤਾ ਚੁਣਿਆ, ਉਹ ਆਏ ਗਿਆ।
ਤਾਂ ਕਹਿਣ ਦਾ ਮਤਲਬ ਅਲੱਗ-ਅਲੱਗ ਰਾਸਤੇ ਤੋਂ ਕੀ ਜਾਂ ਪੈਕਟ ਮੂਵ ਕਰਦੇ ਆ ਸੈਂਡਰ ਟੂ ਰਿਸੀਵਰ, ਇਹਨੂੰ ਆਪਾਂ ਕਹਿ ਦਿੰਦੇ ਆ ਪੈਕਟ ਸਵਿਚਿੰਗ। ਤਾਂ ਜਿਹੜਾ VoIP ਕਮਿਊਨੀਕੇਸ਼ਨ ਹੈ ਰਾਜੇ ਉਹ ਵਾਇਰਲੈਸ ਦੇ ਉੱਪਰ ਕੰਮ ਕਰਦਾ, ਵਾਈਫਾਈ ਤੇ ਕੰਮ ਕਰਦਾ ਹੈ, ਤਾਂ ਇਸ ਕਰਕੇ ਉਹ ਕੀ ਯੂਜ਼ ਕਰਦਾ ਰਾਜੇ ਤੁਹਾਡਾ ਪੈਕਟ ਸਵਿਚਿੰਗ ਯੂਜ਼ ਕਰਦਾ। ਤਾਂ ਰਾਈਟ ਆਂਸਰ ਕੀ ਬਣ ਜੂਗਾ 2 ਬਣ ਜੂਗਾ। ਬਾਕੀ ਭਾਈ ਇਸ ਤਰ੍ਹਾਂ ਦੇ ਕੁਐਸਚਨ ਜ਼ਿਆਦਾ ਕੰਪਲੀਟ ਕਰਨਾ ਚਾਹੁੰਦੇ ਆ ਤਾਂ ਇੱਕ ਆਪਣਾ ਬੈਚ ਚੱਲ ਰਿਹਾ ਹੈ। ਵੈਸੇ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਪੇਡ ਬੈਚ ਲਓ, ਬਟ ਮੈਂ ਜਾਣਕਾਰੀ ਵਾਸਤੇ ਦੱਸ ਰਿਹਾ, ਕਈ ਬੱਚੇ ਪੁੱਛ ਲੈਂਦੇ ਆ। ਵੈਸੇ ਤਾਂ ਮੈਂ ਫ੍ਰੀ ਚ ਕਰਾ ਰਿਹਾ ਸਾਰਾ ਕੁਝ, YouTube ਤੇ ਕਰਾਇਆ ਵੀ ਹੋਇਆ। ਇੱਕ 500 ਰੁਪਏ ਦਾ ਬੈਚ ਚੱਲ ਰਿਹਾ ਸਪੈਸ਼ਲ, ਕੱਲੇ MCQ ਕਰਵਾ ਰਿਹਾ, ਉਹਦੇ ਵਿੱਚ ਮੈਂ ਸਬ ਇੰਸਪੈਕਟਰ ਦੇ ਸਾਰੇ MCQ ਕਰਵਾ ਰਿਹਾ। ਇਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋ ਨਾ, ਇਸ ਤਰ੍ਹਾਂ ਦੇ MCQ ਕਰਾ ਰਿਹਾ ਮੈਂ ਉਹਦੇ ਵਿੱਚ। ਆਪਣੀ ਐਪ ਤੇ ਮਿਲ ਜੂਗਾ ਰਾਜੇ, ਐਪ ਦਾ ਲਿੰਕ ਥੱਲੇ ਪਿਆ, ਦੇਖੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਲਿੰਕ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਵਧੀਆ ਕੁਐਸਚਨ ਹੈ। ਕਹਿੰਦਾ ਜੀ ਪਾਵਰ ਪੁਆਇੰਟ 2019 ਦੇ ਵਿੱਚ ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸ਼ਾਰਟਕਟ ਕੀ ਫੰਕਸ਼ਨ ਇਜ਼ ਕਰੈਕਟ ਪੁੱਛ ਰਿਹਾ ਹੈ। ਤਾਂ ਜਿਹੜਾ Ctrl+T ਹੈ, ਕਹਿੰਦਾ ਜੀ Ctrl+T ਕਹਿੰਦਾ ਕੀ ਖੋਲਦਾ ਹੈ, ਕਹਿੰਦਾ ਓਪਨ ਦਾ ਡਾਇਲੋਗ ਬਾਕਸ, ਫੌਂਟ ਡਾਇਲੋਗ ਬਾਕਸ। ਤਾਂ ਰਾਜੇ ਧਿਆਨ ਦੇ ਨਾਲ ਮੈਂ ਇੱਕ ਕੁਐਸਚਨ ਕਰਵਾਇਆ ਹੋਇਆ Ctrl+D, ਇਹ ਕੀ ਖੋਲਦਾ ਹੈ, ਫੌਂਟ ਡਾਇਲੋਗ ਬਾਕਸ ਖੋਲਦਾ ਹੈ। ਜੇ ਮੈਂ ਗੱਲ ਕਰਾਂ Ctrl+T, ਇਹ ਵੀ ਫੌਂਟ ਡਾਇਲੋਗ ਬਾਕਸ ਖੋਲ ਦਿੰਦਾ ਹੈ। ਤਾਂ ਇੱਕ ਤੋਂ ਵੱਧ ਸ਼ਾਰਟਕਟ ਕੀ ਹੋ ਸਕਦੀਆਂ, ਜੇ ਮੈਂ ਗੱਲ ਕਰਾਂ Ctrl+Shift+F ਨੱਪ ਦੋ ਤਾਂ ਵੀ ਫੌਂਟ ਡਾਇਲੋਗ ਬਾਕਸ ਖੁੱਲੂਗਾ। ਤਾਂ ਕਹਿਣ ਦਾ ਮਤਲਬ ਇੱਥੇ ਜਿਹੜਾ ਸੈਕੰਡ ਇਹਨੇ ਲਿਖਿਆ ਕਹਿੰਦਾ Ctrl+Shift+F ਕੀ ਖੋਲਦਾ, ਪ੍ਰਿੰਟ ਦਾ ਪ੍ਰੈਜੈਂਟੇਸ਼ਨ, ਗਲਤ ਹੈ। ਤਾਂ ਕੱਲਾ ਪਹਿਲਾ ਕਲੀਅਰ ਹੈ, ਤੁਹਾਨੂੰ ਮੈਂ ਇਹਦਾ ਪ੍ਰੈਕਟੀਕਲ ਕਰਕੇ ਦਿਖਾਉਣਾ ਤੁਹਾਡੇ ਸਾਹਮਣੇ। ਇਹਨੂੰ ਮੈਂ ਕੁਝ ਦੇਰ ਵਾਸਤੇ ਕੀ ਕਰਦਾ, ਪਾਉਜ਼ ਕਰਦਾ। ਮੰਨ ਲਓ ਹੁਣ ਕੀ ਇੱਥੇ ਲਿਖਿਆ ਪੋਜ਼ਿਟਿਵ ਬਾਈ ਪੰਜਾਬ, ਹੁਣ ਮੈਂ ਸ਼ਾਰਟਕਟ ਨੱਪ ਰਿਹਾ ਰਾਜੇ, ਮੈਂ Ctrl+D ਨੱਪਦਾ, ਪਹਿਲਾਂ ਮੈਂ Ctrl+D ਨੱਪਿਆ ਰਾਜੇ, ਠੀਕ ਹੈ। Ctrl+T ਨੱਪਦਾ ਪਹਿਲਾਂ ਮੈਂ, ਦੇਖੋ Ctrl+T ਨੱਪਿਆ, ਤੁਹਾਡੇ ਸਾਹਮਣੇ ਕੀ ਖੁੱਲ ਗਿਆ ਰਾਜੇ, ਆ ਫੌਂਟ ਡਾਇਲੋਗ ਬਾਕਸ ਖੁੱਲ ਗਿਆ। ਇਹਨੂੰ ਫੌਂਟ ਡਾਇਲੋਗ ਬਾਕਸ ਕਹਿੰਦੇ ਆ ਰਾਜੇ। ਇੱਥੇ ਆਪਾਂ ਫੌਂਟ ਸਾਈਜ਼ ਚੇਂਜ ਕਰ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ ਨਾ, ਤਾਂ ਇਹ ਫੌਂਟ ਡਾਇਲੋਗ ਬਾਕਸ ਹੈ। ਹੁਣ ਜੇ ਮੈਂ Ctrl+Shift+F ਨੱਪੂਗਾ, Ctrl+Shift+F ਨੱਪੂਗਾ ਤਾਂ ਵੀ ਖੁੱਲ ਜੂਗਾ, ਜੇ ਮੈਂ Ctrl+D ਨੱਪੂਗਾ ਤਾਂ ਵੀ ਖੁੱਲ ਜੂਗਾ। ਤਾਂ ਕਹਿਣ ਦਾ ਮਤਲਬ ਇਹ ਦੋਨੇ ਕੀ ਕਰਦੇ ਨੇ, ਫੌਂਟ ਡਾਇਲੋਗ ਬਾਕਸ ਖੋਲਦੇ ਨੇ। ਬਟ ਉੱਥੇ ਪੁੱਛਿਆ ਕੀ ਸੀਗਾ ਉਹਨੇ, ਪਹਿਲਾ ਠੀਕ ਹੋ ਗਿਆ, ਦੂਜਾ ਕੀ ਹੋ ਗਿਆ, ਗਲਤ ਹੋ ਗਿਆ। ਕਿਉਂਕਿ ਪ੍ਰਿੰਟ ਕਰਨ ਵਾਸਤੇ ਕੀ ਹੁੰਦਾ ਰਾਜੇ, Ctrl+P ਹੁੰਦਾ ਹੈ, ਇਹ ਪ੍ਰਿੰਟ ਵਾਸਤੇ ਤਾਂ ਇਹ ਹੁੰਦਾ ਹੈ। ਤਾਂ ਉਹਨੇ ਸ਼ਾਰਟਕਟ ਕੀ ਗਲਤ ਦੱਸ ਰਿਹਾ, ਉਹਨੇ ਟਰੂ ਪੁੱਛਿਆ ਸੀਗਾ, ਟਰੂ ਕਿਹੜੀ ਹੈਗੀ, ਓਨਲੀ 1 ਟਰੂ ਹੈ, Ctrl+T। ਅਗਲਾ ਵੀ ਬਹੁਤ ਸੌਖਾ ਕੁਐਸਚਨ ਹੈ ਰਾਜੇ, ਐਕਸਟੈਂਸ਼ਨ ਪੁੱਛੀ ਹੋਈ ਆ, ਤੁਹਾਨੂੰ ਮੈਂ ਕਿਹਾ ਐਕਸਟੈਂਸ਼ਨ ਵਾਲੀਆਂ ਸਾਰੀਆਂ ਯਾਦ ਕਰਨੀਆਂ ਨੇ ਤੁਸੀਂ। .txt ਤੁਹਾਡੇ ਇੱਕ ਨਾ ਨੋਟਪੈਡ ਆਉਂਦਾ ਹੈ, ਨੋਟਪੈਡ ਕੰਪਿਊਟਰ ਦੇ ਵਿੱਚ, ਇੱਕ ਹੁੰਦਾ ਕੀ ਹੈ, ਇੱਕ ਟੈਕਸਟ ਫਾਈਲ ਬਣਾਉਣ ਵਾਸਤੇ ਵਰਤਿਆ ਜਾਂਦਾ ਰਾਜੇ। ਕਿਹੜੀ ਫਾਈਲ ਬਣਾਉਣੀ ਆਪਾਂ, ਟੈਕਸਟ ਫਾਈਲ ਬਣਾਉਣ ਵਾਸਤੇ। ਤੇ ਇਹਦੀ ਐਕਸਟੈਂਸ਼ਨ ਹੁੰਦੀ ਹੈ ਰਾਜੇ .txt। ਤਾਂ ਜਿਹੜੀ ਟੈਕਸਟ ਹੈਗਾ ਰਾਜੇ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ, ਟੈਕਸਟ ਫਾਈਲ ਬਣਾਉਣ ਵਾਸਤੇ। .doc ਕੀ ਹੈ ਰਾਜੇ, MS ਵਰਡ ਵਾਸਤੇ। ਹੁਣ .doc ਕੀ ਸੀਗਾ, ਡਾਕੂਮੈਂਟ ਖੋਲਣ ਵਾਸਤੇ ਹੁੰਦੀ ਹੈ ਰਾਜੇ। ਇਹ ਵਰਡ ਦੀ ਫਾਈਲ ਹੈ, ਇੱਕ ਨੇ 2003 ਵਰਜ਼ਨ ਦੇ ਵਿੱਚ ਆਈ ਸੀਗੀ। ਉਸ ਤੋਂ ਬਾਅਦ .docx ਆ ਗਈ ਹੈ 2007 ਤੋਂ ਲੈ ਕੇ ਜਿੰਨੇ ਵੀ ਹੁਣ ਤੱਕ ਵਰਜ਼ਨ ਯੂਜ਼ ਹੋ ਰਿਹਾ, ਚਾਹੇ 2021 ਵਰਜ਼ਨ ਹੈ ਚਾਹੇ 2019 ਵਰਜ਼ਨ ਹੈ, ਇਹ ਸਾਰਿਆਂ ਦੇ ਵਿੱਚ .docx ਯੂਜ਼ ਹੋ ਰਹੀ ਹੈ। .jpg ਹੁੰਦੀ ਹੈ ਰਾਜੇ, ਇੱਕ ਗ੍ਰਾਫਿਕ ਫਾਈਲ ਹੁੰਦੀ ਹੈ ਜਿਹਨੂੰ ਆਪਾਂ ਇਮੇਜ ਫਾਈਲ ਵੀ ਕਹਿੰਦੇ ਆ। ਤਾਂ ਇਹਨਾਂ ਦੀ ਫੁੱਲ ਫਾਰਮ ਵੀ ਯਾਦ ਰੱਖਣੀ ਰਾਜੇ, ਆਨਸਰ ਬਣਦਾ ਆਹ ਮੈਚ ਕਰਨ ਤੋਂ ਬਾਅਦ। ਤਾਂ ਤੁਹਾਨੂੰ ਮੈਂ ਦੱਸ ਦਿੰਦਾ ਰਾਜੇ, .doc ਦੀ ਫੁੱਲ ਫਾਰਮ ਹੈਗੀ ਹੈ ਰਾਜੇ ਡਾਕੂਮੈਂਟ ਐਕਸਟੈਂਡਡ, ਠੀਕ ਹੈ, docx। jpg ਰਾਜੇ jpg ਤੇ jpeg ਦੋਨੇ ਇੱਕੋ ਗੱਲ ਹੀ ਹੈ, ਇਹਦਾ ਮਤਲਬ ਕਿ ਬਾਅਦ ਦੇ ਵਿੱਚ ਐਕਸਟੈਂਡ ਕਰ ਦਿੱਤਾ ਗਿਆ। jpg ਔਰ jpeg ਇੱਕੋ ਗੱਲ ਹੀ ਹੈ। ਇਹਦੀ ਫੁੱਲ ਫਾਰਮ ਹੈਗੀ ਰਾਜੇ ਜੁਆਇੰਟ ਫੋਟੋਗ੍ਰਾਫਿਕ ਐਕਸਪਰਟਸ ਗਰੁੱਪ। ਤਾਂ ਇੱਕ ਇਮੇਜ ਦੀ ਫਾਈਲ ਹੁੰਦੀ ਹੈ, ਤੁਸੀਂ ਕੈਮਰੇ ਤੋਂ ਕੋਈ ਫੋਟੋ ਖਿੱਚਦੇ ਹੋ ਨਾ, ਆਪਣੇ ਜਿਹੜਾ ਮੋਬਾਈਲ ਫੋਨ ਦਾ ਕੈਮਰਾ ਹੁੰਦਾ ਹੈ, ਉਹ ਤੋਂ ਅਗਰ ਕੋਈ ਫੋਟੋ ਖਿੱਚੋਗੇ, ਤੁਸੀਂ ਫੋਟੋ ਦੀ ਪ੍ਰੋਪਰਟੀਜ਼ ਦੇ ਵਿੱਚ ਜਾ ਕੇ ਦੇਖਿਓ, ਉੱਥੇ ਲਿਖਿਆ ਹੋਊਗਾ .jpeg, ਠੀਕ ਹੈ। ਤਾਂ ਉਹਦਾ ਮਤਲਬ ਕੀ ਹੈ ਕਿ ਇੱਕ ਫੋਟੋ ਦੀ ਐਕਸਟੈਂਸ਼ਨ ਹੈ। ਤਾਂ ਰਾਈਟ ਆਂਸਰ ਕੀ ਬਣ ਗਿਆ ਤੁਹਾਡਾ, ਸੈਕਿੰਡ ਬਣ ਗਿਆ। ਅਗਲਾ ਕੁਐਸਚਨ ਵੀ ਬਹੁਤ ਸੌਖਾ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਪਰਪਸ ਆਫ ਹੈਕਿੰਗ। ਹੈਕਿੰਗ ਕਿਉਂ ਕਰਦੇ ਆ ਆਪਾਂ, ਕਹਿੰਦਾ ਜੀ ਪਬਲਿਸਿਟੀ ਵਾਸਤੇ। ਕਈ ਹੈਕਰ ਕੀ ਹੁੰਦੇ ਆ, ਸਨਕੀ ਹੁੰਦੇ ਆ, ਉਹ ਆਪਣੀ ਪਬਲਿਸਿਟੀ ਕਰਨ ਵਾਸਤੇ, ਦਿਖਾਉਣ ਵਾਸਤੇ ਵੀ ਅਸੀਂ ਹੈਕਿੰਗ ਕਰ ਸਕਦੇ ਆ, ਤਾਂ ਉਹ ਹੈਕਿੰਗ ਕਰਦੇ ਆ। ਗ੍ਰੀਡੀ ਮਤਲਬ ਕਿ ਲਾਲਚ ਵਾਸਤੇ ਕਰਦੇ ਆ, ਜਿਵੇਂ ਕਿਸੇ ਵੈਬਸਾਈਟ, ਬੈਂਕ ਦੀ ਵੈਬਸਾਈਟ ਕੀ ਕਰ ਲਈ, ਹੈਕ ਕਰ ਲਈ, ਜਾਂ ਕਿਸੇ ਦਾ ਅਕਾਊਂਟ ਹੈਕ ਕਰ ਲਿਆ ਪੈਸਾ ਕੱਢਣ ਵਾਸਤੇ। ਐਡਵੈਂਚਰ ਵਾਸਤੇ ਮਤਲਬ ਕਈ ਇਦਾਂ ਦੇ ਹੁੰਦੇ ਆ ਜਿਹੜੇ ਫੰਕਸ਼ਨ ਕਰਨ ਵਾਸਤੇ, ਦਿਮਾਗ ਖਰਾਬ ਹੁੰਦਾ, ਜਿਨ੍ਹਾਂ ਦਾ ਕਹਿ ਸਕਦੇ ਆ ਅਬਨੋਰਮਲ ਪਰਸਨ ਹੁੰਦੇ ਆ। ਤਾਂ ਕਹਿਣ ਦਾ ਮਤਲਬ ਸਾਰਾ ਕੁਝ ਕਾਹਦੇ ਵਾਸਤੇ ਹੁੰਦਾ ਰਾਜੇ, ਹੈਕਿੰਗ ਦੇ ਵਾਸਤੇ ਹੀ ਹੁੰਦਾ। ਹੈਕਿੰਗ ਆਪਾਂ ਕਿਸੇ ਕੰਮ ਵਾਸਤੇ ਵੀ ਕਰ ਸਕਦੇ ਆ, ਬਟ ਕਰਨੀ ਨਹੀਂ ਚਾਹੀਦੀ ਭਾਈ, ਜੇਲ੍ਹ ਹੋ ਜਾਂਦੀ ਹੈ। ਅਗਲਾ ਆ ਗਿਆ ਜੀ ਕੁਐਸਚਨ ਬਹੁਤ ਸੌਖਾ, ਜੌਨ ਵੌਨ ਨੀਮਨ, ਇਹਦਾ ਨਾਮ ਤੁਸੀਂ ਸੁਣਿਆ ਹੋਊਗਾ ਰਾਜੇ। ਇਹ ਬੰਦੇ ਨੇ ਬਹੁਤ ਕੰਪਿਊਟਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀਗਾ। ਇਹ ਬੰਦੇ ਨੂੰ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਵੀ ਕਹਿੰਦੇ ਆ। ਜਿੰਨਾ ਕੰਪਿਊਟਰ ਸਿਸਟਮ ਜਿਹੜਾ ਹੈਗਾ ਟਿਕਿਆ ਹੋਇਆ, ਇਹਦੇ ਸਰਕਟ ਦੇ ਉੱਪਰ ਟਿਕਿਆ ਹੋਇਆ, ਇਹਨੂੰ ਕਹਿ ਦਿੰਦੇ ਆ ਫਾਦਰ ਆਫ ਕੰਪਿਊਟਰ ਆਰਕੀਟੈਕਚਰ। ਇੱਥੇ ਜਿਹੜਾ ਕੁਐਸਚਨ ਪੁੱਛ ਰਿਹਾ, ਕਹਿੰਦਾ ਜੀ ਹੂ ਡਰਾਫਟਡ ਐਂਡ ਰਿਪੋਰਟ ਏ ਮਸ਼ੀਨ description that led to the construction of the electronic discrete variable automatic computer। ਕਹਿਣ ਦਾ ਮਤਲਬ ਕੀ ਹੈ, ਕਹਿੰਦਾ ਜਿਹੜਾ
VAC ਕੰਪਿਊਟਰ ਬਣਾਇਆ ਸੀ, ਕਿਹਨੇ ਬਣਾਇਆ ਸੀਗਾ? ਤਾਂ ਜੌਨ ਵੌਨ ਨੀਮੋਨ ਨੇ ਤੇ ਇੱਕ ਬੰਦਾ ਹੋਰ ਸੀਗਾ, ਦੋਵਾਂ ਨੇ ਮਿਲ ਕੇ ਬਣਾਇਆ ਸੀਗਾ। ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਰਾਜੇ, ਡਿਸਕ੍ਰੀਟ ਵੇਰੀਏਬਲ ਇਲੈਕਟ੍ਰੋਨਿਕ ਡਿਸਕ੍ਰੀਟ ਵੇਰੀਏਬਲ ਆਟੋਮੈਟਿਕ ਕੰਪਿਊਟਰ, ਠੀਕ ਹੈ। ਇਹ ਬਣਾਇਆ ਜੌਨ ਵੌਨ ਨੀਮੋਨ ਨੇ। ਜੇ ਆ ਜਿਹੜਾ ਹੋਵਰਡ ਏਕਨ ਹੈ ਰਾਜੇ, ਇਹਨੇ ਕਿਹੜਾ ਬਣਾਇਆ? ਇਹ ਮੈਂ ਕਰਵਾਇਆ ਹੋਇਆ, ਤੁਸੀਂ ਇਹ ਮੈਨੂੰ ਕਮੈਂਟ ਬਾਕਸ ਦੱਸਣਾ ਹੈ। ਹੋਵਰਡ ਏਕਨ ਨੇ ਇੱਕ ਬਣਾਇਆ ਸੀਗਾ ਕੰਪਿਊਟਰ, ਉਹਦੇ ਪਿੱਛੇ 1 ਆਉਂਦਾ ਹੈ, ਅੱਗੇ ਆਉਂਦਾ M, ਬਸ ਆ ਖਾਲੀ ਥਾਂ ਤੁਸੀਂ ਭਰਨੀ ਹੈ। ਇਹਨਾਂ ਨੇ ਕੰਪਿਊਟਰ ਬਣਾਇਆ ਸੀਗਾ, ਤਾਂ ਯਾਦ ਰੱਖ ਲਿਆ ਕਰੋ ਸਾਰੇ ਕੰਪਿਊਟਰ। ਹੁਣ ਜਿਵੇਂ ਇੱਕ ਹੈਗਾ ENIVAC, ਇੱਕ ਹੈਗਾ UNIVAC, ਇਹ ਸਾਰੀਆਂ ਦੀ ਫੁੱਲ ਫਾਰਮ ਕਰਾਈ ਹੋਈ ਹੈ, ਜਾ ਕੇ ਦੇਖ ਲਿਓ ਹਿਸਟਰੀ ਆਫ ਕੰਪਿਊਟਰ ਦੇ ਵਿੱਚ। ਤਾਂ ਆ ਬੰਦਾ ਸੀਗਾ ਜੀ ਜੌਨ ਵੌਨ ਨੀਮੋਨ, ਠੀਕ ਹੈ ਜੀ, ਤਾਂ ਗਟਸੀ ਬੰਦਾ ਸੀਗਾ। ਅੱਗੇ ਗੱਲ ਕਰਦੇ ਹਾਂ ਜੀ, ਲਾਸਟ ਟਾਈਮ ਜਿਵੇਂ ਤੁਹਾਨੂੰ ਮੈਂ ਕਰਵਾਇਆ ਸੀਗਾ ਵੀ ਕਿਸੇ ਵੀ ਆਬਜੈਕਟ ਨੂੰ ਅੱਗੇ ਪਿੱਛੇ ਕਰਨਾ ਤਾਂ ਫਾਰਵਰਡ ਕਰਨਾ, ਤਾਂ ਫਾਰਵਰਡ ਵੀ ਕਰ ਸਕਦੇ ਆ, ਬੈਕਵਰਡ ਕਰਨਾ ਬੈਕਵਰਡ ਵੀ ਕਰ ਸਕਦੇ ਆ ਜੀ। ਸ਼ਾਰਟਕਟ ਕੀ ਪੁੱਛਦੇ ਹੁੰਦੇ ਆ? ਹੁਣ ਲਾਈਕ ਜਿਵੇਂ ਦੇਖੋ ਆਹ ਜਿਹੜਾ ਆਬਜੈਕਟ ਹੈਗਾ ਰਾਜੇ, ਇਹਦੇ ਉੱਪਰ ਆ ਰਿਹਾ ਨਾ, ਦੇਖੋ ਇਹਦੇ ਉੱਪਰ ਇਹ ਫਾਰਵਰਡ ਆਇਆ ਹੋਇਆ, ਇਹਨੂੰ ਬੈਕਵਰਡ ਕਰਨਾ ਹੋਵੇ ਆਪਾਂ ਕਿਵੇਂ ਕਰਾਂਗੇ ਰਾਜੇ? ਆਪਾਂ ਹੋਮ ਦੇ ਵਿੱਚ ਜਾ ਕੇ ਸਿਲੈਕਸ਼ਨ ਪੇਨ ਦੇ ਵਿੱਚ ਜਾਵਾਂਗੇ, ਸਿਲੈਕਸ਼ਨ ਪੇਨ ਦੇ ਵਿੱਚ ਜਾਵਾਂਗੇ ਰਾਜੇ, ਆਪਾਂ ਇਹਨੂੰ ਅੱਗੇ ਪਿੱਛੇ ਕਰ ਸਕਦੇ ਆ। ਤਾਂ ਕਿਵੇਂ ਕਰਾਂਗੇ ਰਾਜੇ ਅੱਗੇ ਪਿੱਛੇ? ਜੇ ਮੈਂ ਸਮਾਈਲੀ ਨੂੰ ਥੱਲੇ ਕਰ ਦਿੰਦਾ ਰਾਜੇ, ਤਾਂ ਸਮਾਈਲੀ ਹੁਣ ਕੀ ਹੋ ਜਾਊਗਾ, ਮੇਰਾ ਥੱਲੇ ਹੋ ਗਿਆ, ਦੇਖੋ ਬੈਕਵਰਡ ਹੋ ਗਿਆ ਨਾ। ਤਾਂ ਬੈਕਵਰਡ ਫਾਰਵਰਡ ਆਪਾਂ ਕਰ ਸਕਦੇ ਹਾਂ ਰਾਜੇ, ਇਹਨੂੰ ਹਾਈਡ ਵੀ ਕਰ ਸਕਦੇ ਹਾਂ, ਜੇ ਹਾਈਡ ਕਰਨਾ ਦੇਖੋ ਹਾਈਡ ਵੀ ਹੋ ਗਿਆ। ਤਾਂ ਕਹਿਣ ਦਾ ਮਤਲਬ ਸਾਰਾ ਕੁਝ ਕਰ ਸਕਦੇ ਹਾਂ। ਇਹਦੀ ਇੱਕ ਸ਼ਾਰਟਕਟ ਕੀ ਹੁੰਦੀ ਹੈ ਰਾਜੇ, ਉਹ ਕਿਹੜੀ ਹੁੰਦੀ ਹੈ? ਬੈਕਵਰਡ ਵਾਸਤੇ B ਹੁੰਦੀ ਹੈ, ਫਾਰਵਰਡ ਵਾਸਤੇ F ਹੁੰਦੀ ਹੈ। ਲਾਸਟ ਟਾਈਮ ਮੈਂ ਕੁਐਸਚਨ ਕਰਾਇਆ ਸੀਗਾ ਬੈਕਵਰਡ ਦਾ, ਹੁਣ ਮੈਂ ਕਰਵਾ ਰਿਹਾ ਫਾਰਵਰਡ ਦਾ। ਤਾਂ ਫਾਰਵਰਡ ਦੀ ਸ਼ਾਰਟਕਟ ਹੈਗੀ ਰਾਜੇ ਕੰਟਰੋਲ ਸ਼ਿਫਟ F, ਬੈਕਵਰਡ ਦੀ ਹੈਗੀ ਰਾਜੇ ਕੰਟਰੋਲ ਪਲੱਸ ਸ਼ਿਫਟ ਪਲੱਸ B। ਤਾਂ ਦੋਨੇ ਯਾਦ ਰੱਖ ਲਿਓ ਰਾਜੇ, B ਕਾਦੇ ਵਾਸਤੇ ਹੈ? ਬੈਕਵਰਡ ਵਾਸਤੇ, ਬੈਕ ਕਰਨ ਵਾਸਤੇ ਇਹਨੂੰ, ਤੇ ਫਾਰਵਰਡ ਕਰਨ ਵਾਸਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ, ਠੀਕ ਹੈ। ਇਹ ਯਾਦ ਕਰ ਲਿਓ ਸਾਰਾ ਕੁਝ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ ਗਿਆ। ਮੈਂ ਬਹੁਤ ਵਾਰੀ ਕਰਵਾਇਆ ਇਹ ਕੁਐਸਚਨ, ਹਰੇਕ ਮੈਰਾਥਨ ਦੇ ਵਿੱਚ ਕਰਵਾਇਆ। ਇਹ ਕੁਐਸਚਨ ਤੁਹਾਡਾ ਪਟਵਾਰੀ ਵਿੱਚ, ਐਕਸਾਈਜ਼ ਵਿੱਚ, ਪਟਵਾਰੀ ਮੇਨ ਦੇ ਵਿੱਚ, ਕਹਿਣ ਦਾ ਮਤਲਬ ਜੇ ਮੈਂ 10 ਪੇਪਰਾਂ ਦੀ ਗੱਲ ਕਰੂੰਗਾ, ਉਹ ਚ 9 ਪੇਪਰਾਂ ਚ ਆਇਆ ਹੋਊਗਾ ਕੁਐਸਚਨ। ਗੱਲ ਕਰਦੇ ਆ ਜੀ, ਦੋ ਕੀ ਹੁੰਦੀਆਂ, ਇੱਕ ਹੁੰਦੀ ਆ ਜੀ ਬੈਕ ਸਪੇਸ ਕੀ। ਪਹਿਲਾਂ ਮੈਂ ਤੁਹਾਨੂੰ ਥੋੜਾ ਸਮਝਾ ਦਵਾਂ ਡਿਟੇਲ ਦੇ ਵਿੱਚ, ਬਹੁਤੇ ਬੱਚਿਆਂ ਨੂੰ ਤਾਂ ਪਤਾ ਹੀ ਹੋਊਗਾ ਜਿਹੜੇ ਮੇਰੇ ਤੋਂ ਪੜ੍ਹੇ ਆ। ਇੱਕ ਹੁੰਦੀ ਹੈ ਬੈਕ ਸਪੇਸ ਕੀ, ਉਹ ਕੀ ਦੇ ਉੱਪਰ ਐਂ ਬਣਿਆ ਹੁੰਦਾ। ਇੱਕ ਹੁੰਦੀ ਹੈ ਡੈਲ ਕੀ, ਜਿਹਨੂੰ ਆਪਾਂ ਡਿਲੀਟ ਕੀ ਬੋਲਦੇ ਆ, ਵੈਸੇ ਉਹ ਪੂਰਾ ਲਿਖਿਆ ਹੁੰਦਾ ਕਈ ਵਾਰੀ ਕੀਬੋਰਡ ਤੇ, ਕਈ ਵਾਰੀ ਛੋਟਾ ਲਿਖਿਆ ਹੁੰਦਾ ਡਿਲੀਟ ਕੀ। ਹੁਣ ਗੱਲ ਕੀ ਹੈ ਜੀ, ਦੇਖੋ ਜੇ ਤਾਂ ਮੇਰਾ ਕਰਸਰ ਇੱਥੇ ਖੜਾ ਹੈਲੋ ਦੇ, ਮੈਂ ਰਾਈਟ ਸਾਈਡ ਤੇ ਖੜਾ, ਜੇ ਮੈਂ ਡੈਲ ਕੀ ਨੱਪ ਦੂੰਗਾ, ਕੱਲੀ ਡਿਲੀਟ ਕੀ ਨੱਪ ਦੂੰਗਾ, ਤਾਂ ਮੇਰਾ ਇੱਕ ਅੱਖਰ ਕੀ ਹੋ ਜਾਊਗਾ, ਡਿਲੀਟ ਹੋ ਜਾਊਗਾ। ਜੇ ਮੈਂ ਪਿੱਛੇ ਖੜਾ, ਇੱਥੇ ਮੇਰਾ ਕਰਸਰ ਖੜਾ ਹੈ, ਜੇ ਮੈਂ ਬੈਕ ਸਪੇਸ ਕੀ ਨੱਪ ਦੂੰਗਾ, ਮੇਰਾ ਪਿੱਛੋਂ ਇੱਕ ਅੱਖਰ ਕੀ ਹੋ ਜਾਊਗਾ, ਡਿਲੀਟ ਹੋ ਜਾਊਗਾ। ਕਹਿਣ ਦਾ ਮਤਲਬ ਇਹ ਲੈਫਟ ਸਾਈਡ ਤੋਂ ਕਰਦੀ ਹੈ ਡਿਲੀਟ ਕਰਸਰ ਤੇ, ਇਹ ਰਾਈਟ ਸਾਈਡ ਤੋਂ ਕਰਦੀ ਹੈ। ਪਹਿਲੀ ਗੱਲ ਤਾਂ ਆਹੀ ਯਾਦ ਰੱਖਣੀ ਹੈ, ਬੇਸਿਕ ਕੁਐਸਚਨ ਇੱਥੋਂ ਹੀ ਬਣਦਾ ਹੁੰਦਾ ਹੈ। ਹੁਣ ਸਿਰਫ ਹਜੇ ਮੈਂ ਇੱਕ ਕਰੈਕਟਰ ਦੀ ਗੱਲ ਕੀਤੀ ਹੈ, ਜੇ ਮੈਂ ਰਾਈਟ ਸਾਈਡ ਤੇ ਖੜਾ ਡਿਲੀਟ ਕੀ ਨੱਪ ਦੂੰਗਾ, ਤਾਂ ਇੱਕ ਕਰੈਕਟਰ ਰਾਈਟ ਸਾਈਡ ਤੋਂ ਡਿਲੀਟ ਹੋ ਜਾਊਗਾ। ਜੇ ਮੈਂ ਬੈਕ ਸਪੇਸ ਲੈਫਟ ਸਾਈਡ ਖੜਾ, ਤਾਂ ਮੈਂ ਬੈਕ ਸਪੇਸ ਨੱਪੂੰਗਾ, ਤਾਂ ਲੈਫਟ ਸਾਈਡ ਤੋਂ ਇੱਕ ਕਰੈਕਟਰ ਕੀ ਹੋ ਜਾਊਗਾ, ਡਿਲੀਟ ਹੋ ਜਾਊਗਾ। ਬਟ ਜੇ ਨਾਲ ਮੈਂ ਕੰਟਰੋਲ ਨੱਪੂੰਗਾ, ਜੇ ਮੈਂ ਕੰਟਰੋਲ ਪਲੱਸ ਲੈਫਟ ਨੱਪਦਾ, ਜੇ ਮੈਂ ਇੱਥੇ ਖੜਾ ਮੈਂ ਕੰਟਰੋਲ ਪਲੱਸ ਲੈਫਟ ਬੈਕ ਸਪੇਸ ਕੀ ਨੱਪਦਾ, ਮੇਰਾ ਪੂਰਾ ਵਰਡ ਡਿਲੀਟ ਹੋ ਜਾਊਗਾ, ਹੈਲੋ ਦਾ ਵਰਡ ਪੂਰਾ ਡਿਲੀਟ ਹੋ ਜਾਊਗਾ। ਜੇ ਮੈਂ ਰਾਈਟ ਸਾਈਡ ਖੜਾ, ਮੈਂ ਕੰਟਰੋਲ ਪਲੱਸ ਰਾਈਟ ਕੀ ਨੱਪਦਾ, ਡਿਲੀਟ ਕੀ ਨੱਪਦਾ, ਤਾਂ ਰਾਈਟ ਸਾਈਡ ਤੋਂ ਸਾਰਾ ਵਰਡ ਖਤਮ ਹੋ ਜਾਊਗਾ। ਤਾਂ ਇਹ ਚੀਜ਼ਾਂ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ। ਹੁਣ ਦੇਖੋ ਇਹਦੇ ਵਿੱਚ ਉਲਟ ਲਿਖਿਆ ਹੋਇਆ ਹੈ, ਕਹਿੰਦਾ ਕੰਟਰੋਲ ਪਲੱਸ ਬੈਕ ਸਪੇਸ ਕੀ ਨੱਪਾਂਗੇ, ਕਹਿੰਦਾ ਡਿਲੀਟ ਦਾ ਵਰਡ ਟੂ ਦਾ ਰਾਈਟ ਆਫ ਦਾ ਕਰਸਰ। ਰਾਈਟ ਨਹੀਂ ਹੋਊਗਾ ਰਾਜੇ, ਲੈਫਟ ਸਾਈਡ ਤੋਂ ਕਰਸਰ ਤੇ ਕੀ ਹੋ ਜਾਊਗਾ, ਮੂਵ ਹੋ ਜਾਊਗਾ। ਤਾਂ ਇਹ ਗਲਤ ਹੋ ਗਿਆ। ਉਹਨੇ ਟਰੂ ਪੁੱਛਿਆ ਰਾਜੇ, ਉਹਨੇ ਸ਼ਾਰਟਕਟ ਕੀ ਕਹਿੰਦਾ ਜੀ ਕੰਟਰੋਲ ਪਲੱਸ ਡਿਲੀਟ ਕੀ ਨੱਪਾਂਗੇ, ਕਹਿੰਦਾ ਡਿਲੀਟ ਦਾ ਵਰਡ ਟੂ ਦਾ ਲੈਫਟ। ਨਹੀਂ ਲੈਫਟ ਨਹੀਂ ਹੋਊਗਾ ਰਾਜੇ, ਰਾਈਟ ਹੋਊਗਾ, ਮਤਲਬ ਕਿ ਆਪੋਜ਼ਿਟ ਲਿਖਿਆ ਹੋਇਆ ਹੈ। ਤਾਂ ਦੋਨੇ ਕੀ ਹੋ ਗਏ, ਗਲਤ ਹੋ ਗਏ, ਨਾਈਦਰ 1 ਨੋਰ 2। ਤਾਂ ਤੁਹਾਨੂੰ ਆਪਾਂ ਪ੍ਰੈਕਟੀਕਲ ਕਰਕੇ ਦਿਖਾਉਣੇ ਆ, ਇਦਾਂ ਤੁਹਾਨੂੰ ਯਕੀਨ ਨਹੀਂ ਆਊਗਾ, ਕਿਉਂਕਿ ਆਪਾਂ ਪ੍ਰੈਕਟੀਕਲ ਹੀ ਕਰਾਂਗੇ। ਤਾਂ ਇਹਨੂੰ ਮੈਂ ਕਰ ਦਿੰਦਾ ਜੀ ਹਜੇ ਡਿਲੀਟ। ਆ ਦੇਖੋ ਜੀ ਹੈਲੋ ਦੇ ਮੈਂ ਕੀ ਖੜਾ, ਦੇਖੋ ਧਿਆਨ ਦੇ ਨਾਲ, ਇਹਨੂੰ ਮੈਂ ਥੋੜਾ ਜਿਹਾ ਹੋਰ, ਇਹਦਾ ਮੈਂ ਸਾਈਜ਼ ਥੋੜਾ ਜਿਹਾ ਵੱਡਾ ਕਰ ਦਿੰਦਾ ਤੁਹਾਨੂੰ ਦਿਖਾਉਣ ਵਾਸਤੇ। ਅਦਰਵਾਈਜ਼ ਤੁਹਾਨੂੰ ਦਿਖ ਵੀ ਰਿਹਾ ਹੋਊਗਾ, ਵੈਸੇ ਏਡੀ ਕੋਈ ਖਾਸ ਗੱਲ ਨਹੀਂ ਹੈਗੀ, ਬਟ ਫਿਰ ਵੀ ਆਪਾਂ ਕਰ ਦਿੰਦੇ ਆ। ਦੇਖੋ ਆ ਕਰਸਰ ਦੇਖੋ, ਹੁਣ ਰਾਈਟ ਸਾਈਡ ਤੇ ਕਰਸਰ ਕੀ ਕਰ ਰਿਹਾ, ਬਲਿੰਕ ਕਰ ਰਿਹਾ ਨਾ, ਦੇਖੋ ਕਰਸਰ ਬਲਿੰਕ ਕਰ ਰਿਹਾ ਹੋਊਗਾ। ਹੁਣ ਮੈਂ ਡਿਲੀਟ ਕੀ ਨੱਪ ਰਿਹਾ, ਦੇਖੋ ਡਿਲੀਟ ਕੀ ਨੱਪੂਗਾ, ਮੇਰਾ ਕੀ ਹੋ ਗਿਆ ਜੀ, ਰਾਈਟ ਸਾਈਡ ਤੋਂ ਕੀ ਹੋ ਗਿਆ, H ਡਿਲੀਟ ਹੋ ਗਿਆ। ਤਾਂ ਮੈਂ ਕੰਟਰੋਲ Z ਕਰਦਾ, ਦੇਖੋ ਆ ਗਿਆ ਨਾ H ਵਾਪਸ। ਹੁਣ ਮੈਂ ਲੈਫਟ ਸਾਈਡ ਤੇ ਖੜਾ, ਮੈਂ ਕੱਲੀ ਬੈਕ ਸਪੇਸ ਕੀ ਨੱਪਦਾ, ਦੇਖੋ ਲੈਫਟ ਸਾਈਡ ਤੋਂ ਕੀ ਹੋ ਗਿਆ, ਮੇਰਾ O ਡਿਲੀਟ ਹੋ ਗਿਆ। ਤੇ ਗੱਲ ਸਮਝ ਆ ਗਈ, ਇਹ ਬੇਸਿਕ ਸੀਗਾ। ਹੁਣ ਮੈਂ ਰਾਈਟ ਸਾਈਡ ਤੇ ਖੜਾ, ਮੈਂ ਕੰਟਰੋਲ ਪਲੱਸ ਡਿਲੀਟ ਕੀ ਨੱਪੂਗਾ, ਤਾਂ ਮੇਰਾ ਪੂਰਾ ਵਰਡ ਡਿਲੀਟ ਹੋ ਜਾਊਗਾ। ਵਰਡ ਕਿਹੜਾ, HELLO। ਮੈਂ ਕੰਟਰੋਲ ਪਲੱਸ ਡਿਲੀਟ ਕੀ ਨੱਪੀ, ਮੇਰਾ ਪੂਰਾ ਵਰਡ ਕੀ ਹੋ ਗਿਆ, ਡਿਲੀਟ ਹੋ ਗਿਆ। ਕੰਟਰੋਲ Z ਕੀਤਾ। ਹੁਣ ਮੈਂ ਲੈਫਟ ਸਾਈਡ ਤੇ ਖੜਾ, ਮੈਂ ਕੰਟਰੋਲ ਪਲੱਸ ਬੈਕ ਸਪੇਸ ਕੀ ਨੱਪੀ, ਮੇਰਾ ਕੀ ਹੋ ਗਿਆ, ਪੂਰਾ ਵਰਡ ਖਤਮ ਹੋ ਗਿਆ। ਤਾਂ ਕਲੀਅਰ ਆ ਗਿਆ ਜੀ। ਹੁਣ ਜੇ ਮੰਨ ਲਓ ਮੈਂ ਇੱਥੇ ਕਰੂੰਗਾ, ਜੇ ਮੈਂ ਕੰਟਰੋਲ ਪਲੱਸ ਡਿਲੀਟ ਕੀ ਨੱਪ ਰਿਹਾ, ਤਾਂ ਮੇਰਾ ਰਾਈਟ ਸਾਈਡ ਤੋਂ ਪੂਰਾ ਵਰਡ ਖਤਮ ਹੋ ਰਿਹਾ, ਪੂਰਾ ਲਾਈਨ ਨਹੀਂ ਖਤਮ ਹੋਊਗੀ, ਪੂਰਾ ਵਰਡ ਖਤਮ ਹੋ ਜਾਊਗਾ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ, ਕੰਟਰੋਲ ਪਲੱਸ ਵਾਲਾ ਵੀ ਕਲੀਅਰ ਹੋ ਗਿਆ ਹੋਊਗਾ, ਤੇ ਸਿੰਪਲ ਕੰਟਰੋਲ ਤੇ ਬੈਕ ਸਪੇਸ ਤੇ ਡਿਲੀਟ ਕੀ ਸਮਝ ਆ ਗਈ ਹੋਊਗੀ। ਤਾਂ ਇਹ ਬਿਲਕੁਲ ਆਪੋਜ਼ਿਟ ਲਿਖੇ ਗਏ ਆ ਰਾਜੇ, ਇਹ ਰਾਈਟ ਸਾਈਡ ਤੇ ਨਹੀਂ ਕਰਦੀ, ਇਹ ਲੈਫਟ ਸਾਈਡ ਤੇ ਕਰਦੀ ਹੈ। ਬੈਕ ਸਪੇਸ ਕੀ
ਤੇ ਇਹ ਰਾਈਟ ਸਾਈਡ ਤੇ ਕਰਦੀ ਹੈ ਡੈਲ ਕੀ। ਤਾਂ ਠੀਕ ਹੈ ਜੀ, ਇਹ ਆਪੋਜ਼ਿਟ ਲਿਖੇ ਗਏ ਤਾਂ ਕਰਕੇ ਨਾਈਦਰ 1 ਨੋਟ 2 ਆ ਗਿਆ। ਐਗਜ਼ਾਮੀਨਰ ਹਮੇਸ਼ਾ ਤੁਹਾਡੇ ਤੋਂ ਗਲਤੀ ਕਰਾਊਗਾ, ਤੁਸੀਂ ਗਲਤੀ ਨਹੀਂ ਕਰਨੀਗੀ। ਤਾਂ ਯਾਦ ਰੱਖ ਲਿਓ ਬੈਕ ਸਪੇਸ ਕੀ, ਤੇ ਵੈਸੇ ਵੀ ਆ ਐਰੋ ਬਣਿਆ ਹੁੰਦਾ ਇਹਦਾ ਮਤਲਬ ਕੀ ਹੈ, ਲੈਫਟ ਸਾਈਡ ਨੂੰ ਮੂੰਹ ਹੈ ਇਹਦਾ। ਤਾਂ ਲੈਫਟ ਸਾਈਡ ਕਿਹੜੀ ਆਊਗੀ, ਬੈਕ ਸਪੇਸ ਆਊਗੀ। ਰਾਈਟ ਸਾਈਡ ਕਿਹੜੀ ਆਊਗੀ, ਡੈਲ ਕੀ ਆਊਗੀ। ਅਗਲਾ ਕੁਐਸਚਨ ਵੀ ਬਹੁਤ 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 ਇੰਪੋਰਟੈਂਟ ਹੈ। ਜਿਵੇਂ ਪਿਛਲਾ ਕੁਐਸਚਨ ਮੈਂ ਬੋਲਿਆ ਰਾਜੇ, ਇਹ ਵੀ ਸਾਰਿਆਂ ਚ ਪੁੱਛਿਆ ਜਾਂਦਾ। ਕਹਿੰਦਾ ਜੀ ਇਨ MS Excel 2019 ਵਿੱਚ ਸ਼ਾਰਟਕਟ ਕੀਜ਼ ਯੂਜ਼ ਟੂ ਸਟਾਰਟ a new line in the same cell, ਜਾਂ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਲਾਈਨ ਬ੍ਰੇਕ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਲਾਈਨ ਬ੍ਰੇਕ। ਤਾਂ ਜੇ ਲਾਈਨ ਬ੍ਰੇਕ ਆਪਾਂ ਐਕਸਲ ਦੇ ਵਿੱਚ ਵੀ ਕਰ ਸਕਦੇ ਆ, ਵਰਡ 'ਚ ਵੀ ਕਰ ਸਕਦੇ ਆ। ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਹੈ ਵਾਟ ਇਜ਼ ਦਾ ਸ਼ਾਰਟਕਟ ਕੀ ਫॉर ਦਾ ਮੈਨੂਅਲ ਲਾਈਨ ਬ੍ਰੇਕ। ਜੇ ਮੈਨੂਅਲ ਲਾਈਨ ਬ੍ਰੇਕ ਦੀ ਗੱਲ ਕਰਾਂਗੇ ਰਾਜੇ, ਇਹ ਵਰਡ ਦੇ ਵਿੱਚ ਹੁੰਦੀ ਹੈ। ਇਹ ਵਰਡ ਦੇ ਵਿੱਚ ਆਪਾਂ ਲਾਈਨ ਬ੍ਰੇਕ ਕਹਿ ਸਕਦੇ ਆ ਜਾਂ ਮੈਨੂਅਲ ਲਾਈਨ ਬ੍ਰੇਕ ਕਹਿ ਸਕਦੇ ਆ। ਉਹਦੀ ਸ਼ਾਰਟਕਟ ਹੁੰਦੀ ਹੈ ਸ਼ਿਫਟ ਪਲੱਸ ਐਂਟਰ। ਆ ਟੈਬ ਵਾਲਾ ਕਦੇ ਨਹੀਂ ਪੁੱਛਿਆ ਜਾਂਦਾਗਾ। ਕੰਟਰੋਲ ਪਲੱਸ ਐਂਟਰ ਹੁੰਦਾ ਰਾਜੇ ਵਰਡ ਦੇ ਵਿੱਚ, ਕਾਦੇ ਵਾਸਤੇ ਹੁੰਦਾ ਰਾਜੇ, ਪੇਜ ਬ੍ਰੇਕ ਵਾਸਤੇ। ਕਾਦੇ ਵਾਸਤੇ ਹੁੰਦਾ, ਪੇਜ ਬ੍ਰੇਕ ਵਾਸਤੇ। ਤੇ ਐਕਸਲ ਦੇ ਵਿੱਚ ਹੁੰਦਾ ਰਾਜੇ ਆਲਟ ਪਲੱਸ ਐਂਟਰ। ਤਾਂ ਤੁਹਾਨੂੰ ਮੈਂ ਪ੍ਰੈਕਟੀਕਲ ਵੀ ਕਰਕੇ ਦਿਖਾ ਦਿੰਦਾ। ਬਾਕੀ ਆ ਦੇਖੋ ਤੁਹਾਡੇ ਸਾਹਮਣੇ, ਜਿਵੇਂ ਆ ਲਿਖਿਆ ਹੋਇਆ ਟੋਟਲ ਕਾਸਟ ਆਫ ਸੇਲ, ਇੱਥੋਂ ਮੈਂ ਲਾਈਨ ਬ੍ਰੇਕ ਕਰਨੀ ਆ। ਮੈਂ ਇੱਥੇ ਰੱਖ ਕੇ ਕਰਸਰ ਕੀ ਕਰੂੰਗਾ, ਕੰਟਰੋਲ ਆਲਟ ਐਂਟਰ ਮਾਰੂੰਗਾ ਤਾਂ ਮੇਰਾ ਕੀ ਆ ਜਾਊਗਾ, ਦੇਖੋ ਲਾਈਨ ਬ੍ਰੇਕ ਹੋ ਕੇ ਆ ਜਾਊਗੀ। ਬਟ ਆਪਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ, ਚਿੰਤਾ ਨਹੀਂ ਕਰਨੀਗੀ। ਆਪਾਂ ਕੋਈ ਵੀ ਲੈ ਲੈਂਦੇ ਆ, ਐਕਸਲ ਦੀ ਫਾਈਲ ਲੈ ਲੈਂਦੇ ਆ, ਇੱਥੇ ਪਈ ਹੋਊਗੀ ਕੋਈ ਨਾ ਕੋਈ ਆ ਲੈ ਲੈਂਦੇ ਕੋਈ ਵੀ, ਕੁਝ ਵੀ ਲਿਖ ਲੈਂਦੇ ਆਪਾਂ। ਮੰਨ ਲਓ ਮੈਂ ਇੱਥੇ ਲਿਖ ਦਿੰਦਾ, ਕੁਝ ਵੀ ਲਿਖ ਦਿੰਦਾ, ਬਲਜਿੰਦਰ ਸਿੰਘ ਲਿਖ ਦਿੰਦਾ। ਤੁਹਾਨੂੰ ਥੋੜਾ ਜਿਹਾ ਇਹਨੂੰ ਮੈਂ ਥੋੜਾ ਜਿਹਾ ਕਰ ਦੇਵਾਂ, ਇਹਦਾ ਸਾਈਜ਼ ਵੱਡਾ, ਤੁਹਾਨੂੰ ਥੋੜਾ ਜਿਹਾ ਕਲੀਅਰ ਹੋ ਜਾਊਗਾ। ਇਹਨੂੰ ਮੈਂ ਕਰ ਦਿੰਦਾ ਜੀ, ਇਹ ਦੇਖੋ ਮੰਨ ਲਓ ਰਾਜੇ ਇਹ ਸੀਗਾ, ਠੀਕ ਹੈ। ਇਹਨੂੰ ਮੈਂ ਬਲਜਿੰਦਰ ਸਿੰਘ ਲਿਖਿਆ ਹੋਇਆ, ਮੈਂ ਸਿੰਘ ਤੋਂ ਲੈ ਕੇ ਕੀ ਕਰਨਾ ਚਾਹੁੰਦਾ, ਲਾਈਨ ਬ੍ਰੇਕ ਕਰਨਾ ਚਾਹੁੰਦਾ। ਮੈਂ ਕੀ ਨੱਪੂਗਾ ਰਾਜੇ, ਆਲਟ ਪਲੱਸ ਐਂਟਰ। ਆਲਟ ਨੱਪ ਲੂੰਗਾ ਤੇ ਐਂਟਰ ਨੱਪ ਲੂੰਗਾ। ਤੁਸੀਂ ਧਿਆਨ ਦੇ ਨਾਲ ਦੇਖੋ ਕੀ ਹੋਗੀ, ਲਾਈਨ ਬ੍ਰੇਕ ਹੋ ਗਈ ਨਾ। ਤਾਂ ਬਲਜਿੰਦਰ ਤੋਂ ਅੱਗੇ ਕੀ ਹੋ ਗਿਆ, ਸਿੰਘ ਦੇ ਵਿੱਚ ਕੀ ਹੋ ਗਿਆ, ਲਾਈਨ ਬ੍ਰੇਕ ਹੋ ਗਈ। ਤਾਂ ਆਲਟ ਐਂਟਰ ਨਾਲ ਕੀ ਕਰਦੇ ਆ ਆਪਾਂ, ਐਕਸਲ ਦੇ ਸੈੱਲ ਦੇ ਵਿੱਚ ਲਾਈਨ ਬ੍ਰੇਕ ਕਰਦੇ ਆ। ਹੁਣ ਆਪਾਂ ਵਰਡ ਤੇ ਆ ਜਾਂਦੇ ਆ ਰਾਜੇ। ਵਰਡ ਦਾ ਕਰਨਾ ਹੋਵੇ ਰਾਜੇ, ਆਪਾਂ ਇੱਕ ਵਰਡ ਦੀ ਇੱਕ ਫਾਈਲ ਲੈ ਲੈਂਦੇ ਆ, ਕੋਈ ਵੀ ਮੰਨ ਲਓ ਡੈਮੋ ਆ ਪਈ ਆ। ਹੁਣ ਮੰਨ ਲਓ ਮੈਂ ਮੈਨੂਅਲ ਲਾਈਨ ਬ੍ਰੇਕ ਕਰਨੀ ਆ। ਵੈਸੇ ਲਾਈਨ ਬ੍ਰੇਕ ਕਿਵੇਂ ਹੋਊਗੀ, ਜਿਵੇਂ ਇੱਥੇ ਖਤਮ ਹੋ ਗਈ, ਆਪਾਂ ਐਂਟਰ ਮਾਰਾਂਗੇ ਤਾਂ ਲਾਈਨ ਬ੍ਰੇਕ ਹੋ ਜਾਂਦੀ ਹੈ। ਦੇਖੋ ਨੈਕਸਟ ਲਾਈਨ ਦੇ ਵਿੱਚ ਆ ਗਿਆ, ਮੈਂ ਕੁਝ ਵੀ ਟਾਈਪ ਕਰ ਸਕਦਾ। ਬਟ ਮੈਨੂਅਲ ਲਾਈਨ ਬ੍ਰੇਕ ਦਾ ਮਤਲਬ ਹੁੰਦਾ ਕਿ ਮੈਂ ਇੱਥੋਂ ਲਾਈਨ ਬ੍ਰੇਕ ਕਰਨਾ ਚਾਹੁੰਦਾ। ਤਾਂ ਮੈਂ ਕੀ ਮਾਰੂੰਗਾ ਰਾਜੇ, ਸ਼ਿਫਟ ਪਲੱਸ ਐਂਟਰ। ਕੀ ਮਾਰੂੰਗਾ, ਸ਼ਿਫਟ ਪਲੱਸ ਐਂਟਰ ਮਾਰੂੰਗਾ ਤਾਂ ਮੈਂ ਮੈਨੂਅਲੀ ਲਾਈਨ ਬ੍ਰੇਕ ਕਰ ਰਿਹਾ। ਗੱਲ ਸਮਝ ਆ ਗਈ। ਇੱਕ ਹੁੰਦਾ ਪੇਜ ਬ੍ਰੇਕ, ਮੰਨ ਲਓ ਆਹ ਪੇਜ ਇੱਕ ਹੀ ਆ ਰਿਹਾ ਆਪਣੇ ਕੋਲੇ, ਪੇਜ 1 ਆਫ 1 ਆ ਰਿਹਾ। ਮੈਂ ਨੈਕਸਟ ਪੇਜ ਤੇ ਲੈ ਕੇ ਜਾਣਾ, ਇੱਥੋਂ ਮੰਨ ਲਓ ਪੰਜਾਬ ਨੂੰ ਨੈਕਸਟ ਪੇਜ ਤੇ ਲੈ ਕੇ ਜਾਣਾ। ਮੈਂ ਕੀ ਮਾਰੂੰਗਾ ਰਾਜੇ, ਕੰਟਰੋਲ ਐਂਟਰ। ਕੰਟਰੋਲ ਐਂਟਰ ਮਾਰੂੰਗਾ ਤਾਂ ਮੇਰੇ ਕੋਲ 2 ਪੇਜ ਬਣ ਗਏ। ਦੇਖੋ ਉੱਪਰ ਪੇਜ 1 ਆ, ਥੱਲੇ ਕੀ ਆ ਗਿਆ, ਪੇਜ 2 ਆ ਗਿਆ। ਤਾਂ ਸਾਰੀਆਂ ਕਲੀਅਰ ਕਰਤੀਆਂ ਰਾਜੇ ਤੁਹਾਨੂੰ। ਹੁਣ ਮੈਨੂੰ ਲੱਗਦਾ ਨਹੀਂ ਤੁਹਾਨੂੰ ਕਨਫਿਊਜ਼ਨ ਹੋਣੀ ਚਾਹੀਦੀ ਹੈ ਰਾਜੇ। ਤਾਂ ਇਹ ਸਾਰਾ ਕੁਝ ਤੁਹਾਨੂੰ ਮੈਂ ਕਲੀਅਰ ਕਰਤਾ। ਤਾਂ ਧਿਆਨ ਦੇ ਨਾਲ ਦੇਖੋ, ਸ਼ਿਫਟ ਐਂਟਰ ਕੀ ਕਰਦਾ, ਵਰਡ ਦੇ ਵਿੱਚ ਲਾਈਨ ਬ੍ਰੇਕ ਕਰਨ ਵਾਸਤੇ ਜਾਂ ਮੈਨੂਅਲ ਲਾਈਨ ਬ੍ਰੇਕ ਕਰਨ ਵਾਸਤੇ। ਕੰਟਰੋਲ ਐਂਟਰ ਪੇਜ ਬ੍ਰੇਕ ਕਰਨ ਵਾਸਤੇ ਵਰਡ ਦੇ ਵਿੱਚ। ਆਲਟ ਐਂਟਰ ਐਕਸਲ ਦੇ ਵਿੱਚ ਪੇਜ ਲਾਈਨ ਬ੍ਰੇਕ ਕਰਨ ਵਾਸਤੇ। ਤਾਂ ਸਾਰਾ ਕੁਝ ਵਿਦ ਪ੍ਰੈਕਟੀਕਲ ਤੁਹਾਨੂੰ ਕਰਵਾਤਾ, ਯਾਦ ਰੱਖ ਲਿਓ। ਅੱਗੇ ਆ ਗਿਆ ਜੀ, ਕਹਿੰਦਾ ਜੀ ਵਿਚ ਏਰੀਆ ਜੋਇਸਟਿਕ ਇਜ਼ ਨਾਟ ਯੂਜ਼ਡ। ਰਾਜੇ ਜੋਇਸਟਿਕ, ਜੋਇਸਟਿਕ ਦੋ ਵਰਡ ਤੋਂ ਬਣਿਆ, ਜੋਏ ਪਲੱਸ ਸਟਿਕ। ਜੋਏ ਦਾ ਮਤਲਬ ਹੁੰਦਾ ਫੰਕਸ਼ਨ ਕਰਨਾ ਤੇ ਸਟਿਕ ਦਾ ਮਤਲਬ ਹੁੰਦਾ ਡੰਡਾ। ਤਾਂ ਜੋਇਸਟਿਕ ਤੁਹਾਨੂੰ ਮੈਂ ਦਿਖਾ ਵੀ ਦੇਣਾ, ਕੰਪਿਊਟਰ ਦੇ ਵਿੱਚ ਯੂਜ਼ ਹੁੰਦੀ ਹੈ ਰਾਜੇ, ਸਿਮੂਲੇਟਰ ਦੇ ਵਿੱਚ ਵੀ ਯੂਜ਼ ਹੁੰਦੀ ਹੈ, ਕਈ ਮੋਬਾਈਲ ਫੋਨ ਦੇ ਵਿੱਚ ਵੀ ਯੂਜ਼ ਹੁੰਦੀ ਸੀਗੀ। ਇਹ ਥੋੜੀ ਜਿਹੀ ਐਡਵਾਂਸ ਹੈ, ਸਿੰਪਲ ਵਾਲੀ ਬਿਲਕੁਲ ਸਿੰਪਲ ਹੁੰਦੀ ਹੈ। ਇਹ ਟੌਪ ਤੇ ਇੱਕ ਬਟਨ ਲੱਗਾ ਹੁੰਦਾ, ਠੀਕ ਹੈ, ਜਿਹਦੇ ਨਾਲ ਆਪਾਂ ਕੀ ਕਰਦੇ ਹਾਂ, ਕੋਈ ਕਮਾਂਡ ਸਿਲੈਕਟ ਕਰਦੇ ਹਾਂ। ਤਾਂ ਜਿਹੜੀ ਜੋਇਸਟਿਕ ਹੁੰਦੀ ਹੈ ਰਾਜੇ, ਬੇਸਿਕਲੀ ਇਹ ਵੀਡੀਓ ਗੇਮ ਖੇਡਣ ਵਾਸਤੇ ਹੁੰਦੀ ਹੈ, ਠੀਕ ਹੈ ਜੀ। ਟ੍ਰੇਨਿੰਗ ਦੇ ਵਿੱਚ ਵੀ ਯੂਜ਼ ਹੁੰਦੀ ਹੈ, ਜੇ ਮੰਨ ਲਓ ਕੋਈ ਟ੍ਰੇਨਿੰਗ ਸਿਮੂਲੇਟਰ ਤੁਸੀਂ ਯੂਜ਼ ਕਰ ਰਹੇ ਹੋ, ਫਲਾਈਟ ਸਿਮੂਲੇਟਰ ਯੂਜ਼ ਕਰ ਰਹੇ ਹੋ, ਮੋਬਾਈਲ ਫੋਨ ਯੂਜ਼ ਕਰ ਰਹੇ ਹੋ। ਸਿਮੂਲੇਟਰ ਸਮਝਦੇ ਹੋ ਨਾ, ਜਿਵੇਂ ਹੁਣ ਆਪਣੇ ਤਾਂ ਕੀ ਕਰਦੇ ਆ, ਜਿਵੇਂ ਹੁਣ ਗੱਡੀਆਂ ਸਿਖਾਉਂਦੇ ਆ, ਕਿਸੇ ਨੂੰ ਕਾਰ ਸਿੱਖਣੀ ਆ, ਆਪਣੇ ਤਾਂ ਮੂੰਹ ਚੱਕ ਕੇ ਗੱਡੀ ਦੇ ਵਿੱਚ ਬਹਾ ਦਿੰਦੇ ਬੰਦੇ ਨੂੰ ਤੇ ਬਾਜ਼ਾਰ ਦੇ ਵਿੱਚ ਗੱਡੀ ਵਾੜ ਦਿੰਦੇ ਆ। ਪਰ ਫੋਰਨ ਦੇ ਵਿੱਚ ਇਦਾਂ ਨਹੀਂ ਹੁੰਦਾ। ਆਪਣੇ ਸਾਹਮਣੇ ਸਕਰੀਨ ਲੱਗੀ ਹੁੰਦੀ ਹੈ, ਆਪਣੇ ਹੱਥ ਦੇ ਵਿੱਚ ਸਟੀਅਰਿੰਗ ਹੁੰਦਾ ਹੈ। ਆਪਾਂ ਨੂੰ ਸਕਰੀਨ ਤੇ ਐਂ ਲੱਗਦਾ ਵੀ ਗੱਡੀ ਚੱਲ ਰਹੀ ਹੈ, ਲੇਕਿਨ ਆਪਾਂ ਉੱਥੇ ਬੈਠੇ ਹੁੰਨੇ ਆ। ਤਾਂ ਉੱਥੇ ਸਿਮੂਲੇਟਰ ਹੁੰਦੇ ਆ, ਸਿਮੂਲੇਟਰ ਦੇ ਵਿੱਚ ਵਰਤੀ ਜਾਂਦੀ ਹੈ ਜੋਇਸਟਿਕ, ਠੀਕ ਹੈ, ਜਿਵੇਂ ਗੇਅਰ ਦੇ ਤੌਰ ਤੇ, ਠੀਕ ਹੈ, ਜਾਂ ਕਿਸੇ ਹੋਰ ਚੀਜ਼ ਦੇ ਤੌਰ ਤੇ ਵਰਤੀ ਜਾਂਦੀ ਹੈ। ਫਲਾਈਟ ਸਿਮੂਲੇਟਰ ਦੇ ਵਿੱਚ ਵੀ ਵਰਤੀ ਜਾਂਦੀ ਹੈ। ਕਹਿੰਦਾ ਵੀ ਕਿਹੜੇ ਏਰੀਆ 'ਚ ਨਹੀਂ ਵਰਤੀ ਜਾਂਦੀ, ਤਾਂ ਇਹਦੇ ਨਾਲ ਆਪਾਂ ਚੈਟਿੰਗ ਨਹੀਂ ਕਰ ਸਕਦੇ, ਕਿਉਂਕਿ ਚੈਟਿੰਗ ਕਰਨ ਵਾਸਤੇ ਆਪਾਂ ਨੂੰ ਕੀ ਚਾਹੀਦਾ, ਕੀਬੋਰਡ ਚਾਹੀਦਾ ਹੈ। ਤਾਂ ਕੀਬੋਰਡ ਦਾ ਕੰਮ ਨਹੀਂ ਕਰਦੀ ਕਦੇ ਵੀ ਇਹ ਕੀ ਇੱਕ ਤਰ੍ਹਾਂ ਦੀ ਪੁਆਇੰਟਿੰਗ ਡਿਵਾਈਸ ਹੈ। ਜਿਵੇਂ ਮਾਊਸ ਹੈ ਨਾ, ਉਵੇਂ ਇੱਕ ਕੀ ਹੈ, ਇਹ ਪੁਆਇੰਟਿੰਗ ਡਿਵਾਈਸ ਹੈ ਰਾਜੇ। ਤਾਂ ਇਹ ਚੈਟਿੰਗ ਨਹੀਂ ਕਰ ਸਕਦੀ, ਜਿਸ ਕਰਕੇ ਚੈਟਿੰਗ ਦੇ ਵਿੱਚ ਨਹੀਂ ਯੂਜ਼ ਹੁੰਦੀ। ਬੇਸਿਕਲੀ ਜ਼ਿਆਦਾ ਯੂਜ਼ ਕਿਹਦੇ ਵਿੱਚ ਹੁੰਦੀ ਹੈ, ਵੀਡੀਓ ਗੇਮ ਦੇ ਵਿੱਚ। ਅਗਲਾ ਕੁਐਸਚਨ ਤੁਸੀਂ ਆਪਣੇ ਆਪ ਆਨਸਰ ਕਰ ਸਕਦੇ ਹੋ ਰਾਜੇ, ਬਹੁਤ ਸੌਖਾ। ਕਹਿੰਦਾ ਵੀ ਕਿਹੜੀ ਸਟੇਟਮੈਂਟ ਟਰੂ ਹੈ। ਕਹਿੰਦਾ ਜਿਹੜਾ ਇੰਟਰਨੈਟ ਪ੍ਰੋਟੋਕਾਲ ਹੈ, ਜਿਹਨੂੰ ਆਪਾਂ ਆਈਪੀ ਪ੍ਰੋਟੋਕਾਲ ਕਹਿੰਦੇ ਆ, ਕਹਿੰਦਾ ਜੀ ਇੰਟਰਨੈਟ ਪ੍ਰੋਟੋਕਾਲ ਯੂਜ਼ਡ ਬਾਈ ਦਾ ਇੰਟਰਨੈਟ ਫॉर ਦਾ ਟ੍ਰਾਂਸਫਰਿੰਗ ਦਾ ਮੈਸੇਜ ਫਰੋਮ ਦਾ ਵਨ ਮਸ਼ੀਨ ਟੂ ਅਦਰ। ਤਾਂ ਤੁਹਾਨੂੰ ਪਤਾ ਹੈ ਵੀ TCP IP ਮਿਲ ਕੇ ਕੀ ਕਰਦੇ ਆ ਰਾਜੇ, ਕੋਈ ਮੈਸੇਜ ਕੋਈ ਪੈਕਟ ਭੇਜਣਾ ਹੈ, ਸੈਂਡਰ ਟੂ ਰਿਸੀਵਰ ਭੇਜ ਸਕਦੇ ਆ ਆਪਾਂ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਟਰੂ ਹੈ। ਸੈਕੰਡ ਕੀ ਕਹਿ ਰਿਹਾ ਰਾਜੇ, ਕਹਿੰਦਾ ਜਿਹੜਾ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਹੈ, ਜਿਹਨੂੰ ਆਪਾਂ TCP ਕਹਿੰਦੇ ਆ,
ਕਹਿੰਦਾ ਪ੍ਰੋਵਾਈਡ ਦਾ ਲੌਜਿਕ ਫॉर ਦਾ ਇੰਸ਼ੋਰਿੰਗ ਦਾ ਰਿਲਾਈਏਬਲ ਡਿਲੀਵਰੀ। ਤਾਂ ਕਹਿਣ ਦਾ ਮਤਲਬ ਜੇ TCP ਦੇ ਵਿੱਚ ਮੈਂ ਕੋਈ ਡਾਟਾ ਭੇਜ ਰਿਹਾ ਨਾ ਕਿਸੇ ਸੈਂਡਰ ਟੂ ਰਿਸੀਵਰ, ਤਾਂ ਆਪਾਂ ਨੂੰ ਜਦੋਂ ਡਾਟਾ ਸੈਂਡਰ ਟੂ ਰਿਸੀਵਰ ਜਦੋਂ ਡਾਟਾ ਪਹੁੰਚ ਜੂਗਾ ਉੱਥੇ ਇੱਕ ਐਕਨੋਲਜਮੈਂਟ ਆਊਗੀ ਵੀ ਤੁਹਾਡਾ ਡਾਟਾ ਬਿਲਕੁਲ ਸਕਸੈਸਫੁਲੀ ਪਹੁੰਚ ਗਿਆ, ਕਿਉਂਕਿ ਇਹ ਕੀ ਇੱਕ ਤਰ੍ਹਾਂ ਦਾ ਕਨੈਕਸ਼ਨ ਓਰੀਐਂਟਡ ਪ੍ਰੋਗਰਾਮ ਹੈ TCP। ਤਾਂ ਜਿਵੇਂ ਹੁਣ ਤੁਸੀਂ WhatsApp ਤੇ ਮੈਸੇਜ ਭੇਜਦੇ ਹੋ, ਡਬਲ ਚੈੱਕ ਲੱਗਾ ਜਾਂਦਾ, ਆਪਣਾ ਮੈਸੇਜ ਡਿਲੀਵਰ ਹੋ ਜਾਂਦਾ ਹੈ, ਇਹ ਬਲੂ ਕਲਰ ਦੇ ਹੋ ਜਾਂਦੇ, ਆਪਾਂ ਨੂੰ ਪਤਾ ਲੱਗ ਜਾਂਦਾ ਬੰਦੇ ਨੇ ਰੀਡ ਕਰ ਲਿਆ ਮੈਸੇਜ। ਤਾਂ ਸੇਮ ਵੇ ਡਾਟਾ ਜਦੋਂ ਸੈਂਡ ਕਰ ਰਹੇ ਹਾਂ ਸੈਂਡਰ ਟੂ ਰਿਸੀਵਰ, ਤਾਂ ਰਿਸੀਵਰ ਉੱਥੇ ਇੱਕ ਮੈਸੇਜ ਭੇਜਦਾ ਵੀ ਹਾਂ ਡਾਟਾ ਮੇਰੇ ਕੋਲ ਪਹੁੰਚ ਗਿਆ। ਤਾਂ TCP ਕੀ ਹੈ, ਇੱਕ ਤਰ੍ਹਾਂ ਦਾ ਭਰੋਸੇਮੰਦ ਪ੍ਰੋਟੋਕਾਲ ਹੈ। UDP ਦੇ ਵਿੱਚ ਇਹ ਚੀਜ਼ ਨਹੀਂ ਹੈਗੀ। UDP ਦੇ ਵਿੱਚ ਡਾਟਾ ਲਗਾਤਾਰ ਜਾ ਰਿਹਾ ਹੁੰਦਾ ਸੈਂਡਰ ਟੂ ਰਿਸੀਵਰ, ਲੇਕਿਨ ਰਿਸੀਵਰ ਕਦੇ ਵੀ ਐਕਨੋਲਜਮੈਂਟ ਨਹੀਂ ਭੇਜਦਾ ਵੀ ਡਾਟਾ ਪਹੁੰਚਿਆ ਜਾਂ ਨਹੀਂ ਪਹੁੰਚਿਆ, ਆਪਾਂ ਮੰਨ ਕੇ ਚੱਲਦੇ ਹਾਂ ਵੀ ਪਹੁੰਚ ਗਿਆ, ਠੀਕ ਹੈ, ਮਤਲਬ ਹਿੱਟ ਐਂਡ ਟ੍ਰਾਇਲ ਮੈਥਡ ਹੈ। ਤਾਂ TCP ਦੇ ਵਿੱਚ ਹਮੇਸ਼ਾ ਇਹ ਪੱਕਾ ਸ਼ੋਰ ਹੁੰਦਾ ਵੀ ਡਾਟਾ ਪਹੁੰਚੂਗਾ ਹੀ ਪਹੁੰਚੂਗਾ, ਜੇ ਨਹੀਂ ਪਹੁੰਚਦਾ ਤੇ ਇਹ ਮੈਸੇਜ ਭੇਜ ਦਿੰਦਾ ਵੀ ਐਰਰ ਆ ਗਈ, ਡਾਟਾ ਮੇਰੇ ਕੋਲ ਨਹੀਂ ਪਹੁੰਚਿਆ, ਦੁਬਾਰਾ ਸੈਂਡ ਕਰੋ, ਤਾਂ ਰੀਸੈਂਡ ਕਰ ਦਿੰਦਾ ਡਾਟਾ। ਤਾਂ ਕਹਿਣ ਦਾ ਮਤਲਬ ਦੋਨੇ ਜਿਹੜੀਆਂ ਹੈਗੀਆਂ ਸਟੇਟਮੈਂਟ ਟਰੂ ਨੇ। ਤਾਂ TCP ਕੀ ਰਾਜੇ ਤੁਹਾਨੂੰ ਮੈਂ ਦੱਸਿਆ ਕਨੈਕਸ਼ਨ ਓਰੀਐਂਟਡ ਹੈ ਤੇ ਭਰੋਸੇਮੰਦ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰਿਲਾਈਏਬਲ ਡਿਲੀਵਰੀ ਕਰਦਾ ਹੈ, ਠੀਕ ਹੈ। ਤਾਂ ਜਿਹੜਾ UDP ਹੈ ਰਾਜੇ ਕੀ ਇੱਕ ਭਰੋਸੇਮੰਦ ਨਹੀਂ ਹੈਗਾ, ਜਿਹਨੂੰ ਆਪਾਂ ਕਹਿੰਦੇ ਨੇ ਕਨੈਕਸ਼ਨ ਲੈਸ। ਜੇ ਕਹੋਗੇ ਤਾਂ TCP ਤੇ UDP ਤੇ ਵੀ ਇੱਕ ਆਪਣੀ ਵੀਡੀਓ ਬਣ ਸਕਦੀ ਹੈ 5-7 ਮਿੰਟ ਦੀ, ਇਹ ਵੀ ਆਪਾਂ ਕਰਵਾ ਦਾਂਗੇ, ਇਹ ਵੀ ਕਮੈਂਟ ਕਰ ਦਿਓ। ਅਗਲਾ ਕੁਐਸਚਨ ਤੁਸੀਂ ਆਨਸਰ ਕਰ ਸਕਦੇ ਹੋ, ਲਾਸਟ ਵੀਡੀਓ 'ਚ ਵੀ ਮੈਂ ਕਰਵਾਇਆ ਸੀਗਾ, ਕਿਹੜਾ ਕੰਪੋਨੈਂਟ ਹੁੰਦਾ ਜਿਹੜਾ CPU ਦਾ ਸੈਂਟਰਲ ਨਰਵਸ ਸਿਸਟਮ ਦੇ ਤੌਰ ਤੇ ਕੰਮ ਕਰਦਾ ਰਾਜੇ, ਜਿਹੜਾ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਦਾ ਕੰਮ ਹੁੰਦਾ ਸਾਰਾ ਕੁਝ ਕਰਨਾ। ਅਰਥਮੈਟਿਕ ਲੌਜਿਕ ਯੂਨਿਟ ਦਾ ਕੰਮ ਕੀ ਹੁੰਦਾ, ਜਿਵੇਂ ਪਲੱਸ ਮਾਈਨਸ ਡਿਵਾਈਡ, ਠੀਕ ਹੈ, ਤੇ ਮੋਡੂਲਸ ਹੋ ਗਿਆ ਤੁਹਾਡਾ, ਠੀਕ ਹੈ ਜੀ, ਤੇ ਗੁਣਾ ਕਰਨਾ, ਠੀਕ ਹੈ ਜੀ, ਤੇ ਲੈਸ ਦੈਨ ਗ੍ਰੇਟਰ ਦੈਨ ਲੌਜਿਕ ਲੱਭਣੇ, ਗ੍ਰੇਟਰ ਦੈਨ ਇਕੁਅਲ ਟੂ, ਠੀਕ ਹੈ, ਲੈਸ ਦੈਨ ਇਕੁਅਲ ਟੂ, ਨਾਟ ਇਕੁਅਲ ਟੂ ਸਭ ਕੁਝ ਲੱਭਣਾ, ਕੰਮ ਕੀਤਾ ALU ਦਾ ਕੰਮ ਹੈ। ਅਗਲਾ ਆ ਗਿਆ ਜੀ, ਇੱਥੇ ਲਿਖਿਆ ਕਹਿੰਦਾ ਫੁੱਲ ਫਾਰਮ ਆਫ ਵੌਮ। ਵੌਮ ਦੀ ਫੁੱਲ ਫਾਰਮ ਪੁੱਛ ਰਿਹਾ ਰਾਜੇ, ਡਿਸਕ ਗਲਤ ਨਾਲ ਲਿਖਿਆ ਗਿਆ। ਵੌਮ ਰਾਜੇ ਮੈਂ ਮੈਲਸ਼ੀਅਸ ਸੌਫਟਵੇਅਰ ਦੇ ਵਿੱਚ ਕਰਵਾਇਆ ਹੋਇਆ, ਮਾਲਵੇਅਰ ਟੌਪਿਕ ਪਿਆ, ਇੱਕ ਮਾਲਵੇਅਰ ਨਾਮ ਦੀ ਇੱਕ ਵੀਡੀਓ ਪਈ ਹੈ। ਤਾਂ ਰਾਜੇ ਵੌਮ ਕੀ ਕਰਦਾ ਰਾਜੇ, ਆਪਣੀਆਂ ਕਾਪੀਆਂ ਜਨਰੇਟ ਕਰਦਾ ਰਹਿੰਦਾ, ਹਮੇਸ਼ਾ ਸ਼ਾਰਟਕਟ ਬਣਾਉਂਦਾ ਰਹਿੰਦਾ, ਸ਼ਾਰਟਕਟ ਫੋਲਡਰ ਬਣਾਉਂਦਾ ਰਹਿੰਦਾ। ਇਹਦਾ ਮਕਸਦ ਕੀ ਹੁੰਦਾ ਵੀ ਆਪਣੀ ਡਿਸਕ ਹੁੰਦੀ ਉਹਨੂੰ ਭਰ ਦੇਣਾ ਤੇ ਆਪਣਾ ਕੰਪਿਊਟਰ ਨੂੰ ਕੀ ਕਰ ਦੇਣਾ, ਫਰੀਜ਼ ਕਰ ਦੇਣਾ। ਤੈਨੂੰ ਕਹਿੰਦੇ ਆ ਜੀ ਰਾਈਟ ਵਨਸ ਰੀਡ ਮੈਨੀ। ਕਹਿਣ ਦਾ ਮਤਲਬ ਇਹਦਾ ਕੋਡ ਇੱਕ ਵਾਰੀ ਲਿਖਿਆ ਜਾਂਦਾ, ਜਦੋਂ ਇਹਨੂੰ ਲਿਖਦੇ ਆ ਬਣਾਉਂਦੇ ਆ। ਵੌਮ ਇੱਕ ਤਰ੍ਹਾਂ ਦਾ ਵਾਇਰਸ ਦੀ ਫੁੱਲ ਫਾਰਮ ਹੀ ਹੈ, ਵਾਇਰਸ ਦੀ ਸਬ ਕਲਾਸ ਹੈ। ਤਾਂ ਵਾਇਰਸ ਤੋਂ ਜ਼ਿਆਦਾ ਖਤਰਨਾਕ ਹੁੰਦਾ, ਇੱਕ ਕੋਡ ਲਿਖਿਆ ਜਾਂਦਾ ਹੈ। ਜਦੋਂ ਕੋਡ ਆਪਣੇ ਕੰਪਿਊਟਰ ਦੇ ਵਿੱਚ ਆ ਜਾਂਦਾ, ਜਿਵੇਂ ਆਪਾਂ ਇੰਟਰਨੈਟ ਤੋਂ ਕੋਈ ਫਾਈਲ ਡਾਊਨਲੋਡ ਕੀਤੀ, ਕੋਈ ਗਾਣਾ ਡਾਊਨਲੋਡ ਕੀਤਾ, ਜਾਂ ਆਪਣੇ ਕੰਪਿਊਟਰ 'ਚ ਆ ਜਾਊਗਾ ਤੇ ਆਪਣੇ ਆਪ ਕੀ ਕਰੂਗਾ, ਆਪਣੀਆਂ ਕਾਪੀਆਂ ਬਣਾਉਂਦਾ ਰਹੂਗਾ। ਤਾਂ ਕਹਿਣ ਦਾ ਮਤਲਬ ਲਿਖਿਆ ਇਹਨੂੰ ਇੱਕ ਵਾਰੀ ਹੈ, ਰਾਈਟ ਇਹਨੂੰ ਇੱਕ ਵਾਰੀ ਕੀਤਾ, ਲੇਕਿਨ ਰੀਡ ਵਾਰੀ-ਵਾਰੀ ਹੋ ਰਿਹਾ। ਤਾਂ ਵਾਰੀ-ਵਾਰੀ ਰੀਡ ਹੋ ਕੇ ਇਹ ਕਾਪੀਆਂ ਬਣਾਉਂਦਾ ਰਹੂਗਾ, ਬਣਾਉਂਦਾ ਰਹੂਗਾ, ਬਣਾਉਂਦਾ ਰਹੂਗਾ, ਤੇ ਆਪਣੀ ਹਾਰਡ ਡਿਸਕ ਫੁੱਲ ਹੋ ਜੂਗੀ ਜਾਂ ਫਿਰ ਕ੍ਰੈਸ਼ ਹੋ ਜੂਗੀ। ਤੈਨੂੰ ਕਹਿ ਦਿੰਦੇ ਆ ਰਾਈਟ ਵਨਸ ਰੀਡ ਮੈਨੀ। ਤਾਂ ਵੌਮ ਦੀ ਫੁੱਲ ਫਾਰਮ ਹੈ, ਠੀਕ ਹੈ ਜੀ, ਰਾਈਟ ਵਨਸ ਰੀਡ ਮੈਨੀ। ਤਾਂ ਲਿਖਿਆ ਇੱਕ ਵਾਰੀ ਹੈ, ਜਿਵੇਂ ਨੋਟਸ ਲਿਖਦੇ ਆਪਾਂ ਇੱਕ ਵਾਰੀ, ਲੇਕਿਨ ਹਰੇਕ ਪੇਪਰ ਦੇ ਵਿੱਚ ਆਪਾਂ ਕੀ ਕਰਦੇ ਰਹਿੰਦੇ, ਪੜ੍ਹਦੇ ਰਹਿੰਦੇ ਆ ਨੋਟਸ। ਤਾਂ ਰਾਈਟ ਵਨਸ ਰੀਡ ਮੈਨੀ। ਅਗਲਾ ਕੁਐਸਚਨ ਵੀ ਬਹੁਤ ਸੌਖਾ ਰਾਜੇ, ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਫੰਕਸ਼ਨ ਟੈਬ ਇਜ਼ ਕਰੈਕਟ। ਦੋਨੇ ਇਨਕਰੈਕਟ ਨੇ ਰਾਜੇ, ਉਹਦਾ ਕਾਰਨ ਕੀ ਹੈ, ਜਿਹੜਾ ਵਿੰਡੋ ਜਾਂ ਮੈਕਰੋ ਹੁੰਦੇ ਰਾਜੇ, ਇਹ ਕਿਹੜੀ ਟੈਬ ਦੇ ਵਿੱਚ ਹੁੰਦੇ ਆ, ਇਹ ਵਿਊ ਟੈਬ ਦੇ ਵਿੱਚ ਹੁੰਦੇ ਆ। ਤਾਂ ਧਿਆਨ ਦੇ ਨਾਲ ਸਾਰੀਆਂ ਟੈਬ ਵਗੈਰਾ ਮੈਂ ਕਰਾਈਆਂ ਹੋਈਆਂ, ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਆ ਵਿਊ ਟੈਬ ਖੋਲਾਂਗੇ ਰਾਜੇ, ਆ ਦੇਖੋ ਵਿਊ ਟੈਬ ਹੈ ਨਾ, ਵਿਊ ਟੈਬ ਦੇ ਵਿੱਚ ਹੀ ਇਹ ਦੇਖੋ ਵਿੰਡੋ ਪਈ ਹੈ, ਵਿਊ ਟੈਬ ਦੇ ਵਿੱਚ ਮੈਕਰੋ ਪਏ ਹੈ, ਠੀਕ ਹੈ। ਰੀਵਿਊ ਦੇ ਵਿੱਚ ਨਹੀਂ ਹੈਗੇਗੇ, ਤਾਂ ਰੀਵਿਊ ਦੇ ਵਿੱਚ ਕਹਿ ਰਿਹਾ, ਸਲਾਈਡ ਸ਼ੋ ਦੇ ਵਿੱਚ ਕਹਿ ਰਿਹਾ ਨਹੀਂ ਹੈਗੇ। ਦੋਨੇ ਕਿੱਥੇ ਪਏ ਨੇ ਰਾਜੇ, ਵਿਊ ਦੇ ਵਿੱਚ ਪਏ ਨੇ। ਤਾਂ ਮੇਰਾ ਕੀ ਹੋ ਗਿਆ ਰਾਜੇ, ਇੱਥੇ ਰਾਈਟ ਆਂਸਰ ਕੀ ਹੋ ਗਿਆ, ਨਾਈਦਰ 1 ਨੋਰ 2, ਕਿਉਂਕਿ ਦੋਨੇ ਗਲਤ ਨੇ, ਠੀਕ ਹੈ। ਤਾਂ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, OLED ਮੋਨੀਟਰ ਕਿਹੜੇ ਹੁੰਦੇ ਰਾਜੇ, ਅੱਜ ਕੱਲ ਬਹੁਤ ਚੱਲ ਰਹੇ ਆ, ਇਹਦੀ ਫੁੱਲ ਫਾਰਮ ਪੁੱਛ ਰਿਹਾ। ਤਾਂ ਮੈਂ ਲੈਡ ਦੀ ਫੁੱਲ ਫਾਰਮ ਕਰਾਈ ਹੋਈ ਹੈ ਰਾਜੇ। ਤਾਂ OLED ਦਾ ਮਤਲਬ ਹੈਗਾ ਆਰਗੈਨਿਕ ਲਾਈਟ ਇਮਿਟਿੰਗ ਡਾਇਡ। ਤਾਂ ਅੱਜ ਕੱਲ ਜਿਹੜੇ ਚੱਲ ਰਹੇ ਨਾ ਰਾਜੇ, ਆ ਦੇਖੋ ਕਰਵ ਵਾਲੇ ਚੱਲ ਰਹੇ ਆ, ਜਿਹੜੇ ਮੋਨੀਟਰ ਚੱਲ ਰਹੇ ਆ ਘਰਾਂ ਦੇ ਵਿੱਚ, LCD ਚੱਲ ਰਹੀ ਹੈ, ਲੈਡ ਚੱਲ ਰਹੀ ਹੈ, ਇਹਨੂੰ ਕਹਿ ਦਿੰਦੇ ਆ OLED। ਬਾਕੀ ਸਾਰਾ ਕੁਝ ਯਾਦ ਰੱਖਣਾ ਰਾਜੇ, ਮੈਂ ਸਾਰਾ ਕੁਝ ਕਰਾਇਆ ਹੋਇਆ ਹੈ। LCD ਦੀ ਫੁੱਲ ਫਾਰਮ ਵੀ ਕਰਾਈ ਹੋਈ ਹੈ, ਲਿਕੁਇਡ ਕ੍ਰਿਸਟਲ ਡਿਸਪਲੇ। ਪਹਿਲਾਂ ਇਹ LCD ਚੱਲਦੀ ਸੀਗੀ, LCD ਤੋਂ ਬਾਅਦ ਲੈਡ ਆ ਗਿਆ, ਲਾਈਟ ਇਮਿਟਿੰਗ ਡਾਇਡ। ਇਹਨਾਂ ਦੋਵਾਂ 'ਚ ਫਰਕ ਕੀ ਹੈ, ਜੇ LCD ਨੂੰ ਸਾਈਡ ਤੋਂ ਦੇਖੋਗੇ ਤਾਂ ਤੁਹਾਨੂੰ ਬਲਰ ਦਿਖੂਗਾ, ਪਰ ਲੈਡ ਨੂੰ ਤੁਸੀਂ ਸਾਈਡ ਤੋਂ ਦੇਖੋਗੇ ਤਾਂ ਵੀ ਤੁਹਾਨੂੰ ਕਲੀਅਰ ਦਿਖੂਗਾ। ਫਿਰ TFT ਆ ਗਏ ਸੀ, ਸਾਈਜ਼ ਥਿਨ ਆਉਣ ਲੱਗ ਗਏ ਸੀ। TFT ਦਾ ਫੁੱਲ ਫਾਰਮ ਕੀ ਹੈ, ਥਿਨ ਫਿਲਮ ਟ੍ਰਾਂਜ਼ਿਸਟਰ। ਪੁਰਾਣੇ ਜਿਹੜੇ ਕੰਪਿਊਟਰ ਹੁੰਦੇ ਸੀ ਰਾਜੇ, ਉਹਨੂੰ ਕਹਿ ਦਿੰਦੇ ਸੀਗੇ CRT। CRT ਦਾ ਮਤਲਬ ਕੀ ਹੈ, ਇਹਦੇ ਵਿੱਚ ਇੱਕ ਕੈਥੋਡ ਰੇ ਟਿਊਬ ਯੂਜ਼ ਹੁੰਦੀ ਸੀਗੀ। ਕੈਥੋਡ ਰੇ ਟਿਊਬ ਕਰਕੇ ਕੀ ਹੈ, ਸਾਈਜ਼ ਇਹਦਾ ਵੱਡਾ ਹੁੰਦਾ ਸੀਗਾ। ਤਾਂ ਸਾਰੇ ਮੋਨੀਟਰ ਦੀ ਫੁੱਲ ਫਾਰਮ ਅੱਜ ਕੱਲ ਲੇਟੈਸਟ ਜਿਹੜੇ ਚੱਲ ਰਹੇ ਰਾਜੇ, ਉਹ ਆ ਚੱਲ ਰਹੇ ਆ ਕਰਵ ਵਾਲੇ, ਜਿਹਨੂੰ ਕਹਿ ਦਿੰਦੇ ਆ OLED। ਤਾਂ ਯਾਦ ਰੱਖ ਲਿਓ, ਸਾਰਿਆਂ ਦੀ ਫੁੱਲ ਫਾਰਮ ਮੈਂ ਤੁਹਾਨੂੰ ਸਾਰਿਆਂ ਦੀ ਫੁੱਲ ਫਾਰਮ ਕਰਵਾਤੀ ਹੈ। ਤਾਂ ਸੀਕ ਟਾਈਮ ਰਾਜੇ ਤੁਸੀਂ ਕਰ ਹੀ ਸਕਦੇ ਹੋ, ਕਹਿੰਦਾ ਟਾਈਮ ਰਿਕਵਾਇਰਡ ਟੂ ਦਾ ਪੋਜੀਸ਼ਨ ਦਾ ਰੀਡ ਰਾਈਟ ਹੈਡ ਔਨ ਦਾ ਸਪੈਸੀਫਾਈਡ ਟਰੈਕ। ਜੋ ਮੈਂ ਪੰਜਾਬੀ ਚ ਕੁਐਸਚਨ ਕਰਾਇਆ ਉਹ ਇੰਗਲਿਸ਼ ਦੇ ਵਿੱਚ ਹੈ ਰਾਜੇ। ਤਾਂ ਇਸ ਟਾਈਮ ਨੂੰ ਕੀ ਕਹਾਂਗੇ, ਰੀਡ ਰਾਈਟ ਹੈਡ ਟਰੈਕ ਤੇ ਜਾ ਰਿਹਾ ਰਾਜੇ, ਤਾਂ ਸੀਕ ਟਾਈਮ। ਜੇ ਸੈਕਟਰ ਤੇ ਕਹਿ ਜੂਗਾ ਰਾਜੇ, इसका ਆਂਸਰ ਕੀ ਆ ਜਾਊਗਾ, ਲੈਟੈਂਸੀ ਟਾਈਮ।
ਤਾਂ ਆਈ ਹੋਪ ਅੱਜ ਦੀ ਵੀਡੀਓ ਬਹੁਤ ਅੱਛੀ ਰਹੀ ਹੋਗੀ ਤੁਹਾਡੇ ਵਾਸਤੇ। ਜੇ ਬਹੁਤ ਅੱਛੀ ਰਹੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਉਂਕਿ ਆਪਾਂ ਸਿਲਵਰ ਬਟਨ ਲੈਣਾ ਹੈ। ਤਾਂ ਠੀਕ ਹੈ ਜੀ। ਤਾਂ ਆ ਜਿਹੜੀ ਬੈਲ ਆਈਕਨ ਨੂੰ ਨੱਪ ਲਿਆ ਕਰੋ ਰਾਜੇ, ਆਲ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰਨਗੇ। ਤਾਂ ਇੱਕ ਪਲੀਜ਼, ਇੱਕ ਧਿਆਨ ਦੇ ਨਾਲ ਪਲੀਜ਼ ਜਾਇਓ ਨਾ, ਸੁਣ ਕੇ ਜਾਇਓ। ਕਈ ਬੱਚੇ ਮੈਨੂੰ ਕਹਿੰਦੇ ਸਰ ਜੀ ਸਾਨੂੰ ਐਪ ਦਾ ਨਹੀਂ ਪਤਾ ਲੱਗਦਾ, ਐਪ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ, ਐਪ ਤੇ ਕਿਹੜੇ ਕਿਹੜੇ ਕੋਰਸ ਚੱਲਦੇ ਸਰ ਜੀ ਸਾਨੂੰ ਉਹ ਨਹੀਂ ਪਤਾ ਲੱਗਦਾ। ਮੈਂ ਤੁਹਾਨੂੰ ਇੱਕ ਵਾਰੀ ਆਪਦੇ ਲੈਵਲ ਤੇ ਐਪ ਖੋਲ ਕੇ ਦਿਖਾ ਦਿੰਦਾ, ਤੁਹਾਡੇ ਮੋਬਾਈਲ ਤੇ ਵੀ ਖੁੱਲ ਜੂਗੀ, ਤੁਹਾਨੂੰ ਮੈਂ ਵੈਬ ਤੇ ਖੋਲ ਕੇ ਦਿਖਾ ਦਿੰਦਾ ਆਪਣੀ ਐਪ ਤੇ। ਆ ਮੇਰੀ ਐਪ ਆ ਰਾਜੇ। ਹੁਣ ਕਈ ਬੱਚਿਆਂ ਨੂੰ ਕੋਰਸ ਕਿਉਂ ਨਹੀਂ ਪਤਾ ਲੱਗਦੇ, ਤੁਸੀਂ ਸਟੋਰ ਆਪਸ਼ਨ ਤੇ ਜਾਣਾ ਰਾਜੇ। ਸਟੋਰ ਆਪਸ਼ਨ ਤੇ ਜਾਓਗੇ ਰਾਜੇ, ਤੁਹਾਨੂੰ ਸਾਰੇ ਕੋਰਸ ਮਿਲ ਜਾਣਗੇ। ਸਟੋਰ ਆਪਸ਼ਨ ਦੇ ਵਿੱਚ ਜਦੋਂ ਜਾਓਗੇ ਨਾ ਤਾਂ ਤੁਹਾਨੂੰ ਸਾਰੇ ਬੈਚ ਮਿਲ ਜਾਣਗੇ। ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸ ਦਵਾਂ ਬੈਚ, ਆ ਮਾਸਟਰ ਬੈਚ ਪਿਆ ਹੈ ਕੰਪਿਊਟਰ ਮਾਸਟਰ ਬੈਚ ਦੇ ਵਿੱਚ। ਕੀ ਹੈ ਰਾਜੇ, ਥਿਊਰੀ ਪਲੱਸ MCQ ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ ਸਾਰੇ ਪੁਰਾਣੇ ਪੇਪਰ ਸੋਲਵ ਕਰਾਏ ਜਾਣਗੇ। ਠੀਕ ਹੈ, ਇਹਦਾ ਰੇਟ ਆ ਲਿਖਿਆ ਹੋਇਆ ਹੈ। ਇੱਕ ਟੈਸਟ ਸੀਰੀਜ਼ ਚੱਲ ਰਹੀ ਹੈ ਰਾਜੇ, ਦੇ ਵਿੱਚ ਡੇਲੀ ਇੱਕ ਟੈਸਟ ਮਿਲਦਾ ਹੈ ਕੰਪਿਊਟਰ ਦਾ, ਇੱਕ GS ਦਾ, ਇੱਕ ਪੰਜਾਬੀ ਗ੍ਰਾਮਰ ਦਾ। ਠੀਕ ਹੈ, ਡੇ ਬਾਏ ਇੱਕ ਦਿਨ ਦੇ ਵਿੱਚ ਇੱਕ ਟੈਸਟ ਮਿਲਦਾ, ਮਤਲਬ ਕਿ ਰੋਟੇਸ਼ਨ ਵਾਈਜ਼ ਮਿਲਦਾ ਹੈ। ਇੱਕ ਟੈਕਨੀਕਲ ਸਪੋਰਟ ਸਰਵਿਸਿਜ਼ ਦੇ ਵਿੱਚ ਡਾਟਾ ਐਨਾਲਿਸਿਸ ਦਾ ਚੱਲ ਰਿਹਾ ਹੈ, ਇਹ ਪੁਰਾਣਾ ਇਹ ਖਤਮ ਹੋ ਗਿਆ PSPCL ਦਾ ਬੈਚ। ਇਹ ਥਿਊਰੀ ਦੀ ਅਗਰ PDF ਚਾਹੀਦੀ ਹੈ, ਜਿਹੜੇ YouTube ਤੇ ਥਿਊਰੀਆਂ ਪਈ ਆ ਸਾਰਿਆਂ ਦੀ PDF ਚਾਹੀਦੀ ਹੈ, ਜਾਂ 1500 MCQ 1500 ਪਲੱਸ MCQ ਚਾਹੀਦੇ ਆ ਕਿਸੇ ਵੀ ਐਗਜ਼ਾਮ ਵਾਸਤੇ, ਜਾਂ ਸਬ ਇੰਸਪੈਕਟਰ ਵਾਸਤੇ ਇਕੱਲੇ MCQ ਦੀ ਤਿਆਰੀ ਕਰਨੀ ਆ, ਤਾਂ ਸਾਰੇ ਬੈਚ ਤੁਹਾਨੂੰ ਮਿਲ ਜਾਣਗੇ। ਪਲੀਜ਼ ਜਾ ਕੇ ਜਰੂਰ, ਜੇ ਤੁਹਾਨੂੰ ਚੰਗਾ ਲੱਗੂਗਾ ਕੰਟੈਂਟ ਤਾਂ ਉੱਥੇ ਵਿੱਚ ਫ੍ਰੀ ਕੰਟੈਂਟ ਵੀ ਪਿਆ, ਉਹਨੂੰ ਜਾ ਕੇ ਦੇਖਿਓ। ਜੇ ਵਧੀਆ ਲੱਗੂਗਾ ਡੈਮੋ ਵੀਡੀਓ ਦੇਖਿਓ, ਤੁਹਾਨੂੰ ਵਧੀਆ ਲੱਗੂਗਾ ਤਾਂ ਖਰੀਦ ਲਿਓ, ਅਦਰਵਾਈਜ਼ YouTube ਤੇ ਆਪਾਂ ਫ੍ਰੀ ਪੜ੍ਹਾ ਹੀ ਰਹੇ ਹਾਂ। ਜਿੱਥੇ ਤੁਹਾਡਾ ਦਿਲ ਕਰਦਾ ਪੜੋ, ਪਰ ਪੜ੍ਹ ਕੇ ਨੌਕਰੀ ਲਓ, ਬਸ ਆਪਣਾ ਮੇਨ ਮਕਸਦ ਇਹੀ ਹੈ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।